ਇਹ ਦੱਸੋ ਵੀ 3 ਵਾਰੀ ਇਹਨਾਂ ਦਾ ਕੈਂਡੀਡੇਟ ਹਰਿਆ, 15 ਸਾਲ ਤੋਂ ਰੈਗੂਲਰ ਹਰਿਆ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਕੋਈ ਨਜ਼ਰ ਆਇਆ ਕਿਹੜੇ ਮੁੱਦੇ 'ਤੇ ਅੱਜ ਤੱਕ ਬੋਲਿਆ, ਕਿਹੜੇ ਮੁੱਦੇ ਵਾਸਤੇ ਐਜੀਟੇਸ਼ਨ ਕੀਤਾ? ਫਿਰ ਨਾ ਜੀ ਨਾ ਮੱਲੀ ਸਾਹਿਬ ਗੱਲ ਸੁਣੋ, ਉਹਨਾਂ ਦਾ ਤੁਹਾਡਾ ਦਾ ਦਫ਼ਤਰ ਆ, ਨਾ ਜੀ ਨਾ ਦਫ਼ਤਰ ਬਾਂਸਲ ਜੀ ਦਾ ਦਫ਼ਤਰ ਆ, ਔਰ 15 ਸਾਲ ਪਬਲਿਕ ਦੇ ਵਿੱਚ ਰਹੇ, ਔਰ ਅੱਜ ਵੀ ਆ ਤੁਹਾਡੇ ਬੁੱਢੇ ਨਾਲੇ ਦੀ ਜਿਹਦੀ ਮੈਂ ਗੱਲ ਕੀਤੀ ਆ ਵੀ ਆ ਵਿੱਚ ਡਿੱਗ ਜਾ। ਦੱਸੋ ਜੀ ਕਿਹੜਾ ਪ੍ਰੋਜੈਕਟ ਹੈਗਾ ਸੈਂਟਰ ਗਵਰਨਮੈਂਟ? ਮੈਂ ਪ੍ਰਵੀਨ ਬਾਂਸਲ ਜੀ ਦੀ ਗੱਲ ਕਰਦੀ ਹਾਂ। ਪ੍ਰਵੀਨ ਬਾਂਸਲ ਜੀ ਨੇ ਇੱਕ ਵੀ ਬੰਦੇ ਦੀ ਸੁਣਵਾਈ ਬਣਾ ਕੇ ਦਿੱਤੀ ਹੈ। ਅਸੀਂ ਇਹ ਪਾਰਕ ਦੇ ਵਿੱਚ ਖੜੇ ਹਾਂ। ਪਾਰਕ ਦੇ ਵਿੱਚ ਗੋਡੇ ਗੋਡੇ ਬੂਟੀ ਹੈ। ਇਹ ਹਾਲਾਤ ਤੁਸੀਂ ਪਾਰਕ ਦੇ ਦੇਖ ਸਕਦੇ ਹੋ ਕੀ ਹੈ। ਹੁਣ ਇਹਨਾਂ ਵਾਸਤੇ ਮਨੀਸ਼ਾ ਕਪੂਰ ਜੀ ਨੂੰ ਪਹਿਲਾਂ ਜਵਾਬ ਲਵਾਂਗੇ, ਫਿਰ ਮੱਕੜ ਸਾਹਿਬ ਤੋਂ ਜਵਾਬ ਲਵਾਂਗੇ, ਫਿਰ ਇੱਧਰ ਭਾਈ ਸਾਹਿਬ ਬੈਠੇ ਨੇ ਇਹਨਾਂ ਤੋਂ ਸਵਾਲ ਲਵਾਂਗੇ। ਹਾਂਜੀ ਸਰ, ਇਸ ਵਾਰਡ ਦੇ ਕਾਉਂਸਲਰ ਬੀਜੇਪੀ ਦੇ ਨੇ। ਕੌਂਸਲ ਦੀ ਗੱਲ ਕਿਉਂ ਆ ਗਈ ਜੀ? ਪਹਿਲਾਂ ਐਮਐਲਏ ਦੀ ਆ ਗਈ। ਮੈਂ ਇਹਨਾਂ ਦੇ 1 ਮਿੰਟ ਮੈਂ ਬਾਜੀ ਦੇ ਛੱਡੋ ਜੀ, ਉਹਨੂੰ ਛੱਡੋ, ਹੁਣ ਮੇਰੇ ਸਵਾਲ ਦਾ ਜਵਾਬ ਦਿਓ। ਨੀਰਜ ਜੀ, ਸਵਾਲ ਇਹੀ ਹੈ, 1.25 ਸਾਲ ਹੋ ਗਿਆ ਤੁਹਾਡੀ ਸਰਕਾਰ ਨੂੰ, ਕੀ ਕੁਛ ਡਿਵੈਲਪਮੈਂਟ ਜਿਹੜੀ ਤੁਸੀਂ 1.25 ਸਾਲ ਦੇ ਵਿੱਚ ਇਸ ਇਲਾਕੇ ਨੂੰ ਕੀਤੀ ਹੈ ਜੀ? ਇਸ ਇਲਾਕੇ ਦਾ ਇੰਨਾ ਕੁ ਬੁਰਾ ਹਾਲ ਸੀ ਕਿ ਆ ਤੁਹਾਡੇ ਕੋਲ ਬੁੱਢਾ ਨਾਲਾ ਹੈ ਜੀ, ਇਹ ਹਰ ਸਾਲ ਟੁੱਟਦਾ ਸੀ। ਅੱਗੇ ਇਲਾਕੇ ਦਾ ਨਾਂ ਹੀ ਡੁੱਬਣਪੁਰੀ ਰੱਖਿਆ ਹੋਇਆ ਸੀ ਕਿਉਂਕਿ ਉਹ ਡੁੱਬਦਾ ਸੀ ਤੇ ਨਾਂ ਹੀ ਡੁੱਬਣਪੁਰੀ। ਪਿਛਲੇ ਸਾਲ ਸਾਡੀ ਸਰਕਾਰ ਬਣੀ ਤੇ ਪਿਛਲੇ ਸਾਲ ਇਹ ਨਾਲਾ ਨਹੀਂ ਟੁੱਟਿਆ ਔਰ ਇਸ ਸਾਲ ਵੀ ਨਹੀਂ ਟੁੱਟਣਾ। ਤੇ ਪਿਛਲੇ 1.25 ਸਾਲ ਦੇ ਵਿੱਚ ਘੱਟੋ ਘੱਟ 60 ਟਰਾਂਸਫਾਰਮਰ ਅਸੀਂ ਸਾਰੀ ਨਾਰਥ ਕੌਂਸਟੀਚੁਐਂਸੀ ਦੇ ਬਦਲਾਏ। 70% ਰੋਡਸ ਨਾਰਥ ਕੌਂਸਟੀਚੁਐਂਸੀ ਦੇ ਅਸੀਂ ਨਵੇਂ ਬਣਾਏ ਆ ਔਰ ਬਹੁਤ ਵਧੀਆ ਮਟੀਰੀਅਲ ਪਵਾ ਕੇ ਕੋਲ ਖੜ ਕੇ ਬਣਾਏ ਆ। ਸਰ, 2 ਚੀਜ਼ਾਂ ਹੁੰਦੀਆਂ, ਕੁਝ ਕੰਮ ਕਰਕੇ ਦਿਖਾਉਂਦੇ ਨੇ, ਕੁਝ ਕੰਮ ਕਰਕੇ ਆਪਣੇ ਆਪ ਨੂੰ ਸ਼ੋਸ਼ੇਬਾਜ਼ੀ 'ਚ ਨਹੀਂ ਪੈਂਦੇ। ਬਟ ਡਿਊ ਟੂ ਸੋਸ਼ਲ ਮੀਡੀਆ ਦਾ ਜਿਹੜਾ ਸਮਾਂ ਹੈ, ਮੈਨੂੰ ਲੱਗਦਾ ਕਿ ਜੇਕਰ ਅਸੀਂ ਕੰਮ ਕਰਦੇ ਹਾਂ ਤਾਂ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਦਿਖਾਉਣਾ ਚਾਹੀਦਾ ਹੈ। ਆਪਣਾ ਹਲਕਾ ਦਾਖਾ ਤੋਂ ਬਾਅਦ ਜਦੋਂ ਦਾਖਾ ਸਾਹਿਬ ਸੀਗੇ, ਉਸ ਤੋਂ ਬਾਅਦ ਤੁਸੀਂ ਵੀ ਦੇਖਿਆ ਕਿ ਹੈਬੋਵਾਲ ਦੀ ਡਿਵੈਲਪਮੈਂਟ, ਅੱਜ ਚੰਦਰ ਨਗਰ ਦੇਖਿਆ ਜਾਵੇ, ਕੋਈ ਵੀ ਦੇਖਿਆ ਜਾਵੇ ਤੇ ਡਿਵੈਲਪਮੈਂਟ ਹੋਈ ਹੈ। ਅਗਰ ਉਹ ਰਾਕੇਸ਼ ਪਾਂਡੇ ਜੀ ਨੇ ਸਾਲ ਹੋ ਗਏ ਸੜਕਾਂ ਹੀ ਨਹੀਂ ਬਣੀ ਸੀ, ਅਸੀਂ ਬਣਵਾਈਆਂ। ਸਰ, ਸੜਕਾਂ ਦੇਖੋ। ਮੈਂ ਕਿਤੇ ਸਮਝਦਾ ਵੀ ਡਿਵੈਲਪਮੈਂਟ ਆ ਜਿਹੜੀ ਉਹ ਐਮਐਲਏ ਦਾ ਫਰਜ਼ ਬਣਦਾ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਔਰ ਉਹਨਾਂ ਦਾ ਡਿਵੈਲਪਮੈਂਟ ਕਰਨਾ ਫਰਜ਼ ਆ ਔਰ ਉਹਨਾਂ ਨੂੰ ਵੱਡੇ ਪ੍ਰੋਜੈਕਟ ਲਿਆਉਣੇ ਚਾਹੀਦੇ, ਸਕੂਲ ਔਰ ਕਾਲਜ। ਅੱਜ ਦੀ ਡੇਟ ਦੇ ਵਿੱਚ ਲੁਧਿਆਣੇ ਸ਼ਹਿਰ 'ਚ ਚੱਲ ਰਹੇ ਆ ਉਹ ਸਾਰੇ ਦੇ ਸਾਰੇ ਸਮਾਰਟ ਸਿਟੀ ਦੇ ਅੰਡਰ ਚੱਲ ਰਹੇ ਆ ਔਰ ਉਹ ਮੋਦੀ ਜੀ ਦੀ ਦੇਣ, ਸੈਂਟਰ ਸਰਕਾਰ ਦੀ ਦੇਣ। ਹਾਂ, ਸਾਰੀ ਸੈਂਟਰ ਸਰਕਾਰ ਦੀ ਦੇਣ ਔਰ ਸਾਰਾ ਦਾ ਸਾਰਾ ਸ਼੍ਰੇ ਭਾਰਤੀ ਜਨਤਾ ਪਾਰਟੀ ਦੀ ਮੋਦੀ ਜੀ ਨੂੰ ਜਾਂਦਾ। ਬੁੱਢੇ ਨਾਲੇ ਦੇ ਜਿਹੜੇ ਪ੍ਰੋਜੈਕਟ ਹੈਗੇ ਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੇ ਹੀ ਸਾਰੇ ਚੱਲਦੇ ਪਏ ਆ ਵੀਰ ਮੇਰੇ ਆ। ਲਾਡੋਵਾਲ ਬਾਈਪਾਸ ਹੋ ਗਿਆ, ਫਿਰੋਜ਼ਪੁਰ ਰੋਡ ਹੋ ਗਿਆ, ਜਿਹੜੇ ਅੱਜ ਫਲਾਈਓਵਰ ਬਣਦੇ ਪਏ ਨਾ, ਜਿੰਨੇ ਵੀ ਸ਼ਹਿਰ ਦੇ ਵਿੱਚ ਜਿੰਨੇ ਵੀ ਫਲਾਈਓਵਰ ਬਣੇ ਹੋਏ ਆ, ਕਾਂਗਰਸ ਨੇ ਇੱਕ ਪੁਲ ਨਹੀਂ ਬਣਵਾਇਆ ਹੋਇਆ। ਇਹਨਾਂ ਨੇ ਤਾਂ ਚਲੋ ਕੀ ਬਣਾਉਣਾ ਕੀ ਹਜੇ 1.5 ਸਾਲ ਦੇ ਵਿੱਚ। ਇਹ ਸਾਰੇ ਅਕਾਲੀ ਦਲ ਦੀ ਦੇਣ ਆ ਵੀਰ ਮੇਰੇ ਆ। ਚਾਂਸ ਨਿਮੇ ਵਾਲਾ ਪੁਲ ਆ, ਇਹ ਪਹਿਲੀ ਸਰਕਾਰ ਵੀ ਚਲੀ ਗਈ, 1.5 ਸਾਲ ਇਹਨਾਂ ਨੂੰ ਹੋ ਗਿਆ, ਹਜੇ ਤੱਕ ਇਹ ਪੁਲ ਨਹੀਂ ਪਾਸ ਹੋਇਆ ਇਹਨਾਂ ਤੋਂ। ਇੰਨਾ ਇਹਦੇ ਤੇ ਟ੍ਰੈਫਿਕ ਚੱਲਦਾ, ਇੰਨਾ ਸਾਰਾ ਕੁਝ ਹੋਇਆ, ਸਾਰਾ ਪਬਲਿਕ ਜਿਹੜੀ ਜਾਂਦੀ ਹੈ ਨਾ, ਦੇਖੋ ਆਪਣੇ ਕੋਲੇ ਇੰਡਸਟਰੀ ਹੈਗੀ ਆ ਬਹਾਦਰ ਕਰੋੜ ਦੀ, ਹੋਰ ਹੈਗੀਆਂ ਇੰਡਸਟਰੀਆਂ ਜਿਹੜੀਆਂ ਸਾਰੀਆਂ ਇੱਥੋਂ ਹੋ ਕੇ ਜਾਂਦੀਆਂ ਸਾਰੀਆਂ। ਇਸ ਬੁੱਢੇ ਨਾਲੇ ਦੇ ਵਿੱਚ ਤੁਸੀਂ ਇਹਦਾ ਰਿਕਾਰਡ ਕਰਾ ਲਓ, ਘੱਟੋ ਘੱਟ 4 ਤੋਂ 5,000 ਕਰੋੜ ਰੁਪਈਆ ਇਹ ਖਾ ਗਿਆ, ਪਰ ਢਾਕ ਕੇ 3 ਪਾਤ ਕੁਛ ਵੀ ਨਹੀਂ ਹੋਇਆ, ਕੁਛ ਵੀ ਨਹੀਂ ਹੋਇਆ। ਦੇਖੋ ਅਸੀਂ ਸਾਰੇ ਸ਼ਹਿਰ ਵਾਸੀ ਹਾਂ, ਇਹ ਕੈਂਸਰ ਦਾ ਘਰ ਹੈ, ਕੈਂਸਰ ਮੈਨੂੰ ਵੀ ਹੋਣਾ, ਕੈਂਸਰ ਇਹਨਾਂ ਨੂੰ ਵੀ ਹੋਣਾ, ਕੈਂਸਰ ਇਹਨਾਂ ਨੂੰ ਵੀ ਹੋਣਾ। ਛੱਡ ਦਿਓ ਪਾਰਟੀਆਂ ਨੂੰ, ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਹੈ ਉਹ ਆਮ ਆਦਮੀ ਪਾਰਟੀ ਕਰਾ ਰਹੀ ਹੈ ਕਿਉਂਕਿ ਉਹਦਾ ਇੱਕ ਨਿਸ਼ਚਾ ਹੈ। ਡਿਵੈਲਪਮੈਂਟ ਕਹਿੰਦੇ ਬਹੁਤ ਕੀਤੀ ਆ, ਅਸੀਂ ਮੁਹੱਲਾ ਕਲੀਨਿਕ ਦੀ ਗੱਲ ਕਰਦੇ ਨੇ, ਫ੍ਰੀ ਬਿਜਲੀ ਦੀ ਗੱਲ ਕਰਦੇ ਨੇ, ਤੁਹਾਡਾ ਕਹਿਣਾ ਜੀ? ਸਰ, ਮੈਂ ਤਾਂ ਇਹ ਗੱਲ ਕਹਾਂਗੀ ਕਿ ਜਿਹੜੀ ਫ੍ਰੀ ਬਿਜਲੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਬਿਜਲੀ ਦੇਖੋ ਸਰ, ਸਵੇਰ ਤੋਂ ਸ਼ਾਮ ਤੱਕ ਕਿੰਨੀ ਕੁ ਵਾਰ ਆ ਰਹੀ ਹੈ, ਆਂਦੀ ਹੈ ਬਿਜਲੀ ਚਲੇ ਜਾਂਦੀ ਹੈ, ਆਂਦੀ ਹੈ ਬਿਜਲੀ ਚਲੇ ਜਾਂਦੀ ਹੈ। ਜਿਹੜੇ ਸੁਵਿਧਾ ਕੇਂਦਰ ਸੀਗੇ, ਸੁਵਿਧਾ ਕੇਂਦਰ ਸਰਕਾਰ ਨੇ ਅਕਾਲੀ ਦਲ ਨੇ ਕਿਉਂ ਬਣਾਏ ਸੀਗੇ? ਲੋਕਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਜਾ ਕੇ ਜਾਂ ਫੜਦਾਂ ਲਿਆਉਣ ਦੀ ਖਾਤਰ ਉੱਥੇ ਨਾ ਜਾਣਾ ਪਵੇ। ਸਿਰਫ ਸੁਵਿਧਾ ਕੇਂਦਰ ਵੀ ਉੱਥੇ ਦਿਓ ਪੇਪਰ ਆਪਣਾ, ਤੁਰ ਦੂਜੇ ਦਿਨ ਤੁਹਾਨੂੰ ਪੇਪਰ ਮਿਲ ਜਾਏਗਾ। ਇਸ ਕਰਕੇ ਸੁਵਿਧਾ ਕੇਂਦਰ ਖੋਲ੍ਹੇ ਸੀਗੇ। ਉਹ ਸੁਵਿਧਾ ਕੇਂਦਰ ਦੇ ਉੱਤੇ ਆਪਾਂ ਫੋਟੋ ਲਾ ਲਈ ਆਪਣੀ, ਉੱਥੇ ਡਿਸਪੈਂਸਰੀ ਬਣਾਤੀ। ਇਹ ਕੋਈ ਗੱਲ ਬਣਦੀ ਹੈ? ਕੋਈ ਮੈਨੂੰ ਦੱਸੋ ਪਹਿਲਾਂ। ਇੰਨੇ ਪੈਸੇ ਖਰਚ ਕੇ ਟੈਲਾਂ ਲਾ ਕੇ ਆਪਾਂ ਉੱਥੇ ਫੋਟੋ ਲਾ ਲਈ। ਡਿਵੈਲਪਮੈਂਟ ਦੇਖ ਕੇ ਸਮੁੱਚੀਆਂ ਵਿਰੋਧੀ ਪਾਰਟੀਆਂ ਦੇ ਮੂੰਹ ਸੀਤੇ ਹੋਏ ਨੇ, ਸਿਰਫ ਫੋਟੋ 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 ਫੋਟੋ। ਯਾਰ ਉਹ ਕੰਮ ਕਰ ਰਿਹਾ ਤੇ ਫੋਟੋ ਲਵਾ ਰਿਹਾ। ਹੁਣ ਆਮ ਜਨਤਾ ਬੈਠੀ, ਇਹਨਾਂ ਨੂੰ ਪੁੱਛ ਲਓ।
ਸਰ ਤੁਸੀਂ ਅਕਾਲੀ ਦਲ ਤੋਂ ਅਸੀਂ ਅਪਰੋਚ ਕਰਦੇ ਸੀ, ਸਾਡੇ ਨਾਲ ਸੀਗੇ। ਮੈਂ ਦੱਸਦੀ ਹਾਂ ਮੇਰੀ ਫਿਰ ਤੁਸੀਂ ਵੀ ਤੁਹਾਡੀ ਵਰਕਰ ਸੀ, ਤੁਸੀਂ ਕਾਂਗਰਸ ਦੇ ਵਰਕਰ ਸੀ, ਤੁਹਾਡੀ ਸੁਣਵਾਈ ਕਰਨੀ। ਉਹਨਾਂ ਦੇ ਦਰਬਾਰ 'ਚ ਹਰ ਤਰ੍ਹਾਂ ਦਾ ਬੰਦਾ ਸਰ, ਹਰ ਬੀਜੇਪੀ ਵਾਲੇ ਵੀ ਉਹਨਾਂ ਦੇ ਦਰਬਾਰ 'ਚ ਬੈਠੇ ਤੁਸੀਂ ਮੈਨੂੰ ਇਹ ਦੱਸੋ ਨਾ, ਬਿੱਟੂ ਜੀ ਕਦੋਂ ਨਜ਼ਰ ਆਇਆ? ਸਰ ਤੁਸੀਂ ਨਜ਼ਰਾਂ 'ਚ ਲਿੱਤਾ ਹੀ ਨਹੀਂ ਉਹਨਾਂ ਨੂੰ। ਨਜ਼ਰਾਂ 'ਚ ਕਿਉਂ ਨਹੀਂ ਲੱਤਾ? ਰਾਜਧਾਨੀ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਪਿਛਲੇ ਦਿਨੀ ਤੁਸੀਂ ਹਲਕਾ ਆਤਮ ਨਗਰ ਦੀ ਡਿਬੇਟ ਦੇਖੀ ਸੀ, ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਆਪਣੇ ਕੰਮ ਗਿਣਾਏ ਸੀ। ਜਿੱਥੇ ਸੱਤਾਧਾਰ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੰਮ ਗਿਣਾਏ ਗਏ, ਉੱਥੇ ਕੇਂਦਰ ਸਰਕਾਰ 'ਚ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਕੰਮ ਗਿਣਾਏ ਗਏ, ਕਾਂਗਰਸ ਪਾਰਟੀ ਵੱਲੋਂ ਆਪਣੀ ਸਰਕਾਰਾਂ ਦੇ ਕੰਮ ਗਿਣਾਏ ਗਏ ਤੇ ਅਕਾਲੀ ਦਲ ਵੱਲੋਂ ਆਪਣੇ ਕੰਮ ਗਿਣਾਏ ਗਏ। ਅੱਜ ਅਸੀਂ ਖੜੇ ਹਾਂ ਹਲਕਾ ਨਾਰਥ, ਜਿੱਥੋਂ ਮਦਨ ਲਾਲ ਬੱਗਾ ਵਿਧਾਇਕ ਨੇ ਆਮ ਆਦਮੀ ਪਾਰਟੀ ਤੇ। ਇੱਥੋਂ ਪਹਿਲਾਂ ਲਗਾਤਾਰ ਰਕੇਸ਼ ਪਾਂਡੇ ਵਿਧਾਇਕ ਰਹੇ ਨੇ ਤੇ ਗੱਲਬਾਤ ਕਰਾਂਗੇ ਵਿਕਾਸ ਦੀ। ਵਿਕਾਸ ਇੱਥੇ ਕਿੰਨਾ ਕੁ ਹੋਇਆ, ਪਿਛਲੀਆਂ ਸਰਕਾਰਾਂ ਨੇ ਕੀ ਵਿਕਾਸ ਕੀਤਾ ਤੇ ਨਵੀਂ ਪਾਰਟੀ ਕੀ ਕਰ ਰਹੀ ਹੈ। ਸਾਡੇ ਨਾਲ ਬੁਲਾਰੇ ਜੁੜੇ ਨੇ ਆਮ ਆਦਮੀ ਪਾਰਟੀ ਤੋਂ ਨੀਰਜ ਅਰੋੜਾ ਜੀ ਨੇ, ਕਾਂਗਰਸ ਪਾਰਟੀ ਤੋਂ ਮਨੀਸ਼ਾ ਕਪੂਰ ਜੀ ਨੇ ਸਾਡੇ ਨਾਲ, ਭਾਰਤੀ ਜਨਤਾ ਪਾਰਟੀ ਤੋਂ ਨਰਿੰਦਰ ਮੱਲੀ ਜੀ ਸਾਡੇ ਨਾਲ ਨੇ ਤੇ ਉਧਰੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨੇਕ ਸਿੰਘ ਜੀ ਸਾਡੇ ਨਾਲ ਨੇ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਟਾਰਟਿੰਗ ਕਰਾਂਗੇ ਆਮ ਆਦਮੀ ਪਾਰਟੀ ਸੱਤਾਧਾਰ ਪਾਰਟੀ ਤੋਂ ਵੀ ਸਵਾ ਸਾਲ ਦੇ ਵਿੱਚ ਇਹਨਾਂ ਨੇ ਕੀ ਵਿਕਾਸ ਕਾਰਜ ਹਲਕਾ ਨਾਰਥ ਲਈ ਕੀਤਾ। ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀਰਜ ਜੀ, ਸਵਾਲ ਇਹੀ ਹੈ, ਸਵਾ ਸਾਲ ਹੋ ਗਿਆ ਤੁਹਾਡੀ ਸਰਕਾਰ ਨੂੰ, ਕੀ ਕੁਛ ਡਿਵੈਲਪਮੈਂਟ ਜਿਹੜੀ ਤੁਸੀਂ ਸਵਾ ਸਾਲ ਦੇ ਵਿੱਚ ਇਸ ਇਲਾਕੇ ਨੂੰ ਕੀਤੀ ਹੈ ਜੀ? ਜਿਹੜਾ ਇਹ ਸਾਡਾ ਇਲਾਕਾ ਹੈ, ਇਹ ਡਿਵੈਲਪਮੈਂਟ ਤੋਂ ਬਹੁਤ ਹੀ ਪਿਛੜਿਆ ਹੋਇਆ ਜੀ। ਪਿਛਲੇ 30 ਸਾਲ ਤੋਂ ਜਿਹੜੇ ਇੱਥੇ ਰੈਗੂਲਰ ਐਮਐਲਏ ਰਹੇ ਨੇ, ਉਹਨਾਂ ਨੇ ਇਸ ਇਲਾਕੇ ਬਾਰੇ ਕਦੀ ਕੋਈ ਸੋਚਿਆ ਹੀ ਨਹੀਂ। ਉਹਨਾਂ ਦਾ ਤਾਂ ਇੱਕੋ ਹੀ ਵਿਚਾਰ ਹੁੰਦਾ ਸੀ ਵੀ ਮੈਂ ਆ ਕੇ ਵੋਟਾਂ 'ਚ ਖੜਾ ਹੋ ਗਿਆ। ਜੀ। ਇੱਕ ਪੁਰਾਣੇ ਪੋਲੀਟੀਕਲ ਘਰਾਣੇ ਨਾਲ ਉਹ ਸੰਬੰਧ ਰੱਖਦੇ ਸੀ ਤੇ ਪਾਰਟੀ ਟਿਕਟ ਇਹਨਾਂ ਦਿੰਦੀ ਸੀ ਤੇ ਲੋਕ ਜਿਤਾ ਦਿੰਦੇ ਸੀ। ਤੇ ਇਸ ਇਲਾਕੇ ਦਾ ਇੰਨਾ ਕੁ ਬੁਰਾ ਹਾਲ ਸੀ ਕਿ ਆ ਤੁਹਾਡੇ ਕੋਲ ਬੁੱਢਾ ਨਾਲਾ ਹੈ, ਇਹ ਹਰ ਸਾਲ ਟੁੱਟਦਾ ਸੀ। ਅੱਗੇ ਇਲਾਕੇ ਦਾ ਨਾਂ ਹੀ ਡੁੱਬਨਪੁਰੀ ਰੱਖਿਆ ਹੋਇਆ ਸੀ, ਕਿਉਂਕਿ ਉਹ ਡੁੱਬਦਾ ਸੀ ਤੇ ਨਾਂ ਹੀ ਡੁੱਬਨਪੁਰੀ। ਪਿਛਲੇ ਸਾਲ ਸਾਡੀ ਸਰਕਾਰ ਬਣੀ ਤੇ ਪਿਛਲੇ ਸਾਲ ਇਹ ਨਾਲਾ ਨਹੀਂ ਟੁੱਟਿਆ ਔਰ ਇਸ ਸਾਲ ਵੀ ਨਹੀਂ ਟੁੱਟਣਾ, ਕਿਉਂਕਿ ਜਿਹੜਾ ਚੌਧਰੀ ਮਦਨ ਲਾਲ ਜੀ ਬੱਗਾ ਦਾ ਏਮ ਹੈ ਕਿ ਵਿਕਾਸ ਵਿਕਾਸ ਔਰ ਵਿਕਾਸ। ਬੱਗਾ ਜੀ 10 ਸਾਲ ਕੌਂਸਲਰ ਰਹੇ, 10 ਸਾਲ ਕੌਂਸਲਰ ਰਹਿਣ ਦੇ ਦੌਰਾਨ ਉਹ ਐਕਸੀਲੈਂਟ ਕੌਂਸਲਰ ਦਾ ਅਵਾਰਡ ਵੀ ਲਿਆ ਉਹਨਾਂ ਨੇ। ਔਰ ਜੇ ਮੈਂ ਹੁਣ ਦੀ ਗੱਲ ਕਰਾਂ ਤੇ ਪਿਛਲੇ ਸਵਾ ਸਾਲ ਦੇ ਵਿੱਚ ਘੱਟੋ ਘੱਟ 60 ਟਰਾਂਸਫਾਰਮਰ ਅਸੀਂ ਸਾਰੀ ਨਾਰਥ ਕੌਂਸਟੀਚੁਐਂਸੀ ਦੇ ਬਦਲਾਏ ਹੈ। 70% ਰੋਡਸ ਨਾਰਥ ਕੌਂਸਟੀਚੁਐਂਸੀ ਦੇ ਅਸੀਂ ਨਵੇਂ ਬਣਾਏ ਆ ਔਰ ਬਹੁਤ ਵਧੀਆ ਮਟੀਰੀਅਲ ਪਵਾ ਕੇ ਕੋਲ ਖੜ ਕੇ ਬਣਾਏ ਆ। ਉਸ ਤੋਂ ਇਲਾਵਾ ਇੱਥੇ ਕਈ ਗਲੀਆਂ ਦਾ ਨਾਂ, ਕਈ ਰੋਡਾਂ ਦਾ ਨਾਂ ਲਵਾਰਸ ਰੋਡ ਰੱਖਿਆ ਹੋਇਆ ਸੀ ਵੀ 20 ਸਾਲ ਤੋਂ ਰੋਡ ਹੀ ਨਹੀਂ ਬਣੇ, ਉਹ ਵੀ ਅਸੀਂ ਬਣਾਏ। ਔਰ ਇੱਕ ਨਵੀਂ ਚੀਜ਼ ਅਸੀਂ ਆਪਣੀ ਨਾਰਥ ਕੌਂਸਟੀਚੁਐਂਸੀ ਨੂੰ ਦਿੱਤੀ, ਮੂਵੇਬਲ ਟਰਾਂਸਫਾਰਮਰ ਟਰਾਲੀਆਂ। ਕਿ ਟਰਾਂਸਫਾਰਮਰ ਵਿੱਚ ਰੱਖਿਆ ਹੋਇਆ, ਜਿਹੜਾ ਟਰਾਂਸਫਾਰਮਰ ਸੜੇਗਾ ਉਹ ਜਾ ਕੇ ਉੱਥੇ ਮੂਵੇਬਲ ਟਰਾਂਸਫਾਰਮਰ ਚੱਲੇਗਾ। ਇਹ ਬੱਗਾ ਜੀ ਦੀ ਸੋਚ ਹੈ, ਉਸ ਇਲਾਕੇ ਦੀ ਬੱਤੀ ਨਹੀਂ ਜਾਏਗੀ। ਉਸ ਤੋਂ ਇਲਾਵਾ ਬੱਗਾ ਜੀ ਨੇ ਜਿਹੜੇ ਕੰਮ ਕੀਤੇ ਨੇ, ਸਕੂਲ ਆਫ ਐਕਸੀਲੈਂਸ, ਉਸ ਤੋਂ ਇਲਾਵਾ ਆਮ ਆਦਮੀ ਕਲੀਨਿਕ, ਔਰ ਇਹਦੇ ਨਾਲ ਸੈਂਕੜੇ ਕੰਮ ਜਿਹੜੇ ਕਿ ਮੈਂ ਵਾਰੀ ਤੁਹਾਨੂੰ ਅੱਗੇ ਡਿਬੇਟ ਦੇ ਵਿੱਚ ਇਹਨਾਂ ਗਿਣਾਵਾਂਗਾ, ਬੱਗਾ ਜੀ ਦੁਆਰਾ ਕੀਤੇ ਗਏ ਨੇ। ਹਾਂਜੀ ਮਨੀਸ਼ਾ ਕਪੂਰ ਜੀ, ਪਹਿਲਾਂ ਤਾਂ ਉਹਨਾਂ ਨੇ ਕੰਮ ਵੀ ਗਿਣਾਏ ਨੇ, ਨਾਲ ਵੱਡੇ ਐਲੀਗੇਸ਼ਨ ਲਗਾਏ ਨੇ ਵੀ ਤੁਹਾਡੇ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਨੇ ਰਕੇਸ਼ ਪਾਂਡੇ, ਉਹਨਾਂ ਨੇ ਕੋਈ ਕਾਰਜ ਨਹੀਂ ਕੀਤਾ ਹੈਗਾ। ਲੰਬਾ ਸਮਾਂ ਵਿਧਾਇਕ ਨੇ ਇਹਨੇ ਹਲਕਾ ਦੇ, ਤੇ ਖਾਸ ਤੌਰ ਤੇ ਬੁੱਢੇ ਨਾਲੇ ਦਾ ਜ਼ਿਕਰ ਕੀਤਾ ਵੀ ਬੁੱਢਾ ਨਾਲਾ ਹਰ ਵਾਰ ਟੁੱਟਦਾ ਸੀ, ਨਾ ਪਿਛਲੇ ਸਾਲ ਟੁੱਟਿਆ ਤੇ ਨਾ ਅਸੀਂ ਇਸ ਵਾਰ ਟੁੱਟਣ ਦੇਵਾਂਗੇ। ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਸਰ ਦੋ ਚੀਜ਼ਾਂ ਹੁੰਦੀਆਂ, ਕੁਝ ਕੰਮ ਕਰਕੇ ਦਿਖਾਉਂਦੇ ਨੇ, ਕੁਝ ਕੰਮ ਕਰਕੇ ਆਪਣੇ ਆਪ ਨੂੰ ਸ਼ੋਸ਼ੇਬਾਜ਼ੀ 'ਚ ਨਹੀਂ ਪੈਂਦੇ। ਬਟ ਡਿਊ ਟੂ ਸੋਸ਼ਲ ਮੀਡੀਆ ਦਾ ਜਿਹੜਾ ਸਮਾਂ ਹੈ, ਮੈਨੂੰ ਲੱਗਦਾ ਕਿ ਜੇਕਰ ਅਸੀਂ ਕੰਮ ਕਰਦੇ ਹਾਂ ਤਾਂ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਦਿਖਾਉਣਾ ਚਾਹੀਦਾ ਹੈ। ਨੋ ਡਾਊਟ ਜੇ ਅੱਜ ਅਸੀਂ ਪਾਰਕ 'ਚ ਵੀ ਖੜੇ ਹਾਂ ਤੇ ਜੇ ਗੱਲ ਮੈਂ ਕਹਾਂ ਰਕੇਸ਼ ਪਾਂਡੇ ਜੀ ਦੀ, ਜਿਹੜਾ ਲੋਕਾਂ ਨੇ ਬਾਰ-ਬਾਰ ਉਹਨਾਂ ਨੂੰ ਜਿਤਾਇਆ ਹੈ, ਬਾਰ-ਬਾਰ ਲੋਕਾਂ ਦਾ ਵਿਸ਼ਵਾਸ, ਦੇਖੋ ਇਹ ਲੋਕਤੰਤਰ ਹੈ, ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਕਹਿ ਕੇ ਤੁਸੀਂ ਵੋਟਸ ਨਹੀਂ ਕਰਵਾ ਸਕਦੇ। ਲੋਕਾਂ ਨੇ ਅਗਰ ਉਹਨਾਂ ਨੂੰ ਇੰਨੀ ਦੇਰ ਪਿਆਰ ਦਿੱਤਾ, ਇਹ ਤਾਂ ਦੇਖੋ ਵੇਵ ਸੀਗੀ, ਵੇਵ ਹੈ, ਕਾਂਗਰਸ ਪਾਰਟੀ ਦੀ ਵੇਵ ਨਹੀਂ ਸੀਗੀ, ਆਮ ਆਦਮੀ ਪਾਰਟੀ ਦੀ ਵੇਵ ਤੁਸੀਂ ਦੇਖਿਆ, ਉਹ ਵੇਵ ਦੇ ਵਿੱਚ ਸਾਰੇ ਜਿੱਤੇ ਹੈ। ਸੋ ਹਲਕਾ ਵਿਧਾਇਕ ਚਾਹੇ ਕੋਈ ਵੀ ਹੈ, ਉਹਦਾ ਡਿਊਟੀ ਬਣਦੀ ਹੈ ਕੰਮ ਕਰਵਾਉਣ ਦੀ। ਸੋ ਜਦੋਂ ਤੁਸੀਂ ਇਹ ਸ਼ਾਇਦ ਤੁਹਾਨੂੰ ਵੀ ਯਾਦ ਹੋਊਗਾ, ਤੁਸੀਂ ਮੀਡੀਆ ਦੇ ਨਾਲ ਬਹੁਤ ਵੱਡੇ ਲੈਵਲ ਤੇ ਜੁੜੇ ਹੋ, ਮੈਂ ਦੇਖਦੀ ਹਾਂ ਤੁਹਾਨੂੰ
ਜਦੋਂ ਆਪਣਾ ਹਲਕਾ ਦਾਖਾ ਤੋਂ ਬਾਅਦ ਜਦੋਂ ਦਾਖਾ ਸਾਹਿਬ ਸੀਗੇ ਉਸ ਤੋਂ ਬਾਅਦ ਤੁਸੀਂ ਵੀ ਦੇਖਿਆ ਕਿ ਹੈਬੋਵਾਲ ਦੀ ਡਿਵੈਲਪਮੈਂਟ ਅੱਜ ਚੰਦਰ ਨਗਰ ਦੇਖਿਆ ਜਾਵੇ ਕੋਈ ਵੀ ਦੇਖਿਆ ਜਾਵੇ ਤੇ ਡਿਵੈਲਪਮੈਂਟ ਹੋਈ ਹੈ। ਅਗਰ ਉਹ ਰਾਕੇਸ਼ ਪਾਂਡੇ ਜੀ ਨੇ 20 ਸਾਲ ਹੋ ਗਏ ਸੜਕਾਂ ਹੀ ਨਹੀਂ ਬਣੀ ਸੀ, ਅਸੀਂ ਬਣਵਾਈਆਂ। ਸਰ ਸੜਕਾਂ ਦੇਖੋ, ਅੱਜ ਮੈਂ ਗੱਲ ਕਰਦੀ ਹਾਂ ਸਾਡੇ ਏਰੀਆ ਦੇ ਵਿੱਚ ਕਾਉਂਸਲਰ ਮਹਾਰਾਜ ਜੀ ਵੀਡੀਓ ਬਣਾ ਰਹੇ ਸੀ ਲੈ ਕੇ ਕਿ ਦੇਖੋ ਜੀ ਸੜਕਾਂ ਅਸੀਂ ਬਣਾਈਆਂ ਤੇ ਜਿਹੜੀਆਂ ਪਹਿਲਾਂ ਸੜਕਾਂ ਬਣੀਆਂ ਸੀ ਸਰ ਉਹ ਤਾਂ ਫਿਰ 8-8 ਸਾਲ 10-10 ਸਾਲ ਰਹਿ ਗਈਆਂ ਤੇ ਮਜ਼ਾ ਤਾਂ ਹੈ ਨਾ ਕਿ ਜਿਹੜੀ ਹੁਣ ਮੈਂ ਦੱਸਦੀ ਹਾਂ 3 ਸਾਲ ਵੀ ਸੜਕ ਨਹੀਂ ਜੀ ਤੇ ਸੜਕ 3 ਸਾਲ ਵੀ ਕਿਉਂ ਨਹੀਂ ਜੀ। ਫਿਰ ਮੈਂ ਤਾਂ ਇਹ ਦੇਖਦੀ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕਹਿ ਰਹੀ ਕਿ ਪਬਲਿਕ ਲਈ ਕੰਮ ਕਰ ਰਹੇ ਹੋ ਤੁਸੀਂ। ਜਦੋਂ ਜਿੱਤ ਜਾਂਦੇ ਹੋ ਤਾਂ ਸਿਰਫ ਇੱਕ ਪਾਰਟੀ ਦੇ ਨਿਕਲੇ ਰਹਿ ਜਾਂਦੇ, ਪਬਲਿਕ ਦੇ ਨੁਮਾਇੰਦੇ ਬਣ ਜਾਂਦੇ ਹੋ। ਸੋ ਪਬਲਿਕ ਦੀ ਫੁੱਲਫਿਲਮੈਂਟ ਕਰਨੀ, ਪਬਲਿਕ ਨੂੰ ਸੈਟੀਸਫਾਈਡ ਕਰਨਾ ਤੁਹਾਡੀ ਡਿਊਟੀ ਬਣਦੀ ਹੈ। ਸੋ ਮੈਂ ਤਾਂ ਗੱਲ ਕਹਾਂਗੀ ਕਿ ਜੇ ਅੱਜ ਡਿਵੈਲਪਮੈਂਟ ਦੇਖੋ 100% ਤਾਂ ਤੁਸੀਂ ਆਪਣੇ ਘਰਦਿਆਂ ਨੂੰ ਨਹੀਂ ਖੁਸ਼ ਕਰ ਸਕਦੇ ਤਾਂ ਜਨਤਾ ਨੂੰ ਕਿੱਥੋਂ ਖੁਸ਼ ਕਰ ਦੋਗੇ। ਸੋ ਅਗਰ ਕੋਈ ਜਿਹਨੂੰ ਸੀਟ ਮਿਲਦੀ ਹੈ ਉਹ ਆਪਣੇ ਵੱਲੋਂ 100% ਕੋਸ਼ਿਸ਼ ਕਰਦਾ ਹੈ। ਮੈਂ ਨਹੀਂ ਕਹਾਂਗੀ ਕਿ ਸਰ ਗਲਤ ਕਹਿ ਰਿਹਾ। ਦੇਖੋ ਟੁੱਟਦੀ ਹੈ ਚੀਜ਼ ਬਣਦੀ ਹੈ, ਠੀਕ ਹੈ। ਅੱਜ ਅਗਰ ਰਾਕੇਸ਼ ਪਾਂਡੇ ਜੀ ਨੇ ਇੰਨੇ ਸਾਲ ਕੰਮ ਕਰਵਾਇਆ ਉਹਨਾਂ ਨੇ ਨਹੀਂ ਦਿਖਾਇਆ ਲੋਕਾਂ ਨੂੰ, ਉਹਨਾਂ ਦੀ ਕਿਤੇ ਨਾ ਕਿਤੇ ਉਹ ਚੀਜ਼ ਰਹਿ ਗਈ ਹੈ। ਮੈਨੂੰ ਲੱਗਦਾ ਕਿ ਅਗਰ ਅੱਜ ਤੁਸੀਂ ਛੋਟਾ ਜਿਹਾ ਵੀ ਕੰਮ ਕਰਦੇ ਹੋ ਤਾਂ ਜਨਤਾ ਦੇ ਦਰਬਾਰ 'ਚ ਦਿਖਾਓ ਕਿ ਅਸੀਂ ਕੀ ਕੀਤਾ ਤੇ ਉਹਨੂੰ ਪ੍ਰਚਾਰਿਆ ਨਹੀਂ ਗਿਆ। ਯੈਸ 100% ਸਰ ਮੈਂ ਖੁਦ ਕਹਾਂਗੀ ਵੀ ਸਰ ਇੱਕ ਚੀਜ਼ ਹੋਰ ਦੱਸਾਂਗੀ, ਉਹਨਾਂ ਦੇ ਕੋਲ ਕੋਈ ਵੀ ਗਿਆ ਚਾਹੇ ਉਹ ਬੀਜੇਪੀ ਦਾ ਕਾਉਂਸਲਰ ਗਿਆ ਚਾਹੇ ਦੂਸਰੀ ਪਾਰਟੀ ਦੇ ਕਾਉਂਸਲਰ ਗਏ ਆ, ਉਹਨਾਂ ਨੇ ਕਿਸੇ ਕੋਟੇ 'ਚ ਕਮੀ ਨਹੀਂ ਰਹਿਣ ਦਿੱਤੀ, ਉਹਨਾਂ ਨੇ ਕੰਮ ਕਰਵਾਏ ਨੇ। ਥੈਂਕ ਯੂ। ਮੱਲੀ ਸਾਹਿਬ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਵੀ ਸਾਡੇ ਇਸ ਟੈਨਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਰਿਹਾ, ਸਵਾ ਸਾਲ ਦੇ ਵਿੱਚ ਬੁੱਢੇ ਨਾਲੇ ਦਾ ਖਾਸ ਤੌਰ ਤੇ ਜ਼ਿਕਰ ਕੀਤਾ। ਦੂਜੇ ਪਾਸੇ ਮੈਡਮ ਮਨੀਸ਼ਾ ਕਪੂਰ ਕਹਿ ਰਹੇ ਨੇ ਵੀ ਕੰਮ ਸਾਡੇ ਵੇਲੇ ਵੀ ਹੋਇਆ ਵੀ ਇਹ ਹੋ ਸਕਦਾ ਵੀ ਅਸੀਂ ਪ੍ਰਚਾਰਿਆ ਨਾ ਗਿਆ ਹੋਵੇ। ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਪਹਿਲਾਂ ਤਾਂ ਧੰਨਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਆਪ ਪਾਰਟੀ ਨੇ ਦਾ ਐਮਐਲਏ ਆ ਔਰ ਮਨੀਸ਼ਾ ਜੀ ਨੇ ਵੀ ਕਿਹਾ ਜੇ ਏਡੇ ਕੰਮ ਕੀਤੇ ਹੁੰਦੇ ਕਾਂਗਰਸ ਨੇ ਤੇ ਅੱਜ ਬਦਲੀ ਦਾ ਕੋਈ ਮੌਕਾ ਹੀ ਨਹੀਂ ਸੀ। ਔਰ ਉਸ ਤੋਂ ਬਾਅਦ ਜੇ ਅਸੀਂ ਹੁਣ ਮੌਜੂਦਾ ਐਮਐਲਏ ਦੀ ਗੱਲ ਕਰਦੇ ਹਾਂ ਔਰ ਜਿਹਦੀ ਸਭ ਨਾਲੋਂ ਵੱਧ ਤੁਸੀਂ ਢੋਲ ਪਿੱਟਦੇ ਹੋ ਬੁੱਢੇ ਨਾਲੇ ਦਾ, ਉਹ ਸਾਰੇ ਦਾ ਸਾਰਾ ਕੰਮ ਆ ਜਿਹੜਾ ਸਮਾਰਟ ਸਿਟੀ ਦੇ ਅੰਡਰ ਆ ਜੀ। ਔਰ ਤੁਸੀਂ ਦੇਖੋਗੇ ਜਿਹੜਾ ਕੰਮ ਹੋ ਰਿਹਾ, ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਨਾਂ ਨੇ ਗੱਲ ਕੀਤੀ ਵੀ ਬੰਨ ਟੁੱਟਿਆ ਹੀ ਨਹੀਂ, ਹਾਲੀ ਐਸੀ ਬਾਰਿਸ਼ ਹੀ ਨਹੀਂ ਹੋਈ। ਤੁਸੀਂ ਦੇਖੋਗੇ ਜਿਸ ਤਰੀਕੇ ਦੇ ਨਾਲ ਸਾਈਡਾਂ ਤੇ ਉੱਪਰ ਹੀ ਮਿੱਟੀ ਦੇ ਪਿੱਲਰ ਬਣਾਏ ਜਾ ਰਹੇ ਆ। ਮੈਂ ਸਮਝਦਾ ਵੀ ਜਿੱਦਣ ਕਿਤੇ ਬਾਰਿਸ਼ ਆ ਗਈ, ਇੱਕ ਬਾਰਿਸ਼ ਪੈਣ ਦਿਓ, ਤੁਸੀਂ ਮੇਰੇ ਨਾਲ ਚੱਲਿਓ। ਵੀ ਨਹੀਂ ਟੁੱਟੇ ਕਹਿੰਦੇ ਨੀਰਜ ਜੀ ਕਹਿੰਦੇ ਪਿਛਲੇ ਸਾਲ ਬਾਰਿਸ਼ ਇਸ ਵਾਰੀ ਹਾਲੀ ਹੋਈ ਕਿੱਥੇ ਆ? ਹਾਲੀ ਬਾਰਿਸ਼ ਹੋਣ ਦਿਓ, ਕਿਉਂਕਿ ਨਾਲੇ ਨੂੰ ਤੁਸੀਂ ਦੇਖਿਆ ਕਿੱਦਾਂ ਉਹਨੂੰ ਛੋਟਾ ਕੀਤਾ ਗਿਆ। ਔਰ ਉਦੋਂ ਬਾਅਦ ਤੁਸੀਂ ਦੇਖੋ ਸਾਈਡ ਦੇ ਉੱਤੇ ਕਿੱਦਾਂ ਫੈਂਸ ਜਿਹੜੀ ਉਹ ਉੱਪਰ ਹੀ ਰੱਖ ਕੇ ਲਾਈ ਗਈ ਆ, ਐਡੀ ਵੱਡੀ ਜਾਲੀ ਲੱਗੀ ਆ। ਤੁਸੀਂ ਦੇਖੋ ਲਾਰਡ ਮਹਾਵੀਰਾ ਦੇ ਬੈਕ ਤੇ ਸ਼ਮਸ਼ਾਨ ਘਾਟ ਦੇ ਬੈਕ ਤੇ ਤਾਂ ਉਹ ਨਾਲੇ 'ਚ ਡਿੱਗਣ ਨੂੰ ਤਿਆਰ ਆ। ਔਰ ਉਧਰਲੇ ਪਾਸੇ ਸੜਕ ਦਾ ਵਿਜ਼ਨ, ਉਧਰਲੇ ਪਾਸੇ ਸੜਕ ਦੀ ਜਿਹੜੀ ਜਗ੍ਹਾ ਉਹ ਹੈ ਹੀ ਨਹੀਂ। ਔਰ ਮੈਂ ਕਿਤੇ ਸਮਝਦਾ ਵੀ ਡਿਵੈਲਪਮੈਂਟ ਆ ਜਿਹੜੀ ਉਹ ਐਮਐਲਏ ਦਾ ਫਰਜ਼ ਬਣਦਾ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਔਰ ਉਹਨਾਂ ਦਾ ਡਿਵੈਲਪਮੈਂਟ ਕਰਨਾ ਫਰਜ਼ ਆ। ਔਰ ਉਹਨਾਂ ਨੂੰ ਵੱਡੇ ਪ੍ਰੋਜੈਕਟ ਲਿਆਉਣੇ ਚਾਹੀਦੇ, ਸਕੂਲ ਔਰ ਕਾਲਜ ਵਧੀਆ ਹਸਪੀਟਲ ਲੈ ਕੇ ਆਉਣ। ਸੜਕਾਂ ਦਾ ਜਿਹੜਾ ਕੰਮ ਆ ਉਹ ਤਾਂ ਕੌਂਸਲਰ ਲੈਵਲ ਦਾ ਕੰਮ ਆ, ਉਹ ਕੌਂਸਲਰਾਂ ਨੇ ਕਰੀ ਜਾਣਾ। ਔਰ ਉਦੋਂ ਬਾਅਦ ਜਿੰਨੇ ਵੀ ਤੁਸੀਂ ਡਿਵੈਲਪਮੈਂਟ ਦੇ ਕੰਮ ਅੱਜ ਦੀ ਡੇਟ ਦੇ ਵਿੱਚ ਲੁਧਿਆਣੇ ਸ਼ਹਿਰ 'ਚ ਚੱਲ ਰਹੇ ਆ, ਉਹ ਸਾਰੇ ਦੇ ਸਾਰੇ ਸਮਾਰਟ ਸਿਟੀ ਦੇ ਅੰਡਰ ਚੱਲ ਰਹੇ ਆ ਔਰ ਉਹ ਮੋਦੀ ਜੀ ਦੀ ਦੇਣ, ਸੈਂਟਰ ਸਰਕਾਰ ਦੀ ਦੇਣ। ਹਾਂ, ਸਾਰੀ ਸੈਂਟਰ ਸਰਕਾਰ ਦੀ ਦੇਣ ਔਰ ਸਾਰਾ ਦਾ ਸਾਰਾ ਸ਼੍ਰੇ ਭਾਰਤੀ ਜਨਤਾ ਪਾਰਟੀ ਦੀ ਮੋਦੀ ਜੀ ਨੂੰ ਜਾਂਦਾ। ਵੀ ਉਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ 650 ਕਰੋੜ ਰੁਪਇਆ ਅਸੀਂ ਲਿਆਂਦਾ ਬੁੱਢੇ ਨਾਲੇ ਲਈ, ਰਮਨੀਤ ਸਿੰਘ ਬਿੱਟੂ ਕਹਿ ਰਹੇ ਨੇ ਅਸੀਂ ਲਿਆਂਦਾ, ਤੁਸੀਂ ਹੁਣ ਆਪਣਾ ਦਾਵਾ ਠੋਕਦਾ। ਲਿਆਂਦਾ ਕਿੱਥੋਂ ਆ? ਸੈਂਟਰ ਤੋਂ ਲਿਆਂਦਾ। ਸਾਰਿਆਂ ਨੂੰ ਪਤਾ ਵੀ ਸਮਾਰਟ ਸਿਟੀ ਦਾ ਜਿਹੜਾ ਪ੍ਰੋਜੈਕਟ ਆ ਉਹ ਸੈਂਟਰ ਦੀ ਦੇਣ ਆ ਔਰ ਉਹਦੇ ਵਿੱਚ ਕੁਝ ਹਿੱਸਾ ਪੰਜਾਬ ਸਰਕਾਰ ਦਾ। ਪਰ ਜੇ ਅਸੀਂ ਦੇਖਿਆ ਜਾਵੇ ਸਾਡੀ ਵੱਡੀ ਤਾਦਾਦ ਦੇ ਵਿੱਚ ਉਹ ਸਮਾਰਟ ਸਿਟੀ ਦਾ ਜਿਹੜਾ ਪ੍ਰੋਜੈਕਟ ਆ ਉਹ ਟੋਟਲ ਦੇ ਟੋਟਲ ਸੈਂਟਰ ਦੇ ਉੱਤੇ ਆ। ਔਰ ਜਿੰਨੇ ਵੀ ਤੁਸੀਂ ਪ੍ਰੋਜੈਕਟ ਦੇਖੋਗੇ ਅੱਜ ਲੁਧਿਆਣੇ ਸ਼ਹਿਰ 'ਚ ਜਿਹਦੇ ਤੇ ਰੌਲਾ ਪਾ ਕੇ ਕਹਿ ਰਹੇ ਆ, ਚਾਹੇ ਉਹ ਬੈਡਮਿੰਟਨ ਕੋਚ ਹੋਵੇ, ਚਾਹੇ ਉਹ ਸਪੋਰਟਸ ਦੇ ਨਾਲ ਜੁੜੇ ਹੋਣ, ਚਾਹੇ ROB ਹੋਣ, ਚਾਹੇ ਸੜਕਾਂ ਹੋਣ, ਕਿਸੇ ਵੀ ਤਰੀਕੇ ਦਾ ਤੁਸੀਂ ਲੈ ਲਓ, ਚਾਹੇ ਬੁੱਢੇ ਨਾਲੇ ਦੀ ਜਿਹਦੀ ਬੜੀ ਵੱਡੀ ਛਾਲ ਮਾਰ ਰਹੇ ਉਹ ਵੀ ਸਾਰੇ ਦੇ ਸਾਰੇ ਸੈਂਟਰ ਗਵਰਨਮੈਂਟ ਦੇ ਚੱਲ ਰਹੇ। ਔਰ ਮੈਂ ਤਾਂ ਨਹੀਂ ਤੁਹਾਨੂੰ ਇਹ ਦੱਸਾਂ, ਤੁਸੀਂ ਵੀ ਇਸ ਫੀਲਡ ਤੋਂ ਵਾਕਫ ਹੋ ਔਰ ਤੁਸੀਂ ਸਾਰੇ ਦਿਹਾੜੀ ਲੋਕਾਂ ਦੇ ਵਿੱਚ ਵਿਚਰਦੇ ਹੋ ਔਰ ਸਾਰਾ ਪਤਾ। ਨੇਕ ਸਿੰਘ ਜੀ, ਸਾਰੇ ਪਾਰਟੀਆਂ ਜਿਹੜੇ ਆਮ ਆਦਮੀ ਪਾਰਟੀ ਆਪਣੇ ਕੰਮ ਗਿਣਾ ਰਹੀ ਹੈ, ਕਾਂਗਰਸ ਪਾਰਟੀ ਵੱਲੋਂ ਆਪਣੇ ਕੰਮ ਗਿਣਾਏ ਗਏ ਨੇ, ਤਾਂ ਮੱਲੀ ਸਾਹਿਬ ਕਹਿੰਦੇ ਵੀ ਜਿਹੜੇ ਪ੍ਰੋਜੈਕਟ ਸ਼ਹਿਰ ਦੇ ਵਿੱਚ ਚੱਲ ਰਹੇ ਉਹ ਤਾਂ ਸੈਂਟਰ ਸਰਕਾਰ ਦੇ ਦੇਣ ਹੈਗੀ ਆ। ਤੁਹਾਡਾ ਕੀ ਕਹਿਣਾ ਇਸ ਬਾਰੇ? ਧੰਨਾ ਜੀ ਤੁਹਾਡਾ ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਪ੍ਰੈਸ ਦਾ ਸਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਾ ਜੀ ਬੇਨਤੀ ਇਹ ਹੈਗੀ ਹੈ ਵੀ 1.5 ਸਾਲ ਹੋ ਗਏ ਆ ਸਰਕਾਰ ਬਣੀ ਨੂੰ ਮੰਨਦੇ ਆ ਵੀ 1.5 ਸਾਲ ਹੋ ਗਿਆ। ਜੇ ਬੁੱਢੇ ਨਾਲੇ ਦੇ ਨਾਲ ਦੀ ਆਪਾਂ ਗੱਲ ਕਰਦੇ ਆ ਨਾ
ਇਹ ਪ੍ਰੋਜੈਕਟ ਪਹਿਲੇ ਸਰਕਾਰਾਂ ਦੇ ਬਣਾਏ ਹੋਏ ਆ, ਪਹਿਲੇ ਸਰਕਾਰਾਂ ਦੇ ਚੱਲਦੇ ਪਏ ਆ ਜੀ ਔਰ ਜੋ ਅੱਜ ਜੋ ਉਹਦੇ ਉੱਤੇ ਮਿੱਟੀ ਪੈ ਰਹੀ ਆ, ਤੁਸੀਂ ਆ ਬੁੱਢੇ ਨਾਲ ਦੇ ਪਰਲੇ ਪਾਸੇ ਚਲੇ ਜਾਓ, ਜੀ ਜਿਹੜਾ ਉਹਦੇ ਉੱਤੇ ਗੰਦ ਪਾਇਆ ਹੋਇਆ ਹੁਣ ਵੀ ਤੋਂ ਆਪਾਂ ਜੀਵੀਸੀ ਮੰਗਾ ਲੈਣੇ ਆ, ਉਹ ਜਿਹੜਾ ਗੰਦ ਪਾਇਆ ਹੋਇਆ ਮਿੱਟੀ ਤਾਂ ਕੋਈ ਹੈ ਨਹੀਂ ਉਹਦੇ ਤੇ, ਹੈਗੀ ਆ ਤੁਸੀਂ ਦੇਖੀ ਜਾ ਕੇ ਮਿੱਟੀ ਨਹੀਂ ਹੈਗੀ, ਉਹ ਜਿਹੜਾ ਕੂੜਾ ਕੰਕਰ ਚੱਕ ਕੇ ਉਹਦੇ ਉੱਤੇ ਪਾਇਆ ਹੋਇਆ, ਉਹ ਕਿੰਨਾ ਕੁ ਚਿਰ ਚੱਲੇਗਾ ਇਹ ਤੁਹਾਨੂੰ ਨਹੀਂ ਪਤਾ। ਬਾਕੀ ਗੱਲ ਰਹੀ ਪ੍ਰੋਜੈਕਟ ਦੀ, ਆ ਚਾਂਸ ਨਿੰਮੇ ਵਾਲਾ ਪੁਲ ਆ, ਇਹ ਪਹਿਲੀ ਸਰਕਾਰ ਵੀ ਚਲੀ ਗਈ, 1.5 ਸਾਲ ਇਹਨਾਂ ਨੂੰ ਹੋ ਗਿਆ, ਹਜੇ ਤੱਕ ਇਹ ਪੁਲ ਨਹੀਂ ਪਾਸ ਹੋਇਆ ਇਹਨਾਂ ਤੋਂ। ਇੰਨਾ ਇਹਦੇ ਤੇ ਟ੍ਰੈਫਿਕ ਚੱਲਦਾ, ਇੰਨਾ ਸਾਰਾ ਕੁਝ ਹੋਇਆ, ਸਾਰਾ ਪਬਲਿਕ ਜਿਹੜੀ ਜਾਂਦੀ ਹੈ ਨਾ, ਦੇਖੋ ਆਪਣੇ ਕੋਲੇ ਇੰਡਸਟਰੀ ਹੈਗੀ ਆ ਬਹਾਦਰ ਕਰੋੜ ਦੀ, ਹੋਰ ਹੈਗੀਆਂ ਇੰਡਸਟਰੀਆਂ ਜਿਹੜੀਆਂ ਸਾਰੀਆਂ ਇੱਥੋਂ ਹੋ ਕੇ ਜਾਂਦੀਆਂ ਸਾਰੀਆਂ, ਸਾਡੇ ਸ਼ਹਿਰ ਨੂੰ ਜਲੰਧਰ ਤੋਂ ਅੰਮ੍ਰਿਤਸਰ ਤੋਂ ਸਾਰਾ ਟ੍ਰੈਫਿਕ ਇਹਦੇ ਉੱਤੇ ਹੋ ਕੇ ਜਾਂਦਾ। ਇਹ ਪੁਲ ਹੀ ਨਹੀਂ ਹਜੇ ਤੱਕ ਪਹਿਲੀ ਸਰਕਾਰ ਤੋਂ ਨਹੀਂ ਪਾਸ ਹੋਇਆ, 1.5 ਸਾਲ ਇਹਨਾਂ ਨੂੰ ਗਿਆ, ਇਹਨਾਂ ਤੋਂ ਨਹੀਂ ਪਾਸ ਹੋ ਗਿਆ। ਦੂਜੀ ਗੱਲ ਕਰੀਏ ਆਪਾਂ ਵਿਕਾਸ ਦੀ ਜੇ ਗੱਲ ਕਰੀਏ ਨਾ, ਆਪਾਂ ਗੱਲ ਦੱਸਾਂ ਕੀ ਆ, ਡਿਸਪੈਂਸਰੀਆਂ ਬਣਾਈਆਂ, ਡਿਸਪੈਂਸਰੀ ਉੱਤੇ ਟਾਇਲ ਲਾ ਕੇ ਆਪਾਂ ਕਹਿੰਦੇ ਵੀ ਵਾਹ ਖੱਟ ਲਈ ਵੀ ਆਪਾਂ 20-25 ਲੱਖ ਰੁਪਏ ਫੋਟੋ ਲਾ ਲਈ, ਜਿੱਥੇ ਫੋਟੋਆਂ ਤੇ ਪਹਿਲਾਂ ਇਤਰਾਜ਼ ਕਰਦੇ ਸੀਗੇ, ਬਾਦਲ ਸਾਹਿਬ ਦੀ ਫੋਟੋ ਲੱਗ ਗਈ ਜੀ, ਉਹ ਇੰਨੀ ਉਹ ਲਈ ਫਿਰਦਾ ਜੀ ਫਲਾਣਾ ਟਾਈਮ ਇੰਨੀਆਂ ਗੱਲਾਂ ਹੁੰਦੀਆਂ ਸੀਗੀਆਂ, ਅੱਜ ਕੀ ਹੋ ਰਿਹਾ, ਅੱਜ ਉਦੋਂ ਵੱਧ ਕੇ ਹੋ ਰਿਹਾ। ਗੱਲ ਬੱਗਾ ਸਾਹਿਬ ਜੀ ਦੀ ਜਿਹੜੀ ਗੱਲ ਇਹ ਕੰਮ ਕਰਦੇ ਪਏ ਆ, ਵਧੀਆ ਗੱਲ ਆ, ਕਰਨਾ ਉਹਨਾਂ ਦਾ ਫਰਜ਼ ਆ, ਇਹ ਕੋਈ ਉਹਨਾਂ ਦਾ ਸਾਨੂੰ ਕੋਈ ਉਹਦੇ ਤੇ ਉਹ ਨਹੀਂ ਹੈਗਾ ਵੀ ਕੁਝ ਕਿਸੇ ਨੂੰ ਦੇਤਾ, ਇਹ ਉਹਨਾਂ ਨੂੰ ਜਿਤਾਇਆ, ਪਬਲਿਕ ਨੇ ਜਿਤਾਇਆ, ਚੰਗੀ ਵੋਟਾਂ ਨਾਲ ਜਿਤਾਇਆ, ਉਹਨਾਂ ਦਾ ਫਰਜ਼ ਹੈ ਇਹ ਕੰਮ ਕਰਨੇ। ਬਾਕੀ ਬੁੱਢੇ ਨਾਲੇ ਦੇ ਜਿਹੜੇ ਪ੍ਰੋਜੈਕਟ ਹੈਗੇ ਆ, ਇਹ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੇ ਹੀ ਸਾਰੇ ਚੱਲਦੇ ਪਏ ਆ ਵੀਰ ਮੇਰੇ ਆ। ਲਾਡੋਵਾਲ ਬਾਈਪਾਸ ਹੋ ਗਿਆ, ਫਿਰੋਜ਼ਪੁਰ ਰੋਡ ਹੋ ਗਿਆ, ਜਿਹੜੇ ਅੱਜ ਫਲਾਈਓਵਰ ਬਣਦੇ ਪਏ ਨਾ, ਜਿੰਨੇ ਵੀ ਸ਼ਹਿਰ ਦੇ ਵਿੱਚ ਜਿੰਨੇ ਵੀ ਫਲਾਈਓਵਰ ਬਣੇ ਹੋਏ ਆ, ਕਾਂਗਰਸ ਨੇ ਇੱਕ ਪੁਲ ਨਹੀਂ ਬਣਵਾਇਆ ਹੋਇਆ, ਇਹਨਾਂ ਨੇ ਤਾਂ ਚਲੋ ਕੀ ਬਣਾਉਣਾ ਕੀ ਹਜੇ 1.5 ਸਾਲ ਦੇ ਵਿੱਚ, ਇਹ ਸਾਰੇ ਅਕਾਲੀ ਦਲ ਦੀ ਦੇਣ ਆ ਵੀਰ ਮੇਰੇ ਆ। ਨੇਕ ਸਿੰਘ ਜੀ ਗੱਲ ਕੀਤੀ ਜਾਵੇ, ਮੈਂ ਆਪਾਂ ਪਿੱਛੇ ਜਾਵਾਂਗੇ, ਪੁਲ ਦੇ ਉੱਤੇ ਨੀਂਹ ਪੱਥਰ ਲੱਗਿਆ ਹੋਇਆ ਮਨੀਸ਼ ਤਿਵਾੜੀ ਹੋਰਾਂ ਦਾ 2009 ਦਾ, ਉਸ ਸਮੇਂ ਤੁਹਾਡੀ ਸਰਕਾਰ ਸੀ, 17 ਤੱਕ ਤੁਹਾਡੀ ਸਰਕਾਰ ਰਹੀ ਹੈ, 8 ਸਾਲ ਸਰਕਾਰ ਰਹੀ ਹੈ, ਫਿਰ ਬੁੱਢਾ ਨਾਲਾ ਜਿਉਂ ਦਾ ਤਿਉਂ ਕਿ ਪਿਆ ਵਾ, ਤੁਹਾਡੀ ਸਰਕਾਰਾਂ ਵੀ ਲੰਘ ਗਈਆਂ, ਇਹਨਾਂ ਦੀ ਸਰਕਾਰ ਵੀ ਲੰਘ ਗਈ, 1.25 ਸਾਲ ਉਹਨਾਂ ਨੂੰ ਵੀ ਹੋ ਵੀਰ ਮੇਰੇ ਆ। ਜਿਹੜੇ ਪ੍ਰੋਜੈਕਟ ਜਿਹੜੇ ਚੱਲਦੇ ਪਏ ਨਾ, ਇਹ ਸਾਡੀ ਸਰਕਾਰ ਦੇ ਟਾਈਮ ਤੇ ਚੱਲਦੇ ਪਏ ਆ। ਇਹ ਮਤਲਬ ਜਿਹੜਾ ਹੁਣ 650 ਕਰੋੜ ਦਾ ਰੌਲਾ ਪੈ ਰਿਹਾ ਵਾ, ਉਹ ਤੁਹਾਡੀ ਸਰਕਾਰ ਪਹਿਲੇ ਹੀ ਚੱਲਦੇ, ਪਹਿਲੀ ਸਰਕਾਰਾਂ ਦੇ ਟਾਈਮ ਤੇ ਚੱਲਦੇ ਪਏ। ਉਹ 650 ਕਰੋੜ ਕਿੱਥੋਂ ਇਹਨਾਂ ਦਾ ਪਾਸ ਹੋ ਗਿਆ, ਮੈਨੂੰ ਦੱਸੋ, ਕਿਹੜਾ ਮੋਦੀ ਜੀ ਨੇ ਪਾਸ ਕਰਤਾ, ਹੁਣ ਦੱਸੋ ਪਹਿਲਾਂ, ਦੱਸੋ ਮੈਨੂੰ, ਲਿਖਾਓ, ਕਹਿੰਦਾ ਭਾਬੀ ਪਹਿਲਾਂ ਦਿਖਾਓ ਕੋਈ ਪੇਪਰ ਵਰਕਰ ਹੈਗਾ ਤੁਹਾਡੇ ਕੋਲ ਵੀ ਹੁਣ ਪਾਸ ਹੋਇਆ ਹੈ। ਤੁਸੀਂ ਇਹ ਦਾਅਵਾ ਕਰਦੇ ਹੋ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਸ ਕੀਤਾ ਗਿਆ, ਪਹਿਲੀਆਂ ਸਰਕਾਰਾਂ ਹੋਇਆ, ਚਾਹੇ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਦੂਜੀ ਸਰਕਾਰਾਂ ਵੱਲੋਂ ਹੋਏ, ਪਹਿਲੇ ਹੋਏ ਵੇ ਪਾਸ, ਅੱਜ ਦੇ ਟਾਈਮ 'ਚ ਨਹੀਂ ਪਾਸ ਹੋਏ ਵੀਰ ਮੇਰੇ, ਇਹ ਸਾਰੇ ਪਹਿਲਾਂ ਹੋਏ ਵੇ ਆ। ਨੀਰਜ ਜੀ ਸਵਾਲ ਵੱਡਾ, ਪਹਿਲਾਂ ਬੁੱਢੇ ਨਾਲੇ ਤੇ ਆਵਾਂਗੇ, ਕਹਿੰਦੇ ਵੀ ਇਧਰੋਂ ਬੁੱਢੇ ਨਾਲੇ ਤੇ ਸਵਾਲ ਉੱਠ ਰਹੇ ਆ ਵੀ ਮਿੱਟੀ ਪਾਈ ਜਾ ਰਹੀ ਆ, ਬੁੱਢਾ ਨਾਲਾ ਚੌੜਾ ਸੀਗਾ ਉਹਨੂੰ ਘਟਾਇਆ ਜਾ ਰਹੀ, ਚੜਾਈ ਘਟਾਈ ਜਾ ਰਹੀ ਆ, ਉਹ ਤਾਂ ਕਹਿੰਦੇ ਗਾਰਬੇਜ ਜਿਹੜੀ ਉੱਥੇ ਸੁੱਟੀ ਜਾ ਰਹੀ ਆ, ਹਰੇ ਬਾਰਿਸ਼ਾਂ ਆਈਆਂ ਨੇ, ਜਦੋਂ ਆਉਣਗੇ ਕਹਿੰਦੇ ਹਾਲਾਤ ਬਹੁਤ ਜ਼ਿਆਦਾ ਬੱਤਰ ਹੋਣਗੇ, ਕੀ ਕਹਿਣਾ ਤੁਹਾਡਾ? ਤੁਸੀਂ ਜਿਹੜੀ ਮਨੀਸ਼ ਤਿਵਾੜੀ ਜੀ ਵਾਲੇ ਉਹਦੀ ਗੱਲ ਕੀਤੀ ਹੈ ਨੀਂਹ ਪੱਥਰ ਦੀ, ਉਹਦੇ 'ਚ ਸਾਡੇ ਇੱਕ ਸੈਂਟਰ ਦੇ ਮਿਨਿਸਟਰ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਉਹ ਦੋਵੇਂ ਆਪ ਗੱਡੀ ਲੈ ਕੇ ਆਏ ਸੀ ਤੇ ਬੜੀ ਲੰਬੀਆਂ ਚੌੜੀਆਂ ਗੱਲਾਂ, ਅਸੀਂ ਸਵਰਗ ਬਣਾ ਦਾਂਗੇ, ਇੱਥੇ ਇਹ ਕਰ ਦਾਂਗੇ, ਉਹ ਕਰ ਦਾਂਗੇ, ਇਹਦੇ 'ਚ ਮੱਛੀ ਪਾਈ ਜੀ 600-700 ਕਰੋੜ ਦੀ, ਉਹ ਕਿੱਧਰ ਗਈ ਮੱਛੀ? ਮੈਂ ਦੋਵਾਂ ਪਾਰਟੀਆਂ ਤੋਂ ਪੁੱਛਦਾ। ਬੀਜੇਪੀ ਦੀ ਗਵਰਨਮੈਂਟ ਸੀ, ਬੀਜੇਪੀ ਅਕਾਲੀ ਦਲ ਦੀ, ਤੇ ਕਾਂਗਰਸ ਸੈਂਟਰ ਦੇ ਵਿੱਚ ਸੀ, ਉਹ ਕਿੱਧਰ ਗਈ? ਇਹ ਪਾਰਟੀਆਂ ਸੁੱਤੀਆਂ ਰਹੀਆਂ। 200 ਟਿੱਪਰ ਗਾਰ ਦਾ ਕੱਢਿਆ ਉਹਦੇ ਚੋਂ, ਦੇਖੋ ਨਾਲਾ 'ਚ ਕਿੰਨਾ ਨੀਵਾ ਜਾ ਰਿਹਾ, ਅੱਜ ਕਿੰਨਾ ਮੀਂਹ ਪੈ ਰਿਹਾ, 2-3 ਦਿਨ ਤੋਂ ਨਾਲਾ ਉੱਪਰ ਆਇਆ। ਅਸੀਂ ਇਸ ਇਲਾਕੇ ਦੇ ਜੰਪਲ ਆ, ਇੱਥੇ ਦੇ ਜੰਪਲ ਆ, ਜਿੰਨੀ ਡਿਵੈਲਪਮੈਂਟ ਹੁਣ ਪਿਛਲੇ 1.5 ਸਾਲ 'ਚ ਹੋਈ ਹੈ, ਮਹਾਰਾਜ ਦਾ ਹਾਜ਼ਰ ਨਾਜ਼ਰ ਰੱਖ ਕੇ ਕਹਿ ਦੇਣ ਵੀ ਇਹ ਪਿੱਛੇ ਹੋਈ ਹੈ ਕਿ ਹੁਣ ਹੋਈ ਹੈ। ਮੇਰੀ ਭੈਣ ਨੇ ਵੀ ਮੰਨਿਆ, ਮੇਰੇ ਵੱਡੇ ਭਾਈਆਂ ਨੇ ਵੀ ਮੰਨਿਆ ਕਿ ਬੱਗਾ ਜੀ ਤੋਂ ਉੱਪਰ ਡਿਵੈਲਪਮੈਂਟ ਕੋਈ ਨਹੀਂ ਕਰਾ ਸਕਦਾ। ਨਹੀਂ, ਜੋ ਕਹਿੰਦੇ ਪ੍ਰੋਜੈਕਟ ਦਾ ਸੈਂਟਰ ਸਰਕਾਰ ਦਾ ਹੈਗਾ, ਸੈਂਟਰ ਸਰਕਾਰ ਵੱਲੋਂ ਪ੍ਰੋਜੈਕਟ ਆ, ਪਰ ਇਹ ਚੱਲਿਆ ਕਿਉਂ ਨਹੀਂ? ਜੇ ਸੈਂਟਰ, ਮੈਂ ਤੁਹਾਨੂੰ 2009 ਦੀ ਗੱਲ ਕਰ ਰਿਹਾ, ਅੱਜ ਤੋਂ 15 ਸਾਲ ਪਹਿਲੇ ਦੀ, ਜਿਹੜਾ ਨਿਆਣਾ ਉਦੋਂ 10 ਸਾਲ ਦਾ ਸੀ, ਅੱਜ ਉਹ 25 ਸਾਲ ਦਾ ਹੋ ਗਿਆ ਵਿਆਹਨ ਜੋਗਾ, ਤੇ ਇਹ ਨਾਲਾ ਉੱਥੇ ਦਾ ਉੱਥੇ ਹੀ। ਇਹ ਸਾਡੇ ਮਾਨ ਸਾਹਿਬ ਦੀ ਦੇਣ ਹੈ। ਮਾਨ ਸਾਹਿਬ ਨੇ ਇਮਾਨਦਾਰੀ ਦੇ ਨਾਲ, ਕਿਉਂਕਿ ਇਸ ਬੁੱਢੇ ਨਾਲੇ ਦੇ ਵਿੱਚ ਤੁਸੀਂ ਇਹਦਾ ਰਿਕਾਰਡ ਕਰਾ ਲਓ, ਘੱਟੋ ਘੱਟ 4 ਤੋਂ 5 ਹਜ਼ਾਰ ਕਰੋੜ ਰੁਪਈਆ ਇਹ ਖਾ ਗਿਆ, ਪਰ ਢਾਕ ਕੇ 3 ਪਾਤ, ਕੁਝ ਵੀ ਨਹੀਂ ਹੋਇਆ, ਕੁਝ ਵੀ ਨਹੀਂ ਹੋਇਆ। ਦੇਖੋ ਅਸੀਂ ਸਾਰੇ ਸ਼ਹਿਰ ਵਾਸੀ ਹਾਂ, ਇਹ ਕੈਂਸਰ ਦਾ ਘਰ ਹੈ, ਕੈਂਸਰ ਮੈਨੂੰ ਵੀ ਹੋਣਾ, ਕੈਂਸਰ ਇਹਨਾਂ ਨੂੰ ਵੀ ਹੋਣਾ, ਕੈਂਸਰ ਇਹਨਾਂ ਨੂੰ ਵੀ ਹੋਣਾ, ਛੱਡ ਦਿਓ ਪਾਰਟੀਆਂ ਨੂੰ। ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਹੈ ਉਹ ਆਮ ਆਦਮੀ ਪਾਰਟੀ ਕਰਾ ਰਹੀ ਹੈ, ਕਿਉਂਕਿ ਉਹਦਾ ਇੱਕ ਨਿਸ਼ਚਾ ਹੈ ਕਿ ਮੈਂ ਡਿਵੈਲਪਮੈਂਟ ਕਰਨੀ। ਭਾਈ ਸਾਹਿਬ ਹੋਰਾਂ ਨੇ ਗੱਲ ਕੀਤੀ ਜੀ, ਪਾਰਟੀਆਂ ਨੇ ਰੋਡ ਬਣਾਏ, ਰੋਡ ਬਣਾ ਕੇ ਆਪਾਂ ਕੀ ਕੀਤਾ? ਟੋਲ ਲਾਤਾ, ਰੋਡ ਬਣਾ ਕੇ ਟੋਲ ਲਾਤਾ। ਮੈਨੂੰ ਇੱਕ ਬੰਦਾ ਦੱਸੋ ਹਿੰਦੁਸਤਾਨ ਦੇ ਵਿੱਚ, ਇੱਕ ਪੋਲੀਟੀਸ਼ੀਅਨ ਦੱਸੋ ਜਿਹਨੇ ਟੋਲ ਚੁਕਾਇਆ ਹੋਵੇ ਸਵਾਏ ਭਗਵੰਤ ਮਾਨ ਤੋਂ? ਡੇਲੋ ਵਾਲਾ ਟੋਲ ਚੁਕਾਇਆ, ਧੂਰੀ ਵਾਲਾ ਟੋਲ ਚੁਕਾਇਆ, ਦੱਸੋ ਜੀ। ਮਿਆਦ ਖਤਮ ਹੋ ਗਈ ਸੀਗੀ, ਤੇ ਇੱਕ ਟੋਲ ਅਜਿਹਾ ਵੀ ਹੈ ਜਿਹੜੀ ਹੁਣ ਵੀ ਮਿਆਦ ਖਤਮ ਹੋਈ ਆ, ਉਹ ਚੱਲਦਾ ਪਿਆ, ਮੇਰੇ ਦਿਮਾਗ 'ਚ ਨਹੀਂ ਆ ਰਿਹਾ ਕੋਈ ਟੋਲ ਹਾਲੇ ਵੀ ਚੱਲ ਰਿਹਾ। ਤੁਹਾਨੂੰ ਮੈਂ ਦੱਸਦਾ ਜੀ, ਤੁਹਾਨੂੰ ਮੈਂ ਦੱਸਦਾ, ਇਹ ਸਰਕਾਰਾਂ ਦੇ ਜਿਹੜੇ ਕੰਮ ਨੇ ਉਹ ਹਟ ਗਏ ਨੇ।
ਇਹ ਸਰਕਾਰਾਂ ਦੇ ਕੰਮ ਇੰਨਾ ਇਹ ਨਹੀਂ ਵੀ ਆਪਣੀਆਂ ਰਿਸ਼ਤੇਦਾਰੀਆਂ ਆਪਣੇ ਬੰਦੇ ਤੂੰ ਗਿਆ ਮੈਂ ਆ ਗਿਆ ਮੈਂ ਗਿਆ ਤੂੰ ਆ ਗਿਆ, ਉਹ ਕੰਮ ਨਹੀਂ ਹੈ। ਇਹ ਸਰਕਾਰ ਕੁਝ ਹਟ ਕੇ ਹੈ। 1.25 ਸਾਲ ਦਾ ਟਾਈਮ ਛੋਟਾ ਟਾਈਮ ਹੈ। ਅਸੀਂ 5 ਸਾਲ ਬਾਅਦ ਦੱਸਾਂਗੇ ਇਹਨਾਂ ਨੂੰ ਕਿ ਕੀ ਹੋ ਰਿਹਾ। ਅੱਜ ਤਾਂ ਪਤਾ ਲੱਗ ਹੀ ਰਿਹਾ, ਅੱਜ ਤਾਂ ਪਤਾ ਲੱਗ ਹੀ ਰਿਹਾ। ਤੁਸੀਂ ਸੜਕਾਂ ਦੇਖ ਲਓ, ਤੁਸੀਂ ਸੀਵਰੇਜ ਦੇਖ ਲਓ, ਤੁਸੀਂ ਪਾਣੀ ਦੇਖ ਲਓ, ਤੁਸੀਂ ਬੱਤੀ ਦੇਖ ਲਓ। 300 ਯੂਨਿਟ ਬੱਤੀ ਫ੍ਰੀ ਹੈ ਜੀ ਹਰ ਆਦਮੀ ਨੂੰ। ਦੱਸੋ ਮੈਨੂੰ ਕਿਹਦਾ ਬਿੱਲ ਆਇਆ? 600 ਯੂਨਿਟ ਕਿਹਦਾ ਬਿੱਲ ਆਇਆ? ਇੱਕ ਬੰਦਾ ਹੱਥ ਖੜਾ ਕਰਕੇ ਆਖੇ ਮੇਰਾ ਬਿੱਲ ਆਇਆ। ਕਣਕ ਵਾਲੇ ਨੂੰ ਕਣਕ ਮਿਲ ਰਹੀ ਹੈ, ਟ੍ਰੀਟਮੈਂਟ MBBS ਡਾਕਟਰ ਤੋਂ ਮਿਲ ਰਿਹਾ। ਜੇ ਡਿਸਪੈਂਸਰੀਆਂ ਸੀਗੀਆਂ ਤਾਂ ਉਹਦੇ ਡਾਕਟਰ ਨਹੀਂ ਸੀਗਾ। ਮਹੱਲਾ ਕਲੀਨਿਕ ਬਣੇ, ਆ ਮਹੱਲਾ ਕਲੀਨਿਕ ਬਣਿਆ, ਇੱਥੇ ਕੋਈ ਇਹਨਾਂ ਡਿਸਪੈਂਸਰੀ ਸੀਗੀ। ਜਿਹੜਾ ਕੰਮ ਹੋ ਰਿਹਾ ਉਹਨੂੰ ਐਪਰੀਸ਼ੀਏਟ ਕਰੀਏ ਕਿ ਇਹ ਲੋਕਾਂ ਦੇ ਹਿੱਤ ਵਿੱਚ ਹੋ ਰਿਹਾ, ਨਾ ਕਿ ਲੋਕਾਂ ਤੋਂ ਐਂਟੀ ਹੋ ਰਿਹਾ। ਜੀ ਆ ਪੁਲੀ ਦੀ ਗੱਲ ਕਰਾਂਗੇ। ਮੈਨੂੰ ਪਤਾ ਇਲੈਕਸ਼ਨਾਂ ਤੋਂ ਜਸਟ ਪਹਿਲਾਂ ਉੱਥੇ ਡਿਬੇਟ ਕਰਾਈ ਸੀ, ਪੁਲੀ ਦੇ ਬਿਲਕੁਲ ਉੱਤੇ ਕਰਾਈ ਸੀਗੀ। ਉਦੋਂ ਤੁਹਾਡੀ ਪਾਰਟੀ ਵੱਲੋਂ, ਸਾਰੀਆਂ ਪਾਰਟੀਆਂ ਵੱਲੋਂ ਦਾਅਵਾ ਕੀਤਾ ਗਿਆ ਸੀ ਵੀ ਸਾਡੀ ਸਰਕਾਰ ਆਊਗੀ ਤਾਂ ਅਸੀਂ ਪਹਿਲ ਦੇ ਆਧਾਰ ਤੇ ਪੁਲੀ ਦਾ ਕੰਮ ਕਰਾਂਗੇ। ਅੱਜ 1.25 ਸਾਲ ਹੋ ਗਿਆ। ਨੇਕ ਸਿੰਘ ਜੀ ਹੋਰਾਂ ਨੇ ਵੀ ਸਵਾਲ ਚੁੱਕਿਆ ਵਾ, ਪੁਲੀ ਦਾ ਪ੍ਰੋਜੈਕਟ ਕਿੱਥੇ ਤੱਕ ਪਹੁੰਚਿਆ ਹੋਇਆ? ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਜੀ ਕਿ ਬੱਗਾ ਜੀ ਨੇ ਅੱਜ ਤੋਂ 10 ਦਿਨ ਪਹਿਲੇ ਸਾਡੇ ਸਲੇਮ ਟਾਪਰੀ ਦੇ ਵਿੱਚ ਜਲਸਾ ਸੀ, ਪਬਲਿਕਲੀ ਅਨਾਉਂਸ ਕੀਤਾ ਪਬਲਿਕਲੀ ਕਿ ਇਹ ਪੁੱਲ ਦਾ 8 ਕਰੋੜ ਰੁਪਏ ਦਾ ਤਕਰੀਬਨ ਪ੍ਰੋਜੈਕਟ, ਇਹਦੇ ਬਾਰੇ ਜੋ ਟੈਕਨੀਕਲ ਹੈ ਜ਼ਿਆਦਾ MLA ਸਾਹਿਬ ਦੱਸਣਗੇ। 8 ਕਰੋੜ ਦਾ ਪ੍ਰੋਜੈਕਟ ਪਾਸ ਹੋ ਗਿਆ। ਬਰਸਾਤਾਂ ਆ ਗਈਆਂ, ਜੇ ਹੁਣੇ ਬਰਸਾਤਾਂ 'ਚ ਪੁੱਲ ਟੁੱਟਦਾ ਤੇ ਨਾਲਾ ਬੰਦ ਹੋ ਜਾਣਾ। 2-3 ਮਹੀਨੇ ਬਾਅਦ ਇਹਦਾ ਕੰਮ ਸ਼ੁਰੂ ਹੋ ਜਾਊਗਾ ਔਰ ਤਕਰੀਬਨ 6 ਮਹੀਨਿਆਂ ਦੇ ਵਿੱਚ ਸਾਡੇ ਇਲਾਕੇ ਨੂੰ ਬਹੁਤ ਵੱਡੀ ਸੁਗਾਤ ਪੁੱਲ ਦੀ ਮਿਲ ਜਾਏਗੀ। ਬੇਸ਼ੱਕ ਆਨਲਾਈਨ ਟੈਂਡਰ ਚੈੱਕ ਕਰ ਲੈਣ, ਇਹਦਾ ਟੈਂਡਰ ਹੋ ਗਿਆ ਜੀ। ਟੈਂਡਰ ਹਾਂਜੀ ਮਨੀਸ਼ਾ ਕਪੂਰ ਜੀ, ਡਿਵੈਲਪਮੈਂਟ ਕਹਿੰਦੇ ਬਹੁਤ ਕੀਤੀ ਆ। ਅਸੀਂ ਮੁਹੱਲਾ ਕਲੀਨਿਕ ਦੀ ਗੱਲ ਕਰਦੇ ਨੇ, ਫ੍ਰੀ ਬਿਜਲੀ ਦੀ ਗੱਲ ਕਰਦੇ ਨੇ, ਤੁਹਾਡਾ ਕੀ ਕਹਿਣਾ ਜੀ? ਸਰ ਮੈਂ ਤਾਂ ਇਹ ਗੱਲ ਕਹਾਂਗੀ ਕਿ ਜਿਹੜੀ ਫ੍ਰੀ ਬਿਜਲੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਬਿਜਲੀ ਦੇਖੋ ਸਰ ਸਵੇਰ ਤੋਂ ਸ਼ਾਮ ਤੱਕ ਕਿੰਨੀ ਕੁ ਵਾਰ ਆ ਰਹੀ ਹੈ, ਆਂਦੀ ਹੈ ਬਿਜਲੀ ਚਲੇ ਜਾਂਦੀ ਹੈ, ਆਂਦੀ ਹੈ ਬਿਜਲੀ ਚਲੇ ਜਾਂਦੀ ਹੈ। ਦੂਸਰੀ ਗੱਲ ਫੈਸਿਲਿਟੀ ਦੇ ਰਹੇ ਆ, ਮੋਬਾਈਲ ਟਰਾਂਸਫਾਰਮਰ ਦੀ ਫੈਸਿਲਿਟੀ ਦੇ ਰਹੇ ਆ ਵੀ ਕਿਤੇ ਖਰਾਬ ਹੁੰਦਾ ਤਾਂ ਫੋਨ ਕਰੋ ਤੇ ਤੁਹਾਡੇ ਘਰੇ ਟਰਾਂਸਫਾਰਮ ਆ ਜਾਏਗਾ ਗਲੀ ਦੇ ਵਿੱਚ। ਸਰ ਉਹ ਤਾਂ ਬਿਲਕੁਲ ਦੇਖੋ, ਜੇ ਕਹਿ ਰਹੇ ਆ ਤਾਂ ਚੰਗੀ ਗੱਲ ਹੈ, ਜਨਤਾ ਦੇ ਲਈ ਕਰ ਰਹੇ ਆ। ਮੈਂ ਤਾਂ ਕਹਿ ਰਹੀ ਹਾਂ ਕਿ ਜਿਹੜਾ ਬੰਦਾ ਚੁਣਿਆ ਜਾਂਦਾ ਨਾ ਉਹ ਇੱਕ ਪਾਰਟੀ ਦਾ ਨਹੀਂ ਰਹਿ ਜਾਂਦਾ, ਉਹ ਜਨਤਾ ਦਾ ਨੁਮਾਇੰਦਾ ਹੋ ਜਾਂਦਾ। ਸੋ ਜਨਤਾ ਜਿਹਦੇ ਤੇ ਸੋਚਦੀ ਹੈ ਕਿ ਹਾਂ ਬਿਲਕੁਲ ਕਰਨਾ ਚਾਹੀਦਾ। ਬਾਕੀ ਦੂਸਰੀ ਗੱਲ ਕਹਾਂ ਕਿ ਇਹਨਾਂ ਨੇ ਗੱਲ ਕੀਤੀ ਟੋਲ ਟੈਕਸ ਵਗੈਰਾ ਦੀ, ਉਹਦੀ ਜਿਹੜੀ ਮਿਆਦ ਸੀਗੀ, ਉਹਦਾ ਟੈਨਿਓਰ ਹੁੰਦਾ, ਹਰ ਚੀਜ਼ ਦਾ ਇੱਕ ਟੈਨਿਓਰ ਹੁੰਦਾ, ਉਹਦੀ ਟੈਨਿਓਰ ਖਤਮ ਹੋ ਗਿਆ ਸੀ। ਸੋ ਬਾਕੀ ਕਹਿੰਦੇ ਨਾ ਜਿਹੜਾ ਫਾਇਦਾ ਲੈਣਾ ਚਾਹੁੰਦਾ ਹੈ ਕਹਿੰਦੇ ਉਸ ਜਗ੍ਹਾ ਦਾ ਫਾਇਦਾ ਲੈ ਲੈਂਦਾ। ਤੀਸਰੀ ਗੱਲ ਕਰਾਂ ਕਿ ਸਰ ਕਹਿ ਰਹੇ ਸੀਗੇ ਕਿ ਸਾਡੇ ਸਮਾਰਟ ਸਿਟੀ ਦਾ ਜਿਹੜਾ ਪ੍ਰੋਜੈਕਟ ਹੈਗਾ ਉਹ ਸਾਡੇ ਸੈਂਟਰ ਸਰਕਾਰ ਦੀ। ਮੈਨੂੰ ਇੱਕ ਗੱਲ ਮੈਂ ਪੁੱਛਣਾ ਚਾਹਾਂਗੀ, ਸੈਂਟਰ ਸਟੇਟ ਆਪਸ 'ਚ ਕੋਆਰਡੀਨੇਸ਼ਨ ਚੱਲੇਗੀ ਤਾਂ ਹੀ ਜਨਤਾ ਦਾ ਫਾਇਦਾ ਹੋਏਗਾ। ਜੇ ਸੈਂਟਰ ਨੇ ਦਿੱਤਾ ਤੇ ਉਹਨਾਂ ਨੇ ਕੋਈ ਕਿਸੇ ਦਾ ਆਪਣਾ ਉਹ ਨਹੀਂ ਕੀਤਾ, ਸਟੇਟ ਨੇ ਸੈਂਟਰ ਤੋਂ ਲਿੱਤਾ। ਉਹ ਸਾਡਾ ਜਿਹੜਾ ਪ੍ਰੋਜੈਕਟ ਹੈ ਸਮਾਰਟ ਸਿਟੀ ਦਾ ਪ੍ਰੋਜੈਕਟ ਹੈ ਉਹ, ਤੇ ਜੇਕਰ ਰਵਨੀਤ ਸਿੰਘ ਬਿੱਟੂ ਜੀ ਗੱਲ ਕਹਿ ਰਹੇ ਨੇ ਤੇ ਉਹਨਾਂ ਦਾ ਪੂਰਾ ਯੋਗਦਾਨ ਹੈ ਉਹਨਾਂ ਦੇ ਵਿੱਚ, ਇਹ ਤਾਂ ਤੁਹਾਨੂੰ ਵੀ ਪਤਾ ਹੈ। ਸੋ ਮੈਂ ਇਸ ਚੀਜ਼ ਨੂੰ ਮੈਂ ਗੱਲ ਕਹਿ ਰਹੀ ਹਾਂ ਕਿ ਜਨਤਾ ਦਾ ਪ੍ਰੋਜੈਕਟ ਹੈ, ਨਾ ਇਹ ਆਮ ਆਦਮੀ ਦਾ ਪ੍ਰੋਜੈਕਟ ਹੈ, ਨਾ ਇਹ ਕਿਸੇ ਪਾਰਟਿਕੂਲਰ ਪਾਰਟੀ ਦਾ, ਨਾ ਇਹ BJP ਦਾ ਪ੍ਰੋਜੈਕਟ ਹੈ, ਨਾ ਇਹ ਕਾਂਗਰਸ ਦਾ, ਨਾ ਹੀ ਉਹਦਾ। ਮੈਂ ਗੱਲ ਕਹਿ ਰਹੀ ਹਾਂ ਕਿ ਸਮਾਰਟ ਸਿਟੀ ਦਾ ਅਗਰ ਪ੍ਰੋਜੈਕਟ ਹੈ ਤੇ ਸਾਂਝਾ ਹੈ। ਸੋ ਅਗਰ ਇਸ ਚੀਜ਼ ਦੀ ਗੱਲ ਕੀਤੀ ਜਾਵੇ, ਬਾਕੀ ਟੋਲ ਟੈਕਸ ਦੀ ਮੈਂ ਦੱਸੀ ਹੈ ਕਿ ਉਹਦੇ ਤਾਂ ਮਿਆਦ ਹੀ ਖਤਮ ਹੋ ਗਈ ਸੀ ਤੇ ਉਸਦੇ ਉੱਤੇ ਮੈਂ ਵੀ ਆ ਕੇ ਢੋਲ ਵਜਾ ਦਾਂ ਤੇ ਉਹ ਤਾਂ ਗਲਤ ਹੈ ਜੀ। ਬੱਲੀ ਸਾਹਿਬ ਸੈਂਟਰ ਪ੍ਰੋਜੈਕਟ ਦੀ ਤੁਸੀਂ ਗੱਲ ਕੀਤੀ ਤਾਂ ਉਹ ਪਹਿਲਾਂ ਵੀ ਗੱਲ ਕਰਦੇ ਵੀ 2009 ਦਾ ਮੈਂ ਵੀ ਜ਼ਿਕਰ ਕੀਤਾ, ਨੀਂਹ ਪੱਥਰ ਲੱਗਿਆ ਹੋਇਆ। ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਵੀ ਆਏ ਸੀ, ਸੈਂਟਰ ਦੇ ਸਰਕਾਰ ਕਾਂਗਰਸ ਪਾਰਟੀ ਦੀ ਸੀ, ਸਰਦਾਰ ਸਾਹਿਬ ਵੀ ਉਸ ਚੀਜ਼ ਦੀ ਹਾਮੀ ਭਰਦੇ ਆ। ਫਿਰ ਇੰਨਾ ਲੰਬਾ ਸਮਾਂ ਕਿਉਂ ਚੱਲ ਪਿਆ? ਹੁਣ ਉਹ ਕਹਿੰਦੇ ਹੁਣ ਕੰਮ ਚੱਲਿਆ ਵਾ, ਉਦਘਾਟਨ ਤਾਂ ਬਹੁਤ ਹੋਏ ਨੇ। ਦੇਖੋ ਜਿਹੜਾ ਸਮਾਰਟ ਸਿਟੀ ਦਾ ਪ੍ਰੋਜੈਕਟ ਆ ਉਹ ਦੇਣ ਮੋਦੀ ਜੀ ਦੀ ਹੈ, ਕਿਉਂਕਿ ਜਿੱਦਾਂ ਇਹਨਾਂ ਨੇ ਗੱਲ ਕੀਤੀ ਵੀ MP ਰਵਨੀਤ ਬਿੱਟੂ ਜੀ ਨੇ, ਕਿਉਂਕਿ MP ਸੀਗੇ ਰਵਨੀਤ ਬਿੱਟੂ ਜੀ, ਉਹਨਾਂ ਦਾ ਫਰਜ਼ ਬਣਦਾ ਸੀ ਲੁਧਿਆਣੇ ਪ੍ਰਤੀ। ਪਰ ਉਦੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਮੋਦੀ ਜੀ ਨੇ ਸਮਾਰਟ ਸਿਟੀ ਦਾ ਜਿਹੜਾ ਪ੍ਰੋਜੈਕਟ ਉਹ ਲੁਧਿਆਣੇ ਸ਼ਹਿਰ ਨੂੰ ਦਿੱਤਾ। ਔਰ ਤੁਸੀਂ ਇਹ ਦੇਖੋਗੇ ਪੰਜਾਬ ਸਰਕਾਰ ਦਾ ਜਿਹੜਾ ਸ਼ੇਅਰ ਉਹ 40% ਆ, ਸੈਂਟਰ ਗਵਰਨਮੈਂਟ ਦਾ 60 ਆ। ਔਰ ਫਿਰ ਦੇਣ ਵਾਲਾ ਕੌਣ ਹੋਇਆ? ਸੈਂਟਰ ਹੋਇਆ। ਔਰ ਇਹਨਾਂ ਦੇ ਸਹਿਯੋਗ ਨਾਲ, ਕਿਉਂਕਿ ਜਿੱਥੇ ਵੀ ਜਿਹਦੀ ਸਰਕਾਰ ਆ ਉਹਦੇ ਸਹਿਯੋਗ ਦੇ ਨਾਲ ਚੱਲਣਾ। ਔਰ ਮੈਂ ਸਮਝਦਾ ਵੀ ਜਿਹੜਾ ਇਹ ਪ੍ਰੋਜੈਕਟ ਆ, ਕਿਉਂਕਿ ਕੈਂਸਰ ਦਾ ਘਰ ਆ, ਇਹਦੇ ਤੇ ਜਿੰਨਾ ਕੰਮ ਹੋਣਾ ਚਾਹੀਦਾ ਉਹਨਾਂ ਸਰਕਾਰਾਂ ਨਹੀਂ ਕਰ ਰਹੀਆਂ। ਔਰ ਇਸ ਵਾਸਤੇ ਹੀ ਜਿਵੇਂ ਇਹਨਾਂ ਨੇ ਦੱਸਿਆ ਕਿ ਡਿਵੈਲਪਮੈਂਟ ਦੇ ਜਿਹੜੇ ਕੰਮ ਆ, ਟੋਲ ਪਲਾਜ਼ੇ ਦੀ ਗੱਲ ਕੀਤੀ, ਟੋਲ ਪਲਾਜ਼ੇ ਤੇ ਆਪਣੀ ਮਿਆਦ ਤੋਂ ਬਾਅਦ ਆ। ਹੁਣ ਲੋਡੂਵਾਲ ਵਾਲਾ ਟੋਲ ਪਲਾਜ਼ਾ ਬੰਦ ਕਰ ਦੇਣ ਤਾਂ ਹੀ ਲੋਕਾਂ ਨੂੰ ਸਹੂਲਤ ਆ ਵੀ ਜੇ ਲੋਡੂਵਾਲ ਵਾਲਾ ਟੋਲ ਪਲਾਜ਼ਾ ਬੰਦ ਹੋ ਜੇ। ਪੁਲ ਦੀ ਗੱਲ ਕਰੀਏ, ਚਾਂਸਲੇਮੇ ਵਾਲਾ ਪੁਲ ਜਿਹੜਾ ਇਹਨਾਂ ਨੇ ਦੱਸਿਆ ਵੀ ਪੁਲ, ਉਦੋਂ ਬਾਅਦ ਡਿਸਪੈਂਸਰੀਆਂ ਦੀ ਗੱਲ ਕੀਤੀ। ਸਰਕਾਰੀ ਜਿਹੜੇ ਸਾਡੇ ਹਸਪੀਟਲ ਆ ਉਹ ਤਾਂ ਦਵਾਈਆਂ ਤੋਂ ਮੁਹਤਾਜ ਆ। ਅਸੀਂ ਉਹਨਾਂ ਦੇ ਵਿੱਚ ਉਹਨਾਂ ਨੂੰ ਹੋਰ ਵੱਧ ਡਾਕਟਰ ਦੇ ਕੇ, ਉਹਨਾਂ ਨੂੰ ਦਵਾਈਆਂ ਉਹਨਾਂ ਦੇ ਵਿੱਚ ਵੱਧ ਦੇ ਕੇ ਤੇ ਉਹੀ ਅਸੀਂ ਲੋਕਾਂ ਨੂੰ ਸਹੂਲਤ ਦੇ ਦਿੰਦੇ ਤਾਂ ਵਧੀਆ ਨਹੀਂ ਸੀ। ਅੱਜ ਤੁਸੀਂ ਆਪਣੇ ਉਹਦੇ ਤੇ ਬੋਰਡ ਲਾ ਕੇ ਆਮ ਆਦਮੀ ਪਾਰਟੀ ਕਲੀਨਿਕ, ਕੋਈ ਡਿਸਪੈਂਸਰੀ ਚੱਲ ਰਹੀ ਹੈ ਤੇ ਉਹਦੇ ਉੱਤੇ ਆਮ ਆਦਮੀ ਕਲੀਨਿਕ ਦਾ ਬੋਰਡ ਲਾ ਕੇ
ਲੋਕਾਂ ਨੂੰ ਤੁਸੀਂ ਜਾ ਕੇ ਦੇਖੋ ਨਾ ਕਿੰਨੀ ਕੁ ਦਵਾਈ ਉਹਨਾਂ ਨੂੰ ਮਿਲ ਰਹੀ, ਕਿੰਨੇ ਕੁ ਉੱਥੇ ਡਾਕਟਰ ਬੈਠੇ ਆ, ਔਰ ਜਾ ਕੇ ਦੇਖੋ ਵੀ ਕਿੰਨੀ ਕੁ ਸਹੂਲਤ ਮਿਲ ਰਹੀ ਆ। ਅੱਜ ਸਿਵਲ ਹਸਪਤਾਲ ਦੇ ਵਿੱਚ ਚਲ ਜਾਓ, ਜੇ ਉਹਨਾਂ ਦਾ ਮਿਆਰ ਉੱਚਾ ਹੋਏਗਾ ਤੇ ਕਲੀਨਿਕ ਆਮ ਆਦਮੀ ਪਾਰਟੀ ਕਲੀਨਿਕ ਹੋਣੇ ਚਾਹੀਦੇ, ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਇਹ ਵਧੀਆ ਗੱਲ ਆ। ਸੜਕਾਂ ਬਣਨੀਆਂ ਚਾਹੀਦੀਆਂ ਕਿਉਂਕਿ ਲੋਕਾਂ ਨੇ ਵੋਟਾਂ ਪਾਈਆਂ ਸੜਕਾਂ, ਔਰ ਲੋਕਾਂ ਨੂੰ ਸਿਹਤ ਦੀਆਂ ਸੁਵਿਧਾਵਾਂ ਵੀ ਮਿਲਣੀਆਂ ਚਾਹੀਦੀਆਂ। ਪਰ ਅਸੀਂ ਨਿਰਾ ਇਹ ਨਹੀਂਗਾ ਵੀ ਆਪਣੀ ਲੀਡਰੀ ਔਰ ਫੋਟੋਆਂ ਦੇ ਚੱਕਰ ਦੇ ਵਿੱਚ ਜਨਤਾ ਦਾ ਨੁਕਸਾਨ ਕਰੀਏ, ਇਹ ਮੈਂ ਸਮਝਦਾ ਵੀ ਬਹੁਤ ਮਾੜੀ ਗੱਲ ਆ। ਜੀ ਨੇਕ ਸਿੰਘ ਜੀ, ਬੁੱਢੇ ਨਾਲੇ ਤੁਸੀਂ ਗੱਲ ਕੀਤੀ ਸੀ ਤਾਂ ਕਹਿੰਦੇ ਵੀ ਪੂਰਾ ਸਫਾਈ ਹੁਣ ਹੋ ਰਹੀ ਆ, ਭਾਵੇਂ ਤੁਹਾਡੀ ਸਰਕਾਰ ਵੇਲੇ ਨੀਂਹ ਪੱਥਰ ਰੱਖੇ ਗਏ, ਇਹਨਾਂ ਦੀ ਸਰਕਾਰ ਵੇਲੇ ਰੱਖੇ ਗਏ, ਕੰਮ ਜਿਹੜਾ ਹੁਣ ਸ਼ੁਰੂ ਹੋਇਆ, ਪੈਸੇ ਜਿੱਥੋਂ ਮਰਜ਼ੀ ਆ, ਭਾਵੇਂ ਸੈਂਟਰ ਸਰਕਾਰ ਨੇ ਦਿੱਤੇ ਆ, ਪੰਜਾਬ ਸਰਕਾਰ ਦੇ ਵਿੱਚ ਸ਼ੇਅਰ ਪੈਂਦਾ। ਇਹ ਬਾਈ ਜੀ ਜਿਹੜਾ ਹੈਗਾ ਨਾ ਸਫਾਈ ਦੀ ਗੱਲ ਕਰਦੇ ਆਪਾਂ, ਸਫਾਈ ਤਾਂ ਕਾਰਪੋਰੇਸ਼ਨ ਦਾ ਕੰਮ ਹੈਗਾ ਜੀ, ਹੁਣ ਤਾਂ ਕਰਾਉਣੀ ਆ। ਬਰਸਾਤਾਂ ਆ ਜਾਣੀ, ਜੇ ਬਰਸਾਤ ਦੇ ਵਿੱਚ ਸਫਾਈ ਨਹੀਂ ਹੋਊਗੀ ਤਾਂ ਪਾਣੀ ਤੋਂ ਉੱਪਰ ਬਾਹਰ ਗਿਆ ਮੁਹੱਲਿਆਂ 'ਚ ਆ ਜਾਣਾ ਜੀ। ਇਹ ਤਾਂ ਸਫਾਈ ਕਾਰਪੋਰੇਸ਼ਨ ਦਾ ਕੰਮ ਆ, ਇਹ ਐਮਐਲਏ ਦਾ ਕੰਮ ਥੋੜੀ ਆ ਕੋਈ, ਕਾਰਪੋਰੇਸ਼ਨ ਕੌਂਸਲ ਦਾ ਕੰਮ ਆ। ਇਹ ਕੌਂਸਲ ਆਪਦੇ ਏਰੀਆ 'ਚ ਐਪਲੀਕੇਸ਼ਨ ਦੇਗਾ, ਕਾਰਪੋਰੇਸ਼ਨ ਨੂੰ ਮੇਅਰ ਸਾਹਿਬ ਨੂੰ ਦੇਗਾ ਤੇ ਸਫਾਈ ਹੋਏਗੀ। ਨੈਕਸਟ ਗੱਲ ਹੋਏਗੀ ਟੋਲ ਪਲਾਜ਼ਾ ਦਾ ਵੱਡਾ ਮੁੱਦਾ ਵਾ, ਨੀਰਜ ਜੀ ਨੇ ਚੁੱਕਿਆ ਵਾ। ਇਹ ਸੱਚਾਈ ਵੀ ਹੈਗੀ ਆ, ਹੁਣ ਤੱਕ ਟੋਲ ਦੀ ਮਿਆਦ ਪੂਰੀ ਹੋ ਜਾਂਦੀ ਸੀ ਪਰ ਉਹ ਖਤਮ ਨਹੀਂ ਹੁੰਦੇ ਸੀ। ਮੁੱਖ ਮੰਤਰੀ ਆਪ ਜਾ ਕੇ ਟੋਲ ਖਤਮ ਕਰਾ ਰਿਹਾ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਗੱਲ ਹੈ ਬਾਈ ਜੀ, ਜਿਹੜਾ ਹੈਗਾ ਟੂਲ ਪਲਾਜ਼ਾ ਮੁੱਖ ਮੰਤਰੀ ਦਾ ਕੰਮ ਨਹੀਂ ਹੁੰਦਾ ਇਹ, ਜਿਹੜਾ ਟੂਲ ਪਲਾਜ਼ੇ ਜਾ ਕੇ ਬੰਦ ਕਰਾਉਣਾ ਇਹ ਐਮਐਲਏ ਦਾ ਹੁੰਦਾ। ਜਿਹੜੇ ਵੱਡੇ ਕੰਮ ਹੁੰਦੇ, ਜਿਹੜੇ ਛੋਟੇ ਕੰਮ ਆ ਜਿੱਦਾਂ ਸਫਾਈਆਂ ਕਰਨੀਆਂ ਜਾਂ ਰੋਡਾਂ ਬਣਾਉਣੀਆਂ, ਇਹ ਕੌਂਸਲ ਦਾ ਕੰਮ ਹੁੰਦਾ, ਐਮਐਲਏ ਦਾ ਨਹੀਂ ਕੰਮ ਹੁੰਦਾ। ਐਮਐਲਏ ਦਾ ਕੰਮ ਹੈਗਾ ਵੱਡਾ ਪ੍ਰੋਜੈਕਟ ਲਿਆਉਣਾ। ਇੱਥੇ ਸਾਨੂੰ ਹਸਪਤਾਲ ਦੀ ਵੱਡੇ ਦੀ ਲੋੜ ਆ, ਨਾ ਕਿ ਡਿਸਪੈਂਸਰੀ ਦੀ ਲੋੜ ਆ ਸਾਨੂੰ। ਜਿਹੜੇ ਸੁਵਿਧਾ ਕੇਂਦਰ ਸੀ, ਸੁਵਿਧਾ ਕੇਂਦਰ ਸਰਕਾਰ ਨੇ ਅਕਾਲੀ ਦਲ ਨੇ ਕਿਉਂ ਬਣਾਏ ਸੀਗੇ? ਲੋਕਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਜਾ ਕੇ ਜਾਂ ਫੜਦਾਂ ਲਿਆਉਣ ਦੀ ਖਾਤਰ ਉੱਥੇ ਨਾ ਜਾਣਾ ਪਵੇ। ਸਿਰਫ ਸੁਵਿਧਾ ਕੇਂਦਰ ਵੀ ਉੱਥੇ ਦਿਓ ਪੇਪਰ ਆਪਣਾ, ਤੁਰ ਜੇ ਦੂਜੇ ਦਿਨ ਤੁਹਾਨੂੰ ਪੇਪਰ ਮਿਲ ਜਾਏਗਾ। ਇਸ ਕਰਕੇ ਸੁਵਿਧਾ ਕੇਂਦਰ ਖੋਲ੍ਹੇ ਸੀਗੇ। ਉਹ ਸੁਵਿਧਾ ਕੇਂਦਰ ਦੇ ਉੱਤੇ ਆਪਾਂ ਫੋਟੋ ਲਾ ਲਈ ਆਪਣੀ, ਉੱਥੇ ਡਿਸਪੈਂਸਰੀ ਬਣਾਤੀ। ਇਹ ਕੋਈ ਗੱਲ ਬਣਦੀ ਹੈ? ਕੋਈ ਮੈਨੂੰ ਦੱਸੋ ਪਹਿਲਾਂ। ਇੰਨੇ ਪੈਸੇ ਖਰਚ ਕੇ ਟੈਲਾਂ ਲਾ ਕੇ ਆਪਾਂ ਉੱਥੇ ਫੋਟੋ ਲਾ ਲਈ। ਫੋਟੋ ਦੇ ਤਾਂ ਪਹਿਲਾਂ ਹੀ ਕਹਿੰਦੇ ਸੀਗੇ, ਭਗਵੰਤ ਮਾਨ ਜੀ ਹਰ ਪਾਸੇ ਬੋਲਦੇ ਸੀ ਫੋਟੋ ਦੇ ਉੱਤੇ, ਆ ਬਾਦਲ ਦੀ ਫੋਟੋ ਉੱਥੇ ਉਹਨੇ ਮਾਂਜ ਦੇਣਾ ਜੀ, ਉਹਨੇ ਐਂ ਕਰ ਦੇਣਾ ਜੀ। ਅੱਜ ਫੋਟੋਆਂ ਹੀ ਹੈਗੀਆਂ ਹਰੀ। ਨੀਰਜ ਜੀ, ਫੋਟੋ ਦੀ ਗੱਲ ਕਰਦੇ ਆ, ਫੋਟੋ ਦਾ ਵੱਡਾ ਮੁੱਦਾ ਹੈਗਾ। ਬਿਲਕੁਲ ਸਹੀ ਗੱਲ ਹੈ ਵੀ ਜਦੋਂ ਸਰਕਾਰਾਂ ਦੂਜੀਆਂ ਸੀ ਤਾਂ ਫੋਟੋ ਦੇ ਹੁੰਦੀ ਸੀ। ਮੁੱਖ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਹੈ ਵੀ ਇਹ ਲੋਕ ਕੁਰਸੀ ਤੇ ਬਹਿ ਕੇ ਮਸ਼ਹੂਰ ਹੋਏ ਨੇ, ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ। ਫਿਰ ਫੋਟੋਆਂ ਲਾਉਣ ਦੀ ਜ਼ਰੂਰਤ ਕੀ ਪੈ ਗਈ? ਭਾਂਡਿਆਂ ਤੇ ਫੋਟੋ ਲਾਉਣ ਦੀ ਗੱਲ ਹੁੰਦੀ, ਬਾਦਲ ਸਾਹਿਬ ਦੀ ਭਾਂਡਿਆਂ ਤੇ ਫੋਟੋ ਲਾ ਦਿਓ, ਫਲਾਣੇ ਤੇ ਲਾ ਦਿਓ, ਅੱਜ ਫੋਟੋ ਦੀ ਜ਼ਰੂਰਤ ਕਿਉਂ? ਦੇਖੋ, ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਜਿਹੜਾ ਤੁਸੀਂ ਕੰਮ ਕਰੋਗੇ ਉਹ ਤੁਸੀਂ ਲੋਕਾਂ ਨੂੰ ਵੀ ਦੱਸੋਗੇ। ਹੁਣ ਸਾਡੇ ਘਰ ਵਿਆਹ ਹੁੰਦਾ ਹੈ, ਵਿਆਹ ਤਾਂ ਸਾਰੇ ਮਹੱਲੇ ਨੂੰ ਪਤਾ। ਆਮ ਆਦਮੀ ਕਲੀਨਿਕ ਲਿਖਿਆ ਉਹ ਬਹੁਤ ਨਹੀਂ ਹੈਗਾ ਵੀ ਹਾਂ ਤੇ ਫੋਟੋ ਭਗਵੰਤ ਮਾਨ ਸਾਹਿਬ ਦੀ ਲਾਉਣੀ ਜ਼ਰੂਰੀ ਹੈਗੀ। ਕਿਉਂ ਨਹੀਂ ਜੀ, ਕਿਉਂ ਨਹੀਂ ਲੱਗੇਗੀ ਸੀਐਮ ਦੀ ਫੋਟੋ? ਬਾਦਲ ਸਾਹਿਬ ਤੇ ਕੁਐਸਚਨ ਕਿਉਂ ਹੁੰਦੇ ਸੀਗੇ? ਮੇਰੀ ਗੱਲ ਸੁਣੋ ਨਾ, ਜਿਹੜਾ ਕੰਮ ਕੋਈ ਸਟੇਟ ਦਾ ਮਿਨਿਸਟਰ ਕਰ ਰਿਹਾ ਹੈ, ਕੋਈ ਸਟੇਟ ਦਾ ਸੀਐਮ ਕਰ ਰਿਹਾ ਹੈ, ਉਹ ਆਪਣੀ ਫੋਟੋ ਕਿਉਂ ਨਹੀਂ ਲਾਏਗਾ? ਮੈਨੂੰ ਦੱਸੋ। ਬਾਦਲ ਸਾਹਿਬ ਤੇ ਕੁਐਸਚਨ ਕਿਉਂ ਹੁੰਦੇ ਸੀ? ਬਾਦਲ ਸਾਹਿਬ ਦੀ ਐਂਬੂਲੈਂਸ ਤੇ ਕੁਐਸਚਨ ਹੁੰਦੇ ਸੀਗੇ ਵੀ ਇਹ ਕੈਪਟਨ ਸਾਹਿਬ ਨੇ ਰਾਸ਼ਨ ਵੰਡਿਆ ਲੋਕਡਾਊਨ ਦੇ ਵਿੱਚ, ਉੱਤੇ ਫੋਟੋਆਂ ਲੱਗੀਆਂ, ਉਹਦੇ ਕੁਐਸਚਨ ਹੁੰਦੇ ਸੀਗੇ। ਜਿਹੜੀ ਲੋਕਡਾਊਨ ਦੇ ਵਿੱਚ ਵਿਫਤਾ ਦੇ ਵਿੱਚ ਆਪਾਂ ਆਪਣੀ ਐਡ ਕਰ ਰਹੇ ਹਾਂ, ਉਹ ਮਾੜੀ ਗੱਲ ਹੈ। ਇੱਕ ਤਾਂ ਲੋਕਾਂ ਦੇ ਵਿਫਤਾ ਪਈ ਹੈ, ਇੱਕ ਆਪਾਂ ਆਪਣੀ ਐਡ ਕਰ ਰਹੇ ਹਾਂ। ਜੇ ਸਰਕਾਰ ਨੇ ਇੱਕ ਨਵੀਂ ਚੀਜ਼ ਪੰਜਾਬ ਦੇ ਵਿੱਚ ਦੱਸਣ, ਇਸ ਤੋਂ ਪਹਿਲੇ ਮੁਹੱਲਾ ਕਲੀਨਿਕ ਸੀਗੇ ਕੀ ਪੰਜਾਬ ਦੇ ਵਿੱਚ ਦੱਸਣ ਜੀ, ਫੋਟੋ ਦਾ ਵੀ ਫੋਟੋ ਕਿਉਂ ਲਗਾਈ ਗਈ ਹੈ? ਬਾਦਲ ਸਾਹਿਬ ਤੇ ਕੁਐਸਚਨ ਕਿਉਂ ਹੁੰਦੇ ਆ? ਕਹਿੰਦੇ ਵੀ ਉਹ ਕੁਐਸਚਨ ਗਲਤ ਸੀਗੇ ਬਾਦਲ ਸਾਹਿਬ ਵਾਲੇ। ਨਹੀਂ, ਦੇਖੋ, ਬਾਦਲ ਸਾਹਿਬ ਨੇ ਜਿਹੜੀਆਂ ਐਂਬੂਲੈਂਸਾਂ ਤੇ ਫੋਟੋਆਂ ਲਾਈਆਂ ਸੀ, ਉਹ ਠੀਕ ਲਾਈਆਂ ਆਪਣੇ ਸਮੇਂ ਮੁਤਾਬਕ। ਉਸ ਸਮੇਂ ਵਿਰੋਧ ਕਿਉਂ ਹੁੰਦਾ ਸੀਗਾ ਜੀ? ਸਰ ਦੇਖੋ, ਮੈਂ ਇਹਦੇ ਲਈ ਜਵਾਬਦੇਹ ਨਹੀਂ ਆ, ਪਰ ਮੈਂ ਆਪਣੀ ਸੁਣੋ, ਮੈਂ ਆਪਣੀ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਹੈਗੇ, ਮੁੱਖ ਮੰਤਰੀ ਸਾਹਿਬ ਦਾ ਬਿਆਨ ਤੁਹਾਨੂੰ ਕੱਢ ਕੇ ਦਿਖਾ ਰਿਹਾ ਜਿਹੜੇ ਹੁਣ ਮੌਜੂਦਾ ਮੁੱਖ ਮੰਤਰੀ ਆਪਣੀ ਪਾਰਟੀ ਲਈ ਜਵਾਬਦੇਹ ਆ। ਪਾਰਟੀ ਦੇ ਮੁੱਖ ਮੰਤਰੀ ਗੱਲ ਕਰ ਰਹੇ ਆ ਸਰ, ਉਹਨਾਂ ਦਾ ਬਿਆਨ ਦੇ ਦਿੰਦਾ ਮੈਂ ਆਪਣੀ ਪਾਰਟੀ ਲਈ ਜਵਾਬਦੇਹ ਆ ਕਿ ਜਿਹੜੀਆਂ ਆਮ ਆਦਮੀ ਪਾਰਟੀ ਨੇ ਜੋ ਇਹਨਾਂ ਕਲੀਨਿਕ ਬਣਾਏ, ਉਹਦੇ ਵਿੱਚ ਸੀਐਮ ਸਾਹਿਬ ਦੀ ਫੋਟੋ ਤਾਂ ਲੱਗਣੀ ਜੇ ਘਰ ਦੇ ਨੁਮਾਇੰਦੇ ਦੀ ਨਹੀਂ ਫੋਟੋ ਇਹਨਾਂ ਲੱਗੇਗੀ ਤਾਂ ਕਿਹਦੀ ਲੱਗੇਗੀ? ਮੈਨੂੰ ਦੱਸੋ। ਹਾਂਜੀ, ਪਬਲਿਕ ਜੋ ਕੋਈ ਸਵਾਲ ਕਰਨਾ ਚਾਹੁੰਦਾ, ਇੱਕ ਬੰਦਾ ਆ ਜਾਵੇ ਜੀ, ਇੱਕ ਬੰਦਾ। ਹਾਂ, ਇੱਕ ਮੱਲੀ ਸਾਹਿਬ ਤੋਂ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਸੈਂਟਰ ਸਰਕਾਰ ਨੇ ਰਾਸ਼ਨ ਜਿਹੜਾ ਲੋਕਡਾਊਨ ਦੇ ਵਿੱਚ ਦਿੱਤਾ, ਔਰ ਉਹ ਅੱਜ ਰਾਸ਼ਨ ਚੱਲ ਰਿਹਾ, ਔਰ ਅੱਜ ਇਹਨਾਂ ਦੇ ਕੌਂਸਲਰ ਔਰ ਇਹਨਾਂ ਦੇ ਨੁਮਾਇੰਦੇ ਉੱਥੇ ਜਾ ਕੇ ਖੜੇ ਹੋ ਕੇ ਕਹਿ ਰਹੇ ਆ ਵੀ ਇਹ ਰਾਸ਼ਨ ਹੈ ਜਿਹੜਾ ਉਹ ਪੰਜਾਬ ਸਰਕਾਰ ਦਾ। ਇੱਦਾਂ ਦੇ ਤਾਂ ਕਾਰਨਾਮੇ ਆ ਸਰਕਾਰ ਦੇ। ਔਰ ਆ ਤੁਸੀਂ ਦੇਖੋ, ਪਿਛਲੇ ਦਿਨ ਹੀ ਭਗਵੰਤ ਮਾਨ ਜੀ ਨੇ ਕੈਪਟਨ ਨੂੰ ਤੇ ਰੰਧਾਵਾ ਇਹਨੂੰ ਕੀਤਾ ਵੀ ਪਹਿਲਾਂ ਰਾਤ ਨੂੰ ਕਹਿ ਰਿਹਾ ਜੀ 56 ਕਰੋੜ ਦਾ ਮੈਂ ਦਾਅਵਾ ਕੀਤਾ, ਉਸ ਤੋਂ ਬਾਅਦ ਅਗਲੇ ਦਿਨ 17 ਕਰੋੜ ਦਾ ਕਰ ਰਿਹਾ ਦਿਨੇ। ਪਰ ਮੈਂ ਇਸ ਗੱਲ ਤੋਂ ਕਹਿਣਾ ਮੈਂ ਵੀ ਇਹ ਜਿਹੜੀਆਂ ਨੇ ਇਹਨਾਂ ਵਾਸਤੇ ਸਾਰਾ ਕੁਝ ਸਹੀ ਆ, ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਵਾਸਤੇ ਹੀ ਗਲਤ ਆ, ਉਹਨਾਂ ਵਾਸਤੇ ਫੋਟੋਆਂ ਲਾਣੀਆਂ ਗਲਤ ਆ, ਇਹਨਾਂ ਵਾਸਤੇ ਸਾਰਾ ਕੁਝ ਸਹੀ ਆ। ਮੈਂ ਕਰੋਨਾ ਕਾਲ ਦੀ ਗੱਲ ਕਰਾਂਗੀ ਤੇ ਸਾਰੇ ਮੇਰੇ ਵੱਡੇ ਵੀਰ ਭੈਣਾਂ ਵੀ ਨੇ। ਜੋ ਕਰੋਨਾ ਕਾਲ ਦਾ ਸਮਾਂ ਸੀ, ਸਭ ਤੋਂ ਜ਼ਿਆਦਾ ਕ੍ਰੂਸ਼ੀਅਲ ਟਾਈਮ ਸੀਗਾ। ਮੈਂ ਪੁੱਛਣਾ ਚਾਹਨੀ ਹਾਂ, ਸੜਕਾਂ ਦੀ ਗੱਲ ਕਰਦੇ ਹਾਂ ਆਪਾਂ, ਸਾਰਿਆਂ ਦੀ ਗੱਲ ਕਰਦੇ ਹਾਂ, ਅਗਰ ਉਸ ਟਾਈਮ ਜੋ ਸਰਕਾਰ ਸੀ, ਠੀਕ ਹੈ, ਅੱਜ ਕੱਲ੍ਹ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਐਡਵਰਟਾਈਜ਼ਿੰਗ ਦੀ। ਐਡਵਰਟਾਈਜ਼ਮੈਂਟ ਇਸ ਕਰਕੇ ਉਸ ਟਾਈਮ ਜਿਹੜਾ ਰਾਸ਼ਨ ਵੰਡਿਆ ਗਿਆ, ਤੁਸੀਂ ਇਹ ਦੇਖੋ,
ਤੁਸੀਂ ਮੈਨੂੰ ਵੀ ਦੇਖਿਆ ਸੀਗਾ, ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੀਤਾ, ਮੈਂ ਨਹੀਂ ਉਹ ਦਾਤਾ ਕਰਾਉਣ ਵਾਲਾ। ਅਗਰ ਉਹ ਰਾਸ਼ਨ ਲੋਕਾਂ ਦੇ ਘਰ ਘਰ 'ਚ ਨਾ ਪਹੁੰਚਦਾ, ਕਾਂਗਰਸ ਪਾਰਟੀ ਉਸ ਟਾਈਮ ਇਹਨੂੰ ਪੰਜਾਬ ਨੂੰ, ਮੈਂ ਤਾਂ ਆਪਣੇ ਪੰਜਾਬ ਦੀ ਗੱਲ ਕਰ ਸਕਦੀ ਹਾਂ, ਆਪਣੇ ਲੁਧਿਆਣੇ ਦੀ ਗੱਲ ਕਰ ਸਕਦੀ ਹਾਂ, ਉਹ ਨਾ ਸੰਭਾਲਦੀ ਕਰੋਨਾ ਕਾਲ ਦੇ ਵਿੱਚ, ਤੇ ਮੈਨੂੰ ਲੱਗਦਾ ਕਿ ਕਿੰਨਾ ਜ਼ਿਆਦਾ ਪ੍ਰਵਾਸੀ ਕਿੰਨਾ ਜ਼ਿਆਦਾ ਬਾਹਰ ਜਾ ਰਿਹਾ ਸੀ। ਮੋਦੀ ਜੀ ਨੇ ਕਿੱਥੇ ਸੰਭਾਲਿਆ? ਮੈਂ ਮੇਰੀ ਗੱਲ ਸੁਣੋ, ਫਿਰ ਜੇ ਸੈਂਟਰ ਗਵਰਨਮੈਂਟ ਨੇ ਭੇਜਿਆ ਨਾ, ਤੁਹਾਡੀ ਡਿਊਟੀ ਬਣਦੀ, ਤੁਹਾਡੀ ਸਰਕਾਰ ਸੀ, ਤੁਸੀਂ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਬਿਲਕੁਲ। ਮੈਂ ਇਹ ਗੱਲ ਦੱਸਣਾ ਚਾਹਾਂਗੀ, ਤੁਸੀਂ ਹਰ ਗੱਲ ਦੇ ਵਿੱਚ ਸੈਂਟਰ ਗਵਰਨਮੈਂਟ ਕਹਿ ਰਹੇ ਹੋ, ਜੇ ਸੈਂਟਰ ਗਵਰਨਮੈਂਟ ਸੈਂਟਰ ਸਰਕਾਰ ਹੈਗੀ ਤਾਂ ਸਟੇਟ ਨੇ ਲੈ ਕੇ ਆਈ, ਨਹੀਂ ਲੋਕਾਂ ਤੱਕ ਪਹੁੰਚਾ। ਸਟੇਟ ਲੈ ਕੇ ਨਹੀਂ ਆਈ, ਉਹਨਾਂ ਨੇ ਦਿੱਤਾ ਵੀ ਗਰੀਬ ਪਰਿਵਾਰ। ਅੱਜ ਜੇ ਸਟੇਟ ਨੂੰ ਤੁਸੀਂ ਕਹਿ ਰਹੇ ਹੋ ਸੈਂਟਰ ਦਊਗੀ, ਸਟੇਟ ਦਾ ਹੱਕ ਹੈ, ਸਟੇਟ ਦਾ ਹੱਕ ਹੈ ਸੈਂਟਰ ਤੋਂ, ਤੇ ਫਰਜ਼ ਨਹੀਂ ਪਾਇਆ ਸਰ ਇੱਕ ਘਰ 'ਚ ਜਾ ਕੇ, ਕਿਉਂ ਨਹੀਂ ਨਿਭਾਇਆ? ਗੱਲ ਹੈ ਜੀ, ਇੱਕ ਬੰਦਾ ਬੋਲੋ। ਬੀਜੇਪੀ ਆਪਣੀ ਜਗ੍ਹਾ ਤੇ ਗੱਲ ਕਰਦੀ ਪਈ ਆ, ਪਰ ਲਿਆਉਣ ਵਾਲਾ ਕੌਣ ਹੈ ਇਹਨੂੰ? ਇਹ ਪ੍ਰੋਜੈਕਟ ਲਿਆਉਣ ਵਾਲਾ ਕੌਣ ਆ? ਪਹਿਲੇ ਤਾਂ ਇਹ ਦੇਖਿਆ ਜਾਵੇ ਨਾ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਲਿਆਉਣ ਵਾਲੇ ਆ। ਇਹ ਲਾਡੋਵਾਲ ਦੇ ਉੱਤੇ ਇਹਦਾ ਨੀਂਹ ਪੱਥਰ ਰੱਖਿਆ ਹੋਇਆ, ਜਿਹੜਾ ਲਾਡੋਵਾਲ ਬਾਈਪਾਸ ਹੈਗਾ, ਜਾਂ ਇਹ ਆ ਸ਼ਹਿਰ ਵਾਲਾ ਫਲਾਈਓਵਰ ਬਣਦਾ ਪਿਆ, ਇਹ ਕਾਰਪੋਰੇਸ਼ਨ ਬਣਾ ਸਕਦੀ ਸੀਗੀ? ਇਹ ਕਾਰਪੋਰੇਸ਼ਨ ਬਣਾ ਸਕਦੀ? ਇਹ ਸਰਦਾਰ ਸੁਖਬੀਰ ਸਿੰਘ ਦੀ ਦੇਣ ਹੈਗੀ ਆ। ਜੇ ਆ ਪੁਲ ਬਣਿਆ ਹੋਇਆ ਨਾ, ਚਾਂਦ ਸਿਨੇਮੇ ਵਾਲਾ ਪੁਲ ਬਣਿਆ, ਇਹ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਵਾਲੀਆਂ। ਜਿੰਨੇ ਵੀ ਇੱਥੇ ਪੁਲ ਬਣੇ ਹੋਏ ਆ, ਜਿੰਨੀਆਂ ਰੋਡਾਂ ਬਣੀਆਂ ਹੋਈਆਂ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਦੇਣ ਵਾਲੀ ਆ। ਹਾਲ ਇੱਥੇ ਆ ਜੇ ਡਿਵੈਲਪਮੈਂਟ ਇੰਨੀ ਕਰਾਈ ਹੈ, ਫਿਰ ਕਾਰਨ ਕੀ ਹੈਗਾ? ਪਹਿਲਾਂ 17 ਵਿੱਚ, ਹੁਣ 2022 ਵਿੱਚ ਹਾਰ ਦਾ ਸਮਾਂ, ਕਾਰਨ ਕੀ? ਇਹ ਬਾਈ ਜੀ, ਬਦਲਾਵ ਲੋਕ ਚਾਹੁੰਦੇ ਆ, ਬਦਲਾਵ ਦੇਖ ਕੇ ਹੁਣ ਥੱਕ ਗਏ। ਤੁਸੀਂ 3 ਮਹੀਨੇ ਬਾਅਦ ਨਹੀਂ ਦੇਖਿਆ ਸੰਗਰੂਰ ਵਾਲੀ? 3 ਮਹੀਨੇ ਬਾਅਦ ਦੇਖਿਆ ਨਾ ਸੰਗਰੂਰ, ਦੇਖਿਆ ਨਾ ਤੁਸੀਂ? ਹੈ ਜੀ, 2 ਮਹੀਨੇ ਪਹਿਲਾਂ ਵੀ ਕਹਿੰਦੇ। ਚਲੋ ਬੜਾ ਕੁਝ ਹੋਇਆ ਜੀ, ਉੱਥੇ ਬੜਾ ਕੁਝ ਹੋਇਆ। ਚਲੋ ਮੈਂ ਬਹੁਤ ਕੁਝ ਹੋਇਆ ਜਲੰਧਰ। ਹਾਂਜੀ ਸਰ, ਮੇਰਾ ਸਵਾਲ ਹੈ ਆਦਰਨੀ ਐਮਐਲਏ ਸਾਹਿਬ ਨਾਰਥ ਦੇ ਕੋਲੋਂ ਜੀ ਠੀਕ ਹੈ, ਉਹ ਕੰਮ ਕਰਾ ਰਹੇ ਆ, ਕਹਿੰਦੇ ਜੀ ਵੀ ਬਹੁਤ ਵਧੀਆ ਕੰਮ ਹੋ ਰਿਹਾ, ਹੁਣੇ ਵੀ ਚਾਹੀਦੇ ਆ, ਇੱਧਰ ਨੂੰ ਹੋ ਜਾਓ ਜੀ। ਪਰ ਇੱਕ ਛੋਟਾ ਜਿਹਾ ਸਵਾਲ ਹੈ। ਜੀ ਸਾਡੇ ਸਾਹਮਣੇ ਵਾਰਡ ਨੰਬਰ 87 ਨੂੰ ਇੱਕ ਪਾਰਕ ਮਿਲਿਆ ਸੀ, ਜੀ ਉਹ ਪਾਰਕ ਦੇ ਉੱਪਰ ਲਾਗਤ ਆਈ 57 ਲੱਖ ਰੁਪਈਆ। ਜੀ ਪਹਿਲਾਂ ਪਾਰਕ ਬਣਾਤਾ, 57 ਲੱਖ ਉੱਤੇ ਲਾਤਾ। ਜੀ ਉਸ ਤੋਂ ਬਾਅਦ ਉਹਦੇ ਵਿੱਚ ਕੂੜੇ ਦਾ ਕੰਪੈਕਟਰ ਦੇ ਦਿੱਤਾ। ਜੀ ਉਹ ਕੂੜੇ ਦਾ ਕੰਪੈਕਟਰ ਪਹਿਲਾਂ ਤਾਂ ਇਹਨਾਂ ਨੇ ਇੰਪਰੂਵਮੈਂਟ ਟਰਸਟ ਕੋਲੋਂ ਪੈਸੇ ਮੰਗੇ, ਪਹਿਲਾਂ ਕੂੜੇ ਕੰਪੈਕਟਰ ਦੇ ਇਹਨਾਂ ਨੇ ਇੰਪਰੂਵਮੈਂਟ ਟਰਸਟ ਕੋਲੋਂ ਪੈਸੇ ਮੰਗੇ, ਉਹਦੇ ਖਾਤੇ 'ਚ ਪਾਤਾ, ਉਧਰੋਂ ਪਾਸ ਨਹੀਂ ਹੋਇਆ। ਮੁੜ ਕੇ ਇਹਨਾਂ ਨੇ ਉਹ ਪਾਤਾ ਸਮਾਰਟ ਸਿਟੀ ਦੇ ਵਿੱਚ। ਜੀ ਕੀ ਇਹਨਾਂ ਨੂੰ ਇਹੀ ਜਗ੍ਹਾ ਲੱਭੀ ਸੀ? 57 ਲੱਖ ਰੁਪਏ ਪਹਿਲਾਂ ਪਾਰਕ ਦੇ ਵਿੱਚ ਲਾਇਆ, ਜਿੱਥੇ ਪਬਲਿਕ ਨੇ ਸੈਰ ਕਰਨੀ ਸੀ। 57 ਲੱਖ ਕਦੋਂ ਲੱਗਿਆ ਸੀਗਾ? ਇਹਨਾਂ ਦੀ ਸਰਕਾਰ ਲੱਗਿਆ, ਪਹਿਲਾਂ ਸਰਕਾਰ ਨੇ ਲਾਇਆ ਜੀ? ਲਾਇਆ ਪਹਿਲਾਂ ਹੀ ਸੀਗਾ, ਪਾਰਕ ਤਿਆਰ ਹੋ ਗਿਆ ਸੀ। ਤਿਆਰ ਹੋ ਗਿਆ ਸੀ ਤਿਆਰ ਹੋਣ ਤੋਂ ਬਾਅਦ ਇਹਨਾਂ ਨੇ ਉੱਥੇ ਕੰਪੈਕਟਰ ਪਾਸ ਕਰਾਤਾ। ਦੱਸੋ 57 ਲੱਖ ਰੁਪਏ ਲਾ ਕੇ ਜਿੱਥੇ ਲੋਕਾਂ ਨੇ ਸੈਰ ਕਰਨੀ ਸੀ, ਵਧੀਆ ਹੈਲਥ ਮਿਲਣੀ ਸੀ, ਠੀਕ ਹੈ, ਇਸੇ ਰੋਡ ਦੇ ਉੱਪਰ ਅੱਗੇ ਸਰਕਾਰੀ ਸਕੂਲ ਹੈ, ਠੀਕ ਹੈ। 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਨਾਨਕ ਨਗਰ ਵਾਰਡ ਨੰਬਰ 87 ਨੂੰ ਇਹ ਪਾਰਕ ਮਿਲਿਆ ਸੀ। ਦੂਸਰੀ ਗੱਲ, ਚੰਨਨ ਦੇ ਵੀ ਸਕੂਲ ਹੈ, ਉਹਦੇ ਸਾਹਮਣੇ ਨਾਲ ਸ਼ੇਰ ਵਾਲਾ ਮੰਦਿਰ ਹੈ, ਉਹਦੇ ਵਿੱਚ ਤੁਸੀਂ ਹੁਣ ਵੀ ਚੱਲ ਜਾਓ, 50 ਤੋਂ 70 ਬੰਦੇ ਚੈਲੰਜ ਕਰਕੇ ਕਹਿੰਦੇ ਹੁਣ ਐਟ ਦੀ ਟਾਈਮ ਕੋਈ ਬੰਦਾ ਭੇਜ ਦਿਓ, ਵੀਡੀਓ ਬਣਾ ਲਿਓ, ਜੂਆ ਖੇਡਦੇ ਹੋਣਗੇ। ਆਪਾਂ ਇੰਨਾ ਕੁ ਤਾਂ ਚੁਕਾ ਨਹੀਂ ਸਕੇ। ਆ ਮੱਛੀ ਮਾਰਕੀਟ ਹੈ, ਇੱਥੋਂ ਲੰਘਣਾ ਔਖਾ ਹੋ ਜਾਂਦਾ, ਤੇ ਹੋਰ ਅਸੀਂ ਕਿਹਦੇ ਵਿਕਾਸ ਦੀ ਗੱਲ ਕਰਦੇ ਹਾਂ? ਨੀਰਜ ਜੀ ਸਵਾਲ ਹੈ, ਮੱਕੜ ਸਾਹਿਬ ਜਾਂ ਤੁਸੀਂ ਇੱਦਾਂ, ਨੀਰਜ ਜੀ ਸਵਾਲ ਇਹ ਹੈ ਵੀ ਇੱਥੇ ਪਾਰਕ ਬਣਿਆ, 57 ਲੱਖ ਬਣਿਆ, ਪਾਰਕ ਨੂੰ ਗਾਰਬੇਜ ਜਾਂ ਕੰਪੈਕਟਰ ਦੇ ਰੂਪ ਵਿੱਚ ਢਾਲ ਦਿੱਤਾ ਗਿਆ, ਕੀ ਕਾਰਨ ਹੈਗਾ ਜੀ? ਜਿਹੜਾ ਇਹ ਹੈਬੋਵਾਲ ਵਾਲਾ ਰੋਡ ਗਿਣਿਆ ਜਾਂਦਾ ਸੀ ਨਾ, ਇਹ ਕੂੜੇ ਦਾ ਘਰ ਗਿਣਿਆ ਜਾਂਦਾ ਸੀ। ਜਿੱਥੇ ਉਹ ਟਰਾਲੀਆਂ ਖੜਦੀਆਂ ਰੇਤੇ ਵਾਲੀਆਂ, ਉੱਥੇ ਕਿੱਡਾ ਵੱਡਾ ਕੂੜੇ ਦਾ ਡੰਪ ਸੀ। ਇੱਥੇ ਕੂੜੇ ਦਾ ਡੰਪ ਸੀ, ਅੱਗੇ ਕੂੜੇ ਦਾ ਡੰਪ ਸੀ। ਜੇ ਤਾਂ ਉਹ ਕਿਸੇ ਮਹੱਲੇ 'ਚ ਜਾਂਦਾ ਤੇ ਮਹੱਲੇ ਵਾਲੇ ਇਤਰਾਜ਼ ਕਰਦੇ, ਉਹਦੇ ਲਈ ਜਗ੍ਹਾ ਤਾਂ ਚਾਹੀਦੀ ਹੈ ਨਾ। ਵੇਸਟੇਜ ਕਿਹਦੀ ਹੈ? ਵੇਸਟੇਜ ਤਾਂ ਸਾਡੇ ਇਹਨਾਂ ਲੋਕਾਂ ਦੀ ਆ। ਉਹ ਡੰਪ ਬਣਿਆ, ਜਿਹੜਾ ਉਹ ਪਾਰਕ ਬਣਿਆ, ਉਹ ਕਾਂਗਰਸ ਦੇ ਵੇਲੇ ਬਣਿਆ, ਔਰ ਪਾਰਕ ਦੇ ਵਿੱਚੋਂ ਥੋੜੀ ਜਿਹੀ ਜਗ੍ਹਾ ਲਈ ਹੈ, ਕੋਈ ਇਹਨਾਂ ਜ਼ਿਆਦਾ ਜਗ੍ਹਾ ਨਹੀਂ ਲਈ। ਪੂਰਾ ਪਾਰਕ ਬੰਦ ਹੋ ਗਿਆ ਜੀ, ਕਹਿੰਦੇ ਸਾਹਿਬ। ਪਾਰਕ ਹੀ 57 ਲੱਖ। ਨਹੀਂ ਜੀ, ਨਹੀਂ ਮੈਂ ਇੱਥੇ ਪਾਰਕ ਦੇ ਵਿੱਚ ਆਪਾਂ ਕੰਪੈਕਟਰ ਲਾਤਾ, ਉੱਥੇ ਪੂਰੇ ਅੱਧੇ ਸ਼ਹਿਰ ਦੇ ਡੰਪਰ ਆਣਗੇ, ਉੱਥੇ ਢੇਰੀ ਲਾਣਗੇ, ਉੱਥੇ ਕਿਹੜਾ ਬੰਦਾ ਸੈਰ ਕਰੂਗਾ ਜੀ? ਸਮੈਲ ਆਏਗੀ। ਜਸਟ ਸਵਾਲ ਇਹ ਹੈ ਨੀਰਜ ਜੀ, ਸਵਾਲ ਇਹ ਹੈ ਕੰਪੈਕਟਰ ਲਾਓ, ਜਮ ਲਾਓ, ਜਿਹੜੀ ਪਾਰਕ ਤੇ 57 ਲੱਖ ਰੁਪਏ ਤਾਜ਼ਾ ਲੱਗ ਚੁੱਕਿਆ, ਉੱਥੇ ਕੰਪੈਕਟਰ ਕਿਉਂ ਲਗਾਇਆ? ਜਿਹੜਾ ਇਹ ਪਾਰਕ ਹੈ, ਉਹ ਇਕੱਲਾ ਪਾਰਕ ਨਹੀਂ, ਅੱਗੇ 7 ਪਾਰਕ ਹੋਰ ਆ। ਭਾਈ ਸਾਹਿਬ ਕਦੀ ਗਏ ਨਹੀਂ ਹੋਣੇ, ਅੱਗੇ 7 ਪਾਰਕ ਹੋਰ ਨੇ। ਜਲੰਧਰ ਬਾਈਪਾਸ ਤੋਂ ਸ਼ੁਰੂ ਹੋ ਜਾਓ, ਉੱਥੇ ਪੈਸਾ ਕਿੰਨੇ ਲਵਾਇਆ? ਥਾਣੇ ਦੇ ਸਾਹਮਣੇ ਪਾਰਕ ਹੈ, ਅੱਗੇ ਪਾਰਕ ਹੈ, ਉਸ ਤੋਂ ਅੱਗੇ ਪਾਰਕ ਹੈ, ਮੇਰੀਆਂ ਦੁਕਾਨਾਂ ਦੇ ਅੱਗੇ ਪਾਰਕ ਹੈ। ਪਾਰਕ ਬਣੇ ਆ, ਪਰ ਉਹ ਪੈਸਾ ਪਤਾ ਹੀ ਨਹੀਂ ਕਿੱਧਰ ਗਿਆ। ਜਿਹੜੇ ਹੁਣ ਪਾਰਕ ਬਣ ਰਿਹਾ ਸੀ, 1 ਕਰੋੜ ਰੁਪਈਆ ਲਵਾਇਆ, ਜਾ ਕੇ ਦੇਖੋ ਲੱਗਾ ਨਜ਼ਰ ਆਉਂਦਾ। ਇਹਨਾਂ ਦਾ ਰੁਪਈਆ ਕਿੱਥੇ ਆ? ਕਾਂਗਰਸੀਆਂ ਦਾ ਇਹਨਾਂ ਲੱਗਾ ਹੋਇਆ। ਕਹਿਣ ਤੋਂ ਭਾਵ ਇਹ ਹੈ ਕਿ ਜੇ ਡਿਵੈਲਪਮੈਂਟ ਹੋਣੀ ਹੈ ਤਾਂ ਉਹਦੇ ਲਈ ਜਗ੍ਹਾ ਚਾਹੀਦੀ। ਜਗ੍ਹਾ ਕਿੱਥੋਂ ਆਣੀ ਹੈ?
ਜੇ ਡਿਵੈਲਪਮੈਂਟ ਲਈ ਜਗ੍ਹਾ ਚਾਹੀਦੀ ਕਿੱਥੋਂ ਆਣੀ ਹੈ ਜਗ੍ਹਾ? ਅਕਸਰ ਸੜਕ ਤੇ ਹੀ ਆਣੀ ਹੈ ਜਗ੍ਹਾ। ਜਾਂ ਹੁਣ ਇਹ ਕਹਿੰਦੇ ਬਾਹਰ ਲੈ ਜਾਓ, ਅੰਦਰ ਲੈ ਜਾਓ, ਇਹ ਤਾਂ ਕਾਰਪੋਰੇਸ਼ਨ ਦਾ ਸਿਸਟਮ ਹੈ। ਕਾਰਪੋਰੇਸ਼ਨ ਨੇ ਜੋ ਕਰਨਾ ਉਹ ਕਰਨਾ, ਪਰ ਸਾਡੇ ਐਮਐਲਏ ਸਾਹਿਬ ਦੇ ਬਣਨ ਦੇ ਨਾਲ ਇਸ ਇਲਾਕੇ ਦੀ ਨੁਹਾਰ ਬਦਲੀ ਹੈ। ਮੈਂ ਤਾਂ ਇਹੀ ਕਹਾਂਗਾ ਇਹ ਜਿਹੜਾ ਸਿਸਟਮ ਹੈ ਕਿ ਫੋਟੋ ਵਾਲਾ ਸਿਸਟਮ, ਦੇਖੋ ਮੁਖੀ ਦੀ ਫੋਟੋ ਲੱਗਣੀ ਹੀ ਲੱਗਣੀ ਹੈ। ਕੀ ਅਮਰੀਕਾ ਦੇ ਵਿੱਚ ਨਹੀਂ ਲੱਗਦੀ? ਕੀ ਇੰਗਲੈਂਡ ਦੇ ਵਿੱਚ ਨਹੀਂ ਲੱਗਦੀ? ਨਹੀਂ ਪਹਿਲਾਂ ਇਤਰਾਜ਼ ਸੁਣੋ, ਇਤਰਾਜ਼ ਦੀ ਗੱਲ ਇਹ ਹੈ, ਇਹ ਡਿਵੈਲਪਮੈਂਟ ਨੂੰ ਦੇਖਦੇ ਹੋਏ ਸਾਰੇ ਇਕੱਠੇ ਹੋ ਗਏ ਵੀ ਇੰਨੀ ਡਿਵੈਲਪਮੈਂਟ ਹੋ ਕਿੱਦਾਂ ਰਹੀ ਹੈ। ਹੁਣ ਕੱਲਾ ਫੋਟੋ ਦੇ ਇਤਰਾਜ਼ ਹੈ, ਕਿਸੇ ਹੋਰ ਚੀਜ਼ ਦੇ ਇਤਰਾਜ਼ ਨਹੀਂ ਹੈਗਾ। ਕੋਈ ਡਿਵੈਲਪਮੈਂਟ ਦੇ ਇਤਰਾਜ਼ ਨਹੀਂ। ਡਿਵੈਲਪਮੈਂਟ ਦੇਖ ਕੇ ਸਮੁੱਚੀਆਂ ਵਿਰੋਧੀ ਪਾਰਟੀਆਂ ਦੇ ਮੂੰਹ ਸੀਤੇ ਹੋਏ ਨੇ, ਸਿਰਫ ਫੋਟੋ। ਯਾਰ ਉਹ ਕੰਮ ਕਰ ਰਿਹਾ ਤੇ ਫੋਟੋ ਲਵਾ ਰਿਹਾ। ਹੁਣ ਆਮ ਜਨਤਾ ਬੈਠੀ, ਇਹਨਾਂ ਨੂੰ ਪੁੱਛ ਲਓ। ਤੁਨਾ ਜੀ ਇਹੀ ਕੁਐਸਚਨ ਸੀਗਾ, ਬੀਜੇਪੀ ਵਾਲਿਆਂ ਦਾ ਇਹੀ ਕੁਐਸਚਨ ਸੀਗਾ ਕਿ ਜਿਹੜੇ ਤੁਸੀਂ ਪ੍ਰੋਜੈਕਟ ਲੈ ਕੇ ਆਏ ਜਾਂ ਐਮਪੀ ਰਵਨੀਤ ਸਿੰਘ ਬਿੱਟੂ ਜੀ ਪ੍ਰੋਜੈਕਟ ਲੈ ਕੇ ਆਏ, ਉਹ ਐਮਪੀ ਸੀਗੇ, ਉਹ ਲੈ ਕੇ ਆਏ, ਉਹਨਾਂ ਦਾ ਉਹ ਤਾਕੜ ਸੀਗੇ, ਲੈ ਕੇ ਆਏ ਨਾ, ਖਿੱਚ ਕੇ ਲੈ ਕੇ ਆਏ। ਮੇਰੀ ਬਿੱਟੂ ਜੀ ਨਜ਼ਰ ਬਥੇਰੇ ਨਜ਼ਰ ਆਏ ਆ, ਸਵਾਲ ਵੀ 4 ਸਾਲ ਬਾਅਦ ਨਜ਼ਰ ਆਏ ਨੇ ਬਿੱਟੂ ਜੀ। ਇਹ ਸਵਾਲ ਤੁਸੀਂ ਬਿੱਟੂ ਜੀ ਨੂੰ ਅਪਰੋਚ ਹੀ ਨਹੀਂ ਕੀਤਾ ਸਰ। ਤੁਸੀਂ ਅਕਾਲੀ ਦਲ ਤੋਂ ਅਸੀਂ ਅਪਰੋਚ ਕਰਦੇ ਸੀ, ਸਾਡੇ ਨਾਲ ਸੀਗੇ। ਮੈਂ ਦੱਸਦੀ ਹਾਂ ਮੇਰੀ, ਫਿਰ ਤੁਸੀਂ ਵੀ ਤੁਹਾਡੀ ਵਰਕਰ ਸੀ, ਤੁਸੀਂ ਕਾਂਗਰਸ ਦੇ ਵਰਕਰ ਸੀ, ਤੁਹਾਡੀ ਸੁਣਵਾਈ ਕਰਨੀ। ਉਹਨਾਂ ਦੇ ਦਰਬਾਰ 'ਚ ਹਰ ਤਰ੍ਹਾਂ ਦਾ ਬੰਦਾ ਸਰ, ਹਰ ਬੀਜੇਪੀ ਵਾਲੇ ਵੀ ਉਹਨਾਂ ਦੇ ਦਰਬਾਰ 'ਚ ਬੈਠੇ ਹੁੰਦੇ ਸੀ। ਮੈਨੂੰ ਇਹ ਦੱਸੋ ਨਾ, ਬਿੱਟੂ ਜੀ ਕਦੋਂ ਨਜ਼ਰ ਆਇਆ? ਸਰ ਤੁਸੀਂ ਨਜ਼ਰਾਂ 'ਚ ਲਿੱਤਾ ਹੀ ਨਹੀਂ ਉਹਨਾਂ ਨੂੰ। ਨਜ਼ਰਾਂ 'ਚ ਕਿਉਂ ਨਹੀਂ ਲੱਤਾ? ਨਜ਼ਰਾਂ 'ਚ ਕਿੱਥੇ ਆਏ ਦੱਸੋ ਬਿੱਟੂ ਜੀ? ਅੱਜ ਹੁਣ ਇਲੈਕਸ਼ਨ ਨੇੜੇ ਆ ਗਏ, ਪਤਾ ਵੀ 24 'ਚ ਇਲੈਕਸ਼ਨ ਆ ਗਏ, ਨੇੜੇ ਆ ਗਏ, ਅੱਜ ਬਿੱਟੂ ਜੀ ਸਾਹਮਣੇ ਨਜ਼ਰ ਆਉਣ ਲੱਗੇ। ਸਰ ਜੀ ਤੁਸੀਂ ਵੀ ਤਾਂ, ਇਹਨਾਂ ਨੇ ਵੀ ਤਾਂ ਇਹ ਗੱਲ ਕਹੀ ਹੈ, ਜਿਹੜਾ ਕਰੋਨਾ ਦੇ ਵਿੱਚ ਰਾਸ਼ਨ ਆਇਆ ਮੋਦੀ ਜੀ ਨੇ ਭੇਜਿਆ, ਮੋਦੀ ਜੀ ਨੇ ਆਪਣੇ ਘਰੋਂ ਥੋੜੀ ਭੇਜਦਾ। ਅਸੀਂ ਤਾਂ ਕਹਿ ਹੀ ਨਹੀਂ ਰਹੇ, ਅਸੀਂ ਕਦੋਂ ਕਹਿ ਰਹੇ ਘਰੋਂ ਭੇਜਿਆ? ਅਸੀਂ ਤਾਂ ਕਹਿ ਹੀ ਨਹੀਂ ਰਹੇ। ਇਹ ਘਰੋਂ ਕੌਣ ਭੇਜਦਾ? ਨਹੀਂ ਅਸੀਂ ਤਾਂ ਤੁਹਾਨੂੰ ਨਹੀਂ ਜਨਤਾ ਦਾ ਪੈਸਾ ਇਹ ਤਾਂ। ਭੈਣ ਜੀ ਗੱਲ ਸੁਣੋ, ਇੱਕ ਮਿੰਟ ਜੀ, ਇੱਕ ਮਿੰਟ। ਰਾਸ਼ਨ ਵੰਡਿਆ ਕਿਹਨੂੰ ਗਿਆ? ਰਾਸ਼ਨ ਵੰਡਿਆ ਗਿਆ ਮੇਰੇ ਖਿਆਲ 'ਚ ਹਜੇ ਵੀ ਦਾਣਾ ਪਈਆਂ ਹੋਣਗੀਆਂ ਕਾਂਗਰਸ ਦੇ ਘਰਾਂ 'ਚ ਵਿੱਚ। ਇਹ ਜਿਹੜੀ ਕਰੋਨਾ ਕਾਲ ਦੀ ਗੱਲ ਕਰ ਰਹੇ ਆ ਵੀ ਅਸੀਂ ਕਰੋਨਾ ਕਾਲ 'ਚ ਮੋਦੀ ਜੀ ਨੇ ਰਾਸ਼ਨ ਜਿਹੜਾ ਉਹ ਘਰੋਂ ਨਹੀਂ ਦਿੱਤਾ, ਪਰ ਤੁਸੀਂ ਦੇਖੋ ਅਸੀਂ ਕਹਿ ਰਹੇ ਹਾਂ ਜਨਤਾ ਦਾ ਪੈਸਾ ਸੀ, ਮੋਦੀ ਜੀ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਕੱਲੇ ਘਰ ਦੀ ਚਿੰਤਾ ਤਾਂ ਕੀਤੀ ਨਾ। ਔਰ ਤੁਸੀਂ ਕੀ ਕੀਤਾ? ਇੰਟਰਨੈਸ਼ਨਲ ਸਕੂਲ ਦੇ ਵਿੱਚ ਇੰਨਾ ਰਾਸ਼ਨ ਪਿਆ, ਤੁਹਾਡੇ ਕਾਉਂਸਲਰਾਂ ਨੇ ਉੱਥੇ ਕੀੜੇ ਪੈ ਗਏ, ਔਰ ਉੱਥੇ ਅਸੀਂ ਹਲਕਾ ਇੰਚਾਰਜ ਨਾਲ ਜਾ ਕੇ ਉੱਥੇ ਸਾਰਾ ਰਾਸ਼ਨ ਕਢਾਇਆ। ਤੁਸੀਂ ਤਾਂ ਗਰੀਬ ਲੋਕਾਂ ਦੇ ਘਰ ਤੱਕ ਮੋਦੀ ਜੀ ਵੱਲੋਂ ਭੇਜਿਆ, ਰਾਸ਼ਨ ਨਹੀਂ ਭੇਜ ਸਕੇ, ਤੇ ਤੁਸੀਂ ਗੱਲਾਂ ਕਰਦੇ ਹੋ ਲੋਕਾਂ ਨੂੰ ਸਹਾਇਤਾ ਦੇਣ ਦੀਆਂ ਵੀ ਸਾਡੀ ਸਰਕਾਰ ਨੇ ਕੀਤਾ। ਜੇ ਰਾਸ਼ਨ ਵੰਡਿਆ ਹੁੰਦਾ ਪ੍ਰਵਾਸੀ ਕਿਉਂ ਜਾਂਦੇ ਜੀ? ਪ੍ਰਵਾਸੀ ਦਾ ਰੋਡਾਂ ਤੇ ਤੁਰਦੇ ਗਏ, ਰਾਸ਼ਨ ਵੰਡਿਆ ਹੀ ਨਹੀਂ ਗਿਆ ਪੂਰਾ ਪ੍ਰੋਪਰ ਤਰੀਕੇ ਨਾਲ। ਰਾਸ਼ਨ ਤਾਂ ਗਿਆ ਜਿੱਥੇ ਗਿਆ ਨਾ ਉੱਥੇ ਹੀ ਗਿਆ, ਜਿਹੜੇ ਘਰਾਂ 'ਚ ਗਿਆ ਉਹਨਾਂ 'ਚ ਹੀ ਗਿਆ। ਗਰੀਬ ਤੱਕ ਤਾਂ ਪਹੁੰਚਿਆ ਨਹੀਂ ਰਾਸ਼ਨ ਗਰੀਬ ਘਰਾਂ ਤੱਕ ਤਾਂ ਪਹੁੰਚਿਆ ਨਹੀਂ ਗਾ। ਦੇਖੋ ਲੈਣਾ ਲੱਗੀਆਂ ਸੀ ਪ੍ਰਵਾਸੀਆਂ ਦੀਆਂ, ਜਿਹੜੇ ਸਾਡੀ ਲੇਬਰ ਹੈਗੀ ਇੱਥੇ ਲੁਧਿਆਣਾ ਸ਼ਹਿਰ 'ਚ ਲੇਬਰ ਬਹੁਤ ਹੈਗੀ ਆ ਪ੍ਰਵਾਸੀਆਂ ਦੀ, ਬਹੁਤ ਜ਼ਿਆਦਾ ਰੋਡਾਂ ਦੇ ਉੱਤੇ ਗਈ ਆ। ਮੱਲੀ ਸਾਹਿਬ ਪ੍ਰਵਾਸੀਆਂ ਤੋਂ ਯਾਦ ਆਇਆ, ਠੀਕ ਹੈ ਸਰਕਾਰ ਨੇ ਰਾਸ਼ਨ ਭੇਜਿਆ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਸੋਨੂ ਸੂਦ ਸਾਡੇ ਪੰਜਾਬ ਦਾ ਮੁੰਡਾ ਵਾ, ਉਹ ਬੱਸਾਂ ਵਿੱਚ ਇੱਥੋਂ ਪ੍ਰਵਾਸੀਆਂ ਨੂੰ ਆਪਣੇ ਘਰਾਂ ਤੱਕ ਲੈ ਗਿਆ। ਸਰਕਾਰ ਨੇ ਕੋਈ ਸੁਵਿਧਾ ਨਹੀਂ ਦਿੱਤੀ। 400 500 ਕਿਲੋਮੀਟਰ ਦੇ ਪ੍ਰਵਾਸੀ ਨੇ ਇੱਥੋਂ ਪੈਦਲ ਚੱਲ ਕੇ ਆਪਣੇ ਬਿਹਾਰ ਯੂਪੀ ਤੱਕ ਪਹੁੰਚੇ ਨੇ। ਔਰ ਉਹੀ ਤਾਂ ਮੈਂ ਦੱਸਣ ਲੱਗਿਆ ਨਾ ਜੀ, ਉਹਨਾਂ ਵਾਸਤੇ ਉਹਨਾਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਆਪਣੇ ਕਾਰਜਕਰਤਾ ਨੂੰ ਵਾਰਡਾਂ ਦੇ ਵਿੱਚ ਲਾਇਆ ਵੀ ਤੁਸੀਂ ਐਸੇ ਪਰਿਵਾਰ ਦੀ ਚਿੰਤਾ ਕਰੋ। ਔਰ ਮੈਂ ਕਹਿੰਦਾ ਕੱਲੇ ਵਾਰਡ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ, ਮੰਦਿਰ ਦੇ ਵਿੱਚ ਲੰਗਰ ਬਣਿਆ, ਔਰ ਉੱਥੇ ਹੀ ਪ੍ਰਧਾਨ ਮੰਤਰੀ ਨੇ ਸੈਂਟਰ ਤੋਂ ਆਪਣੇ ਏਰੀਆ ਵਿੱਚ ਰਾਸ਼ਨ ਭੇਜਿਆ। ਪਰ ਹਲਕੇ ਦੇ ਵਿੱਚ, ਏਰੀਆ ਵਿੱਚ, ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਔਰ ਇਹ ਵੰਡਣ 'ਚ ਨਾਕਾਮ ਰਵੇ, ਤਾਂ ਕਰਕੇ ਉਹ ਸਾਰੇ ਉੱਥੋਂ ਗਏ। ਕੈਪਟਨ ਸਾਹਿਬ ਤੁਹਾਡੇ ਵਿੱਚ ਜਿਹੜੇ ਨਾਕਾਮ ਸੀ, ਫਿਰ ਨਾਕਾਮ ਬੰਦੇ ਤੁਸੀਂ ਆਪਣੀ ਪਾਰਟੀ ਸ਼ਾਮਲ ਕਿਉਂ ਕਰ ਲਏ? ਇਹ ਪਾਰਟੀਆਂ ਦਾ ਮੈਟਰ ਆ, ਇਹਦੇ ਵਿੱਚ ਧੁੰਨਾ ਜੀ ਮੈਂ ਤਾਂ ਬਹੁਤ ਛੋਟੇ ਲੈਵਲ ਦਾ ਮੁੱਖ ਮੰਤਰੀ ਸਨ ਨਾ, ਮੈਂ ਬੜੇ ਛੋਟੇ ਲੈਵਲ ਦਾ ਕਾਰਜਕਰਤਾ, ਉਹ ਤਾਂ ਤੁਹਾਨੂੰ ਇੰਟਰਨਲ ਐਲੀਗੇਸ਼ਨ ਹੈ ਵੀ ਤੁਸੀਂ ਤੁਹਾਡੇ ਕਿਸੇ ਸਕੂਲ ਦਾ ਨਾਮ ਲੈ ਰਹੇ ਨੇ, ਕਿਸੇ ਉਸ ਸਮੇਂ ਦੇ ਪਾਰਟੀ ਦੇ ਕੌਂਸਲ ਅੱਜ ਕੱਲ੍ਹ ਆਮ ਆਦਮੀ ਪਾਰਟੀ 'ਚ ਨੇ, ਸਕੂਲ ਦੇ ਵਿੱਚ ਰਾਸ਼ਨ ਜਮ੍ਹਾਂ ਕੀਤਾ ਗਿਆ ਸੀ। ਸਰ ਕੋਈ ਤਾਂ ਜਗ੍ਹਾ ਤੇ ਤੁਸੀਂ 1 ਮਿੰਟ ਭੰਡਾਰਨ ਕਿਤੇ ਤਾਂ ਕਰਨਾ ਸੀ। ਅਗਰ ਉਹ ਸਟੋਰ ਇੱਕ ਜਗ੍ਹਾ ਤੇ ਸਟੋਰ ਹੋਇਆ, ਮੰਨ ਲਓ ਮੈਂ ਵਾਰਡ ਪ੍ਰੈਜ਼ੀਡੈਂਟ ਆ ਜਾਂ ਮੈਂ ਬਲਾਕ ਪ੍ਰੈਜ਼ੀਡੈਂਟ ਆ ਜਾਂ ਮੇਰੇ ਨਾਲ ਮਹਿਲਾਵਾਂ ਜੁੜੀਆਂ ਹੋਈਆਂ, ਉਹ ਮੈਨੂੰ ਅਪਰੋਚ ਕਰਨਗੀਆਂ ਨਾ ਕਿ ਮੈਡਮ ਸਾਡੇ ਏਰੀਆ 'ਚ ਜਾਂ ਕਾਉਂਸਲਰ ਨੂੰ ਅਪਰੋਚ ਹੁੰਦੀ ਆ ਜਾਂ ਐਮਐਲਏ ਨੂੰ ਅਪਰੋਚ ਹੁੰਦੀ ਆ। ਹੁਣ ਅਪਰੋਚਿਸ ਜਿਹੜੀਆਂ ਉੱਥੇ ਜਾ ਰਹੀਆਂ ਸੀ, ਮੈਨੂੰ 20 ਥੈਲੀਆਂ ਦੀ ਲੋੜ ਹੈ, ਮੈਨੂੰ ਪਤਾ ਕਿ 20 ਥੈਲੀਆਂ ਪਹੁੰਚਾਉਣੀਆਂ ਤੇ ਅਸੀਂ ਪਹੁੰਚਾਈਆਂ। ਔਰ ਇੱਕ ਚੀਜ਼ ਤੋਂ ਨਾ ਜੀ, ਜਿਹੜੇ ਇੱਥੇ ਸਾਡੇ ਸਾਥੀ ਕਈ ਕਹਿ ਰਹੇ ਆ ਨਾ ਕਿ ਸਾਡੇ ਤੱਕ ਤੁਸੀਂ ਆਈਡੀਜ਼ ਖੋਲ ਕੇ ਦੇਖੋ, ਇਹ ਸਿਰਫ ਲੋਕਾਂ ਨੇ ਇਹ ਵੀ ਗੱਲ ਕਹੀ ਸੀਗੀ ਕਿ ਹਾਂਜੀ ਮੈਂ ਆਪਣਾ ਹੀ ਨਾਮ ਲੈ ਲੈਂਦੀ ਹਾਂ, ਚਲੋ ਕਿਸੇ ਦੇ ਕੋਲੋਂ ਨਾ। ਮਨੀਸ਼ਾ ਕਪੂਰ ਨੇ ਰਾਸ਼ਨ ਵੰਡਿਆ ਤਾਂ ਦਿਖਾ ਕੇ ਵੰਡਿਆ, ਇਸੇ ਕਰਕੇ ਦਿਖਾ ਕੇ ਵੰਡਿਆ ਸੀ ਕਿ ਬਾਅਦ ਚੋਂ ਕੋਈ ਐਲੀਗੇਸ਼ਨਸ ਨਾ ਰਹਿ ਜਾਣ। ਔਰ ਬਕਾਇਦਾ ਲੋਕਾਂ ਦੇ ਆਧਾਰ ਕਾਰਡ ਵੀ ਲੈ ਕੇ ਰੱਖੇ ਸੀ ਤਾਂ ਕਿ ਲੋਕਾਂ ਦੇ ਆਧਾਰ ਕਾਰਡ ਤੋਂ ਅਸੀਂ ਜੇ 100 ਥੈਲੀ ਲਿੱਤੀ ਕਢਾ ਲਓ। ਜਿਹੜੀਆਂ 20,000 ਰੁਪਏ ਵਾਲੇ ਸੀ, ਉਹ ਤੁਹਾਨੂੰ ਪਤਾ ਹੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਲੜਨ ਵਾਸਤੇ ਜਿਹੜੇ ਆਪਣੇ ਬੰਦਿਆਂ ਨੂੰ ਘਰਾਂ ਦੇ ਨਾਂ ਤੇ 20,000 ਦੇ ਚੈੱਕ ਆ, ਉਹ ਕਢਾ ਕੇ ਦੇਖ ਲਓ ਆਈਡੀਆਂ, ਉਹ ਸਾਰੇ
ਕੌਂਸਲਰ ਦੇ ਮੈਂਬਰ ਹੀ ਆ ਜਿਨ੍ਹਾਂ ਨੂੰ 20,000 ਰੁਪਇਆ ਮਿਲਿਆ। ਹਾਂਜੀ ਮੱਕੜ ਸਾਹਿਬ ਕੀ ਕਹਿਣਾ ਜੀ? ਧੁੰਨਾ ਜੀ ਗੱਲ ਇਹ ਆ, ਜਿਹੜੇ ਡਿਬੇਟ ਦਾ ਮੁੱਦਾ ਸੀਗਾ ਉਹਨੂੰ ਭੜਕਾ ਦਿੱਤਾ ਗਿਆ। ਕਰੋਨਾ ਕਾਲ ਬੀਤ ਗਿਆ, ਠੀਕ ਹੈ, ਸਾਰਿਆਂ ਨੇ ਕੰਮ ਕੀਤਾ, ਠੀਕ ਆ, ਇਹ ਲੜਨ ਵਾਲਾ ਵਿਸ਼ਾ ਨਹੀਂ ਹੈਗਾ। ਜੇ ਮੋਦੀ ਸਾਹਿਬ ਨੇ ਰਾਸ਼ਨ ਭੇਜਿਆ ਉਹਨਾਂ ਨੂੰ ਫੋਟੋ ਲਾ ਕੇ ਭੇਜਿਆ, ਜੇ ਪੰਜਾਬ ਸਰਕਾਰ ਨੇ ਭੇਜਿਆ ਉਹਨਾਂ ਨੂੰ ਫੋਟੋ ਲਾ ਕੇ ਭੇਜਿਆ। ਇਹ ਮੁੱਦਾ ਨਹੀਂ ਹੈਗਾ, ਮੁੱਦਾ ਨਾਰਥ ਦੀ ਡਿਵੈਲਪਮੈਂਟ ਦਾ। ਜਦੋਂ ਦੇ ਚੌਧਰੀ ਮਦਨ ਲਾਲ ਬੱਗਾ ਜੀ ਬਣੇ ਆ, ਉਦੋਂ ਦਾ ਨਕਸ਼ਾ ਚੱਕ ਲਓ ਨਾਰਥ ਦਾ, ਤੇ ਉਸ ਤੋਂ ਪਹਿਲੇ ਦਾ ਚੱਕ ਲਓ। 30 ਸਾਲ ਰਕੇਸ਼ ਪਾਂਡੇ ਜੀ ਇੱਥੇ ਐਮਐਲਏ ਰਹੇ ਨੇ, ਉਦੋਂ ਕੋਈ ਪ੍ਰੋਜੈਕਟ ਕਿਉਂ ਨਹੀਂ ਆ ਗਿਆ? ਉਦੋਂ ਸੜਕਾਂ ਕਿਉਂ ਨਹੀਂ ਬਣ ਗਈਆਂ? ਉਦੋਂ ਬਿਜਲੀ ਦੇ ਟਰਾਂਸਫਾਰਮਰ ਕਿਉਂ ਨਹੀਂ ਲੱਗੇ? ਉਦੋਂ ਲੋਕਾਂ ਦੀ ਇੱਕ ਆਵਾਜ਼ ਦੇ ਉੱਤੇ ਐਮਐਲਏ ਕਿਉਂ ਨਹੀਂ ਭੱਜਾ ਆ? ਮੁੱਦਾ ਤਾਂ ਇਹ ਆ, ਅੱਜ 1.5 ਸਾਲ ਦੇ ਵਿੱਚ ਚੌਧਰੀ ਮਦਨ ਲਾਲ ਬੱਗਾ ਜੀ ਨੇ ਇੱਕ ਨਿੱਕੀ ਤੋਂ ਨਿੱਕੀ ਵੀ ਜਿਹੜੀ ਤਕਲੀਫ ਸੀਗੀ ਇਲਾਕੇ ਦੀ, ਉਹਦੇ ਤੇ ਆਪ ਖੜ ਕੇ ਜਾ ਕੇ ਉਹਨਾਂ ਦੇ ਦੋਨੋਂ ਬੇਟੇ ਅਮਨ ਬੱਗਾ, ਗੌਰਵ ਬੱਗਾ ਜੀ ਦਿਨ ਰਾਤ ਲੋਕਾਂ ਦੇ ਵਿੱਚ ਰਹਿੰਦੇ ਆ, ਠੀਕ ਹੈ। ਕੋਈ ਕਹਿ ਰਿਹਾ ਜੀ ਹੁਣ ਇਹ ਕੰਮ ਦਾ ਜੀ ਕੌਂਸਲਰ ਲੈਵਲ ਦਾ ਸੀ, ਜੇਕਰ ਉਹਨਾਂ ਨੂੰ ਸਿੱਧੀ ਅਪਰੋਚ ਹੋਈ, ਉਹਨਾਂ ਨੇ ਸੁਣਵਾਈ ਕੀਤੀ ਔਰ ਕੰਮ ਕਰਕੇ ਦਿਖਾਇਆ, ਪਹਿਲੇ ਕਿਉਂ ਨਹੀਂ ਕੀਤਾ ਗਿਆ ਜੀ ਕੰਮ? ਦੂਜੀ ਗੱਲ ਹੈ, ਬੀਜੇਪੀ ਦੇ ਮੇਰਾ ਭਰਾ ਖੜਾ ਨਰਿੰਦਰ ਮੱਲੀ, ਇਹ ਦੱਸੋ ਵੀ 3 ਵਾਰੀ ਇਹਨਾਂ ਦਾ ਕੈਂਡੀਡੇਟ ਹਰਿਆ, 15 ਸਾਲ ਤੋਂ ਰੈਗੂਲਰ ਹਰਿਆ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਕੋਈ ਨਜ਼ਰ ਆਇਆ? ਕਿਹੜੇ ਮੁੱਦੇ ਤੇ ਅੱਜ ਤੱਕ ਬੋਲਿਆ? ਕਿਹੜੇ ਮੁੱਦੇ ਵਾਸਤੇ ਐਜੀਟੇਸ਼ਨ ਕੀਤਾ? ਫਿਰ ਨਾ ਜੀ ਨਾ ਮੱਲੀ ਸਾਹਿਬ ਗੱਲ ਸੁਣੋ, ਉਹਨਾਂ ਦਾ ਤੁਹਾਡਾ ਦਾ ਦਫ਼ਤਰ ਆ, ਨਾ ਜੀ ਨਾ ਦਫ਼ਤਰ ਬਾਂਸਲ ਜੀ ਦਾ ਦਫ਼ਤਰ ਆ, ਔਰ 15 ਸਾਲ ਉਹ ਪਬਲਿਕ ਦੇ ਵਿੱਚ ਰਹੇ, ਔਰ ਅੱਜ ਵੀ ਆ ਤੁਹਾਡੇ ਬੁੱਢੇ ਨਾਲੇ ਦੀ ਜਿਹਦੀ ਮੈਂ ਗੱਲ ਕੀਤੀ ਆ ਵੀ ਆ ਵਿੱਚ ਡਿੱਗ ਜਾ। ਦੱਸੋ ਜੀ ਉਹ ਕਿਹੜਾ ਪ੍ਰੋਜੈਕਟ ਲੱਗਾ ਸੈਂਟਰ ਗਵਰਨਮੈਂਟ? ਮੈਂ ਪ੍ਰਵੀਨ ਬਾਂਸਲ ਜੀ ਦੀ ਗੱਲ ਕਰਦੀ ਆ। ਪ੍ਰਵੀਨ ਬਾਂਸਲ ਜੀ ਨੇ ਇੱਕ ਵੀ ਬੰਦੇ ਦੀ ਸੁਣਵਾਈ ਬਣਾ ਕੇ ਦਿੱਤੀ ਹੈ। ਦਫ਼ਤਰ ਬਣਾ ਕੇ ਬੈਠੇ, ਕਦੀ ਨਜ਼ਰ ਨਹੀਂ ਆਇਆ ਜੀ? ਦਿਖਾ ਦੇ ਨਾ। ਬੀਜੇਪੀ ਇੱਕ ਮਿੰਟ ਮੱਕੜ ਜੀ, ਅਗਰ ਇਹ ਕਹਿੰਦੇ ਕਿ ਜੀ ਇੱਕ ਮਿੰਟ ਸਰ, ਤੁਸੀਂ ਸਰ ਹੁਣ ਮੈਨੂੰ ਗੱਲ ਕਰਨ ਦਿਓ। ਬਾਂਸਲ ਸਾਹਿਬ ਨੇ ਐਮਪੀ ਸਾਹਿਬ ਨੇ 2024 ਚ ਲੜਨਾ ਤੇ ਉਹ ਅੱਜ ਦਿਖ ਰਹੇ ਆ, ਤੇ ਪ੍ਰਵੀਨ ਬਾਂਸਲ ਜੀ ਤਾਂ ਦਿਨਾਂ ਚ ਦਿਖਦੇ ਨੇ, ਹਫਤਾ ਪਹਿਲਾਂ ਦਿਖਦੇ ਆ। ਮੁੱਦਾ ਵਿਹੀਨ ਹੋ ਗਏ ਆ, ਕੋਈ ਮੁੱਦਾ ਨਹੀਂ ਹੈਗਾ। ਸੁਣ ਲਓ, ਕੋਈ ਮੁੱਦਾ ਨਹੀਂ ਹੁਣ ਜਿੰਨਾ ਮਰਜ਼ੀ ਕਹਿ ਲਓ, ਆਟਾ ਗੁੰਦੀ ਹਿਲਦੀ ਕਿਉਂ? ਠੀਕ ਹੈ ਜੀ, ਮੈਨੂੰ ਦੱਸੋ ਵੀ ਕਿਹੜੇ ਪਾਰਟੀ ਦੇ ਲੀਡਰ ਨੇ, ਚਾਹੇ ਕੋਈ ਕਾਂਗਰਸ ਦਾ, ਚਾਹੇ ਅਕਾਲੀ ਨੇਕ ਸਿੰਘ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ, ਮੈਂ ਉਹਨਾਂ ਨੂੰ ਐਗਰੀ ਕਰਦਾ। ਸੜਕਾਂ ਬਣਾਉਣੀਆਂ, ਸੀਵਰੇਜ, ਪਾਣੀ, ਜੇ ਉਹ ਇਹ ਕਾਉਂਸਲਰ ਦਾ ਕੰਮ ਹੈ। ਪ੍ਰੋਜੈਕਟ ਕਿਹੜਾ ਨਾ ਤਾਂ ਪ੍ਰੋਜੈਕਟ ਪਿੱਛੇ ਪਾਂਡੇ ਸਾਹਿਬ ਕੋਈ ਲੈ ਕੇ ਆਇਆ ਜੋ ਮੇਰੀ ਨੌਲੇਜ ਆ, ਬੱਗਾ ਸਾਹਿਬ ਕਿਹੜਾ ਪ੍ਰੋਜੈਕਟ ਲੈ ਕੇ ਆਇਆ ਤੁਹਾਡੇ ਨਾਰਥ ਡਿਵੈਲਪਮੈਂਟ? ਇੱਕ ਗੱਲ ਸੁਣੋ ਜੀ, ਇਹ ਕਹਿੰਦੇ ਵੀ ਐਮਐਲਏ ਦਾ ਕੰਮ ਹੈ ਜੀ, ਠੀਕ ਹੈ ਜੀ, ਕਾਉਂਸਲਰ ਦਾ ਕੰਮ ਹੈ। ਜੇਕਰ ਪਿਛਲੇ ਸੀਗੇ ਉਹਨਾਂ ਨੇ ਕੰਮ ਕਿਉਂ ਨਹੀਂ ਕੀਤੇ? ਪ੍ਰੋਜੈਕਟ ਦੀ ਗੱਲ ਦੱਸੋ, ਪ੍ਰੋਜੈਕਟ ਕਿਹੜਾ? ਗੱਲ ਸੁਣੋ ਜੀ, ਜਿਹੜੀ ਸੜਕਾਂ ਟੁੱਟੀਆਂ ਪਈਆਂ ਸੀਗੀਆਂ, ਸੁਣੋ, ਅੱਜ ਤੱਕ ਕੰਮ ਹੋ ਨਹੀਂ ਰਿਹਾ ਸੀ। ਪ੍ਰੈਕਟੀਕਲ ਤਰੀਕੇ ਨਾਲ ਕੰਮ ਕਿਹਨੇ ਸ਼ੁਰੂ ਕਰਾਇਆ? ਬੱਗਾ ਜੀ ਨੇ। ਇਹ ਜਿਹੜਾ ਸਮਾਰਟ ਸਿਟੀ ਵਾਲਾ ਪ੍ਰੋਜੈਕਟ ਆ ਬੁੱਢਾ ਦਰਿਆ, ਸੁਣੋ ਜੀ, ਇਹਦੇ ਤੇ ਕਿੰਨੇ ਉਦਘਾਟਨ ਹੋ ਗਏ, ਕਿੰਨਿਆਂ ਦੇ ਪੱਥਰ ਲੱਗ ਗਏ। ਇਹ ਸੀਵਰੇਜ ਦਾ ਜਿਹੜਾ ਹੈਗਾ ਬੁੱਢਾ ਨਾਲਾ ਸਾਫ਼ ਕਿਉਂ ਨਹੀਂ ਹੋਇਆ? ਸੁਣੋ, ਅੱਜ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਇਆ ਜਾ ਰਿਹਾ, ਕਿਹਦੀ ਦੇਣ? ਧੁੰਨਾ ਜੀ। ਇਹਦੇ ਨਾਲ ਨਾ ਤਾਂ ਸਮਾਰਟ ਸਿਟੀ ਵਾਲਾ ਪ੍ਰੋਜੈਕਟ ਦਾ ਕੋਈ ਲੈਣਾ ਦੇਣਾ। ਸੁਣੋ, ਕੰਮ ਤਾਂ ਕਰੋ ਨਾ, ਗੱਲਾਂ ਨਾਲ ਥੋੜੀ ਕੰਮ ਹੋਣਾ। ਇਹਦੇ ਨਾਲ ਸੀਵਰੇਜ ਪੈ ਗਿਆ ਜੀ, ਉਹ ਹੈਬੋਵਾਲ ਚੌਂਕ ਤੋਂ ਲੈ ਕੇ, ਠੀਕ ਹੈ ਜੀ, ਇਹ ਕੁੰਦਨਪੁਰੀ ਦੇ ਪੁਲੀ ਤੱਕ ਨਾਲ ਪੁਲ ਪਾ ਕੇ ਸੀਵਰੇਜ, ਔਰ ਜਿੰਨਾ ਕਰੈਕਸ਼ਨ ਸੀ ਸੀਵਰੇਜ ਦਾ ਉਹ ਸਾਰਾ ਜੋੜ ਦਿੱਤਾ। ਸਫਾਈ ਤਾਂ ਹੀ ਹੋਊਗੀ, ਠੀਕ ਹੈ ਜੀ। ਐਵੇਂ ਗੱਲਾਂ ਜਿਹੜਾ ਜੋੜਿਆ ਉਹ ਕਾਹਦੇ ਵਾਸਤੇ ਜੋੜਿਆ ਗਿਆ ਪਤਾ? ਬਿਲਕੁਲ ਜੀ, ਕਾਹਦੇ ਵਾਸਤੇ? ਨਹੀਂ ਸੀਵਰੇਜ ਦਾ ਗੰਦਾ ਪਾਣੀ ਵਿੱਚ ਜਾਂਦਾ ਸੀ, ਜਿਹੜਾ ਚੱਲ ਰਿਹਾ ਉਹਦਾ ਸੀਵਰ ਜਿਹੜਾ ਐਸਪੀ ਪਲਾਂਟ ਲੱਗਿਆ, ਉਹ ਪਾਣੀ ਬੱਲੋਗਲ ਪਲਾਂਟ ਤੇ ਲੈ ਕੇ ਜਾਣਾ, ਔਰ ਇਹ ਸਮਾਰਟ ਸਿਟੀ ਦਾ ਪ੍ਰੋਜੈਕਟ ਆ। ਗੱਲਾਂ ਨਾਲ ਥੋੜਾ ਕੰਮ ਹੋ ਰਿਹਾ। ਜਿਹੜੀ ਆਯੁਸ਼ਮਾਨ ਯੋਜਨਾ ਦੀ ਗੱਲ ਕਰਦੇ ਜੀ, ਮੋਦੀ ਸਾਹਿਬ ਵੀ ਕਹਿੰਦੇ ਦੇਣ ਆ। ਮੈਨੂੰ ਇਹ ਦੱਸ ਦਿਓ ਵੀ ਕਰੋਨਾ ਤੋਂ ਬਾਅਦ ਹੁਣ ਤੱਕ ਕਿਹੜੇ ਆਯੁਸ਼ਮਾਨ ਕਾਰਡ ਦੇ ਉੱਤੇ ਲੋਕਾਂ ਦੇ ਹੋ ਰਿਹਾ ਜੀ? ਜਾ ਕੇ ਦੱਸੋ ਨਾ। ਉਹ ਉਹਨਾਂ ਦੀ ਪੇਮੈਂਟ ਪੰਜਾਬ ਸਰਕਾਰ ਨੂੰ ਰੋਕਿਆ ਗਈਆਂ। ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਵਾਲਿਆਂ ਦੀ ਰੋਕਿਆ ਗਿਆ ਜੀ, ਇਹ ਸੈਂਟਰ ਗਵਰਨਮੈਂਟ ਦਾ। ਇਹ ਕਹਿੰਦੇ ਸੈਂਟਰ ਗਵਰਨਮੈਂਟ ਦਾ, ਫਿਰ ਪੰਜਾਬ ਸਰਕਾਰ ਦਾ ਕਹਿ ਦੇਣ। ਚਲੋ, ਇਹਨਾਂ ਨੂੰ ਬਿਨਾਂ ਡਾਟੇ ਤੋਂ ਆ ਗਏ ਨੇ, ਠੀਕ ਹੈ। ਸਿਰਫ ਇਹ ਮੁੱਦਾ ਵੀ ਲੈ ਵੀ ਐਮਐਲਏ ਦੇ ਜਿਹੜੇ ਕੀਤੇ ਕੰਮ ਆ ਉਹਦੇ ਤੇ ਚਾਨਣਾ ਨਹੀਂ ਪਾਉਣਾ ਚਾਹੁੰਦੇ। ਇਹ ਘਬਰਾ ਗਏ ਨੇ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ, ਸਿਰਫ ਇੱਕੋ ਮੁੱਦਾ ਵੀ ਸੁਣੋ ਜੀ, ਰੰਗਲਾ ਪੰਜਾਬ ਵੀ ਬਣ ਗਿਆ, ਸਭ ਕੁਝ ਬਣ ਰਿਹਾ। ਪਹਿਲੇ ਇਲਾਕੇ ਡਿਵੈਲਪਮੈਂਟ ਦਾ ਦੇਖੋ ਜਾ ਕੇ, ਪੰਜਾਬ ਦੀ ਗੱਲ ਕਰਾਂਗੇ, ਪਹਿਲੇ ਅਸੀਂ ਨਾਰਥ ਦੀ ਗੱਲ ਕਰ ਰਹੇ ਹਾਂ। ਸਰ ਮੈਂ ਚੀਜ਼ ਕਹਾਂਗੀ, ਕਹਿੰਦੇ ਜੀ ਵਿਆਹ ਕਰਾ ਕੇ ਰੰਗਲਾ ਪੰਜਾਬ, ਇਹ ਅਗਲੇ ਦਾ ਪਰਸਨਲ ਇਸ਼ੂ ਹੈ ਕਿ ਕੋਈ ਵਿਆਹ ਕਰਾ ਰਿਹਾ, ਕੁਝ ਕਰਾ ਰਿਹਾ। ਇਸ ਚੀਜ਼ ਤੇ ਮੈਂ ਵੀ ਕੋਈ ਵਿਆਹ ਕਰਾ ਰਿਹਾ, ਕੋਈ ਸਰ ਥੀਸ ਆਰ ਨਾਟ ਇਸ਼ੂਜ਼, ਇਹਨੂੰ ਨਾ ਲੈ ਕੇ ਚੱਲੋ। ਸਭ ਦੀ ਆਪਣੀ ਪਰਸਨਲ ਲਾਈਫ ਹੁੰਦੀ ਹੈ। ਗੌਰਵ ਜੀ ਪਲੀਜ਼ ਇਹ ਚੀਜ਼ ਨਾ ਲੈ ਕੇ ਚੱਲੋ, ਕੋਈ ਵਿਆਹ ਕਰਾ ਰਿਹਾ। ਮੈਂ ਸੈਕਿੰਡਲੀ ਗੱਲ ਕਹਿ ਰਹੀ ਹਾਂ, ਸਾਰੇ ਖੜੇ ਆ, ਮੱਲੀ ਵੀਰ ਜੀ ਖੜੇ ਨੇ, ਪ੍ਰਵੀਨ ਬਾਂਸਲ ਜੀ ਆਉਂਦੇ ਨੇ, ਐਮਐਲਏ ਦੇ ਇਲੈਕਸ਼ਨਸ ਆਉਂਦੇ ਆ, ਉਹਨਾਂ ਨੂੰ ਟਿਕਟ ਮਿਲਦੀ ਹੈ, ਜਾਂ ਕੋਈ ਹੋਰ ਭਾਜੀ ਆਉਂਦੇ ਨੇ ਉਹਨਾਂ ਨੂੰ ਐਮਐਲਏ। ਮੈਨੂੰ ਇਹ ਦੱਸੋ, ਅਗਰ ਐਮਐਲਏ ਰਕੇਸ਼ ਪਾਂਡੇ ਜੀ ਨੇ ਕੰਮ ਕਰਾਇਆ, ਅੱਜ ਖੜੇ ਆ ਨਾ ਪਾਰਕਾਂ 'ਚ। ਦੂਸਰੀ ਗੱਲ, ਮੈਨੂੰ ਇਹ ਕਹਿੰਦੇ ਕਿ ਜੀ ਐਮਪੀ ਸਾਹਿਬ ਅੱਜ 2024 ਦੇ ਇਲੈਕਸ਼ਨ ਦੇ ਲਈ ਆ ਗਏ,
ਮੈਦਾਨ 'ਚ ਉਤਰੇ, ਕੰਮ ਕਰਾ ਰਹੇ ਆ, ਪੁੱਛ ਰਹੇ ਆ ਲੋਕਾਂ ਨੂੰ। ਤੁਹਾਡੇ ਤਾਂ ਜਿਹੜੇ ਜਿਨ੍ਹਾਂ ਨੇ ਫਾਈਟ ਕਰਨੀ ਹੁੰਦੀ ਉਹ ਤਾਂ ਹਫਤਾ ਪਹਿਲਾਂ ਬਾਹਰ ਨਿਕਲਦੇ ਆ ਜੀ, ਬੀਜੇਪੀ ਕੋ ਵੋਟ ਡਾਲੋ। ਜਿੱਤੇ ਹੋਏ ਨੇ ਜੀ, ਜਿੱਤੇ ਹੋਏ ਨੁਮਾਇੰਦੇ ਨੇ, ਉਹ ਜਿੱਤੇ ਹੋਏ ਨੁਮਾਇੰਦੇ ਨੇ, ਉਹਨੇ ਆਉਣ ਇਲੈਕਸ਼ਨ ਲੜਨੀ ਆ। ਐਮਪੀ ਸਾਹਿਬ ਜਿੱਤੇ ਹੋਏ ਨੁਮਾਇੰਦੇ। ਇੱਕ ਪਾਸੇ ਕਾਂਗਰਸ ਪਾਰਟੀ ਕਹਿ ਰਹੀ ਹੈ ਵੀ ਰਕੇਸ਼ ਪਾਂਡੇ ਸਾਹਿਬ ਨੇ ਹਲਕੇ ਦੇ ਵਿੱਚ ਬਹੁਤ ਵਿਕਾਸ ਕਰਾਇਆ, ਦੂਜੇ ਪਾਸੇ ਬੱਗਾ ਜੀ ਦੇ ਸਪੋਰਟਰ ਕਹਿ ਰਹੇ ਬਹੁਤ ਵਿਕਾਸ ਕਰਾਇਆ। ਅਸੀਂ ਆ ਪਾਰਕ ਦੇ ਵਿੱਚ ਖੜੇ ਹਾਂ, ਪਾਰਕ ਦੇ ਵਿੱਚ ਗੋਡੇ ਗੋਡੇ ਬੂਟੀ ਹੈ। ਇਹ ਹਾਲਾਤ ਤੁਸੀਂ ਪਾਰਕ ਦੇ ਦੇਖ ਸਕਦੇ ਹੋ ਕੀ ਹੈ। ਹੁਣ ਇਹਨਾਂ ਵਾਸਤੇ ਮਨੀਸ਼ਾ ਕਪੂਰ ਜੀ ਤੋਂ ਪਹਿਲਾਂ ਜਵਾਬ ਲਵਾਂਗੇ, ਫਿਰ ਮੱਕੜ ਸਾਹਿਬ ਤੋਂ ਜਵਾਬ ਲਵਾਂਗੇ, ਫਿਰ ਇਧਰ ਭਾਈ ਸਾਹਿਬ ਕੋਲ ਬੈਠੇ ਨੇ, ਇਹਨਾਂ ਤੋਂ ਸਵਾਲ ਲਵਾਂਗੇ। ਹਾਂਜੀ ਸਰ ਇਸ ਵਾਰਡ ਦੇ ਕਾਉਂਸਲਰ ਬੀਜੇਪੀ ਦੇ ਨੇ। ਕੌਂਸਲ ਦੀ ਗੱਲ ਕਿਉਂ ਆ ਗਈ ਜੀ? ਪਹਿਲਾਂ ਐਮਐਲਏ ਦੀ ਆ ਗਈ। ਐਕਸ ਮੈਂ ਇਹਨਾਂ ਦੇ 1 ਮਿੰਟ ਮੈਂ ਬਾਜੀ ਦੇ ਛੱਡੋ ਜੀ, ਉਹਨੂੰ ਛੱਡੋ। ਹੁਣ ਮੇਰੇ ਸਵਾਲ ਦਾ ਜਵਾਬ ਦਿਓ। ਜੇ ਪਾਂਡੇ ਸਾਹਿਬ ਚਲੋ ਪੁੱਛੋ ਕੁਝ। ਜੇ ਪਾਂਡੇ ਸਾਹਿਬ ਨੇ ਡਿਵੈਲਪਮੈਂਟ ਕੀਤੀ ਆ, ਕੀ ਉਹ ਪਾਂਡੇ ਸਾਹਿਬ ਦੀ ਡਿਵੈਲਪਮੈਂਟ ਵਿੱਚ ਇਹ ਪਾਰਕ ਨਹੀਂ ਆਈ ਹੈਗੀ? ਆਈ ਹੈ ਤੇ ਇਹ ਡਿਵੈਲਪ ਕਿਉਂ ਨਹੀਂ ਹੋਈ ਆ? ਪਿੱਛੇ ਹਾਲਾਤ ਦੇਖੋ ਕੀ ਨੇ ਪਾਰਕ ਦੇ ਜੀ। ਸਰ। ਫਿਰ ਉਹੀ ਗੱਲ, ਤੁਹਾਡਾ ਕੁਐਸਚਨ ਦਾ ਆਨਸਰ ਵੀ ਵਿੱਚ ਹੀ ਹੈ। ਉਹਨਾਂ ਨੇ ਕਿਹਾ ਕਿ ਐਮਐਲਏ ਤੋਂ ਬਾਅਦ ਕਾਉਂਸਲਰ ਦੀ ਡਿਊਟੀ ਨਹੀਂ ਹੁੰਦੀ। ਐਮਐਲਏ ਦਾ ਫਰਜ਼ ਹੈ ਨਾ ਪ੍ਰੋਜੈਕਟ, ਉਹਨਾਂ ਦੇ ਵੱਡੇ ਵੱਡੇ ਪ੍ਰੋਜੈਕਟ ਉਹ ਤਾਂ ਕਹਿ ਰਹੇ ਸੈਂਟਰ ਤੋਂ ਲੈ ਕੇ ਆਏ ਸਟੇਟ ਵਾਲੇ। ਜਵਾਬ ਵੀ ਤੁਹਾਡੇ ਕੋਲ ਸਰ ਇਹਦੇ ਵਿੱਚ ਇਦਾਂ ਮੈਂ ਦੇਖੋ ਬੰਦੀਆਂ ਦੇ ਪਾਰਕ ਕਿਉਂ ਨਹੀਂ ਸੁਧਾਰੀ ਗਈ? ਪਾਰਕ ਹੈ ਜੀ, ਉਹਦੀ ਪੀਐਮਸੀ ਇੱਕ ਕਮੇਟੀ ਉਹਦੀ ਪਾਰਕ ਮੈਨੇਜਮੈਂਟ ਕਮੇਟੀ, ਠੀਕ ਹੈ ਜੀ। ਜਦੋਂ ਕੌਂਸਲਰ ਦਾ ਹੁਣ ਕਾਰਜਕਾਲ ਖਤਮ ਹੋ ਗਿਆ, ਠੀਕ ਹੈ ਜੀ, ਪੀਐਮਸੀ ਕਮੇਟੀਆਂ ਸਾਰੀਆਂ ਭੰਗ ਹੋਈਆਂ ਹੋਈਆਂ। ਜਿਸ ਵੇਲੇ ਇਲੈਕਸ਼ਨ ਆਣਗੇ ਉਸ ਤੋਂ ਕਮੇਟੀਆਂ ਬਣਨਗੀਆਂ। ਜਦੋਂ ਕੌਂਸਲਰ ਸਾਰੇ ਕੰਮ ਵਿਧਾਇਕ ਕਰਦੇ ਫਿਰਦੇ ਆ ਤਾਂ ਆਹ ਕੰਮ ਕਿਉਂ ਨਹੀਂ ਹੋ ਰਿਹਾ? ਜਦੋਂ ਵਿਧਾਇਕ ਕੰਮ ਸਾਰੇ ਕਰਦੇ ਫਿਰਦੇ ਆ, ਸੁਣੋ ਸਰ ਟਿਊਬਵੈਲ ਦੇ ਉਦਘਾਟਨ ਕੌਂਸਲਰ ਐਮਐਲਏ ਕਰਦੇ ਫਿਰਦੇ ਆ। ਦੇਖੋ ਜੀ ਕਰ ਰਹੇ ਆ, ਉਹ ਇੱਕ ਜਿਹੜੀ ਹੈਗੀ ਆ ਪਹਿਲੇ ਦਾ ਪ੍ਰੋਜੈਕਟ ਜਿਹੜੇ ਚੱਲਦੇ ਪਏ ਆ ਉਹ ਉਹਨਾਂ ਨੇ ਤਿਆਰ ਕਰਾਤੇ, ਠੀਕ ਹੈ। ਟਿਊਬਵੈਲ ਦੀ ਅਲੱਗ ਗੱਲ ਹੈ। ਇਹ ਜਿਹੜੇ ਪਾਰਕ ਮੈਨੇਜਮੈਂਟ ਕਮੇਟੀ ਆ, ਫੰਡ ਇਹਨਾਂ ਨੂੰ ਆਂਦਾ ਪਾਰਕ ਮੈਨੇਜਮੈਂਟ ਕਮੇਟੀ ਨੂੰ, ਉਹ ਐਮਐਲਏ ਨੂੰ ਨਹੀਂ ਆਣਾ। ਜਿਹੜਾ ਕੰਮ ਐਮਐਲਏ ਦੇ ਅੰਡਰ ਹੈਗਾ ਉਹ ਐਮਐਲਏ ਸਾਹਿਬ ਕਰਵਾ ਰਹੇ ਨੇ, ਔਰ ਇਹਨਾਂ ਵੱਲ ਵੀ ਧਿਆਨ ਆ। ਸੁਣ ਲਓ ਤੁਸੀਂ, ਹੁਣ ਬਾਰਿਸ਼ਾਂ ਸੀਜ਼ਨ ਖਤਮ ਹੋਊਗਾ, ਇਹ ਨਵੀਆਂ ਕਮੇਟੀਆਂ ਵੀ ਤਿਆਰ ਹੋ ਗਈਆਂ, ਸਭ ਕੰਮ ਹੋਣਗੇ, ਤੁਹਾਡੇ ਸਾਹਮਣੇ ਆਊਗਾ। ਹੁਣ ਕਹਿੰਦੇ ਆ ਜੀ ਮੈਡਮ ਨਾਲ ਗੱਲ ਕੀਤੀ ਆ, ਉਹ ਕਹਿੰਦੇ ਕਾਉਂਸਲਰ ਨਾਲ। ਇੱਕ ਮੇਰੀ ਗੱਲ ਸੁਣ ਲਓ, ਗੁਰੂ ਅਮਰਦਾਸ ਡਿਸਪੈਂਸਰੀ ਹੈ ਇੱਥੇ, ਉਹ ਗੁਰੂਆਂ ਦੇ ਨਾਂ ਤੇ ਡਿਸਪੈਂਸਰੀ ਕਿੰਨੇ ਚਿਰ ਤੋਂ, ਬੜੇ ਚਿਰ ਤੋਂ, ਲੰਬੇ ਸਮੇਂ ਤੋਂ ਚੱਲਦੀ ਪਈ ਆ। ਹੈ ਜੀ, ਨਹੀਂ ਲੰਬੇ ਤੋਂ ਕਾਫੀ ਲੰਬੇ ਸਮੇਂ ਤੋਂ ਚੱਲਦੀ ਪਈ ਆ। ਉਹਦੇ ਤੇ ਫੋਟੋ ਲੱਗ ਗਈ, ਉਹ ਆਮ ਡਿਸਪੈਂਸਰੀ ਬਣ ਗਈ ਜੀ। ਇਹ ਹੋਣਾ ਚਾਹੀਦਾ। ਜੇ ਗੁਰੂਆਂ ਨੂੰ ਨਹੀਂ ਬਖਸ਼ਦੇ, ਇਹ ਜੇ ਗੁਰੂਆਂ ਨੂੰ ਨਹੀਂ ਬਖਸ਼ਦੇ ਤਾਂ ਕਿਹਨੂੰ ਬਖਸ਼ਣਗੇ? ਡਿਸਪੈਂਸਰੀ ਕਿੱਥੇ ਜੀ? ਆਹ ਨਾਲ ਅੱਗੇ ਪਾਸੇ ਸੁਣ ਲਓ, ਉੱਥੇ ਅੱਜ ਵੀ ਤੁਸੀਂ ਹੁਣੇ ਚਲੇ ਜਾਓ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਨਾਮ ਹੀ ਲਿਖਿਆ ਹੋਇਆ, ਠੀਕ ਹੈ ਜੀ। ਗੱਲ ਸੁਣੋ, ਹੁਣ ਅੰਦਰ ਦੇ ਆ ਕੇ ਦੱਸੋ। ਅੰਦਰ ਫੋਟੋ ਬਾਈ ਜੀ ਅੰਦਰ ਚਲੋ। ਮੈਂ ਕਹਿੰਦਾ ਆਪਾਂ ਸਾਰੀ ਪਬਲਿਕ ਚੱਲਦੇ ਆਂ, ਆਪਾਂ ਸਾਰੀ ਪਬਲਿਕ ਚੱਲਦੇ ਆਂ। ਇੱਕ ਮਿੰਟ, ਇਸ ਹਲਕੇ ਦੇ ਵਿੱਚ ਸੁਣੋ, ਕਿਸੇ ਹੁਣ ਪਾਰਟੀਆਂ ਦੀ ਗਰਾਊਂਡ ਖਤਮ ਹੋ ਗਈ ਆ, ਇਹਨਾਂ ਨੂੰ ਮੁੱਦਾ ਚਾਹੀਦਾ, ਕੋਈ ਵੀ ਚੱਕ ਲਿਆ ਨਾ, ਇਹਨਾਂ ਨੇ ਕੰਮ ਦੀ ਸ਼ਲਾਘਾ ਨਹੀਂ ਕਰਨੀ। ਅੰਦਰ ਫੋਟੋ ਕਿਹਦੀ ਲੱਗੀ ਵੀ ਆ? ਅੰਦਰ ਫੋਟੋ ਕਿਹਦੀ ਲੱਗੀ ਵੀ ਆ? ਇੱਕ ਮਿੰਟ ਮੈਨੂੰ ਦੱਸੋ, ਗੁਰੂ ਅਮਰਦਾਸ ਦੀ ਲੱਗੀ ਫੋਟੋ? ਉਹ ਬਾਈ ਜੀ ਗੁਰੂ ਅਮਰਦਾਸ ਦੀ ਤੁਸੀਂ ਉਹਨੇ ਗੁਰੂ ਸਾਹਿਬ ਦੀ ਗੱਲ ਕੀਤੀ ਹੈ, ਗੁਰੂ ਸਾਹਿਬ ਦਾ ਨਾਮ ਹੈ ਜੀ। ਗੁਰੂ ਸਾਹਿਬ ਨਹੀਂ ਹੈ। ਅਗਰ ਬੀਜੇਪੀ ਵਾਲੇ ਕਹਿੰਦੇ ਆ ਜੀ ਹਿੰਦੂਇਜ਼ਮ ਕਿੰਨਾ ਰੌਲਾ ਪਿਆ? ਰੋਲਾ ਪਾਣਾ ਹੈ ਜੀ, ਵਿਪਕਸ਼ ਨੇ ਪਾਣਾ, ਕੰਮ ਕਰਨ ਨੂੰ ਰੋਕਣਾ। ਅਸੀਂ ਕੰਮ ਕਰ ਰਹੇ ਹਾਂ, ਤੁਸੀਂ ਰੋਕਣਾ। ਪਾਓ ਰੋਲਾ, ਤੁਹਾਡਾ ਰੋਲਾ ਹੁਣ ਕਿਸੇ ਨੇ ਨਹੀਂ ਸੁਣਨਾ ਜੀ। ਡਿਵੈਲਪਮੈਂਟ ਦੇ ਨਾਂ ਤੇ ਕੋਈ ਰੌਲਾ ਨਹੀਂ, ਜਿਹੜਾ ਕੰਮ ਕਰਨਾ ਉਹ ਕਰਨਾ ਚਾਹੀਦਾ। ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ। 1 ਮਿੰਟ ਤੂੰ ਨਾ ਜੀ, ਫਿਰ ਇਹ ਗੱਲ ਕਹਿ ਦੋ ਵੀ 30 ਸਾਲ ਦੇ ਵਿੱਚ ਜਿੰਨਾ ਵਿਕਾਸ ਨਹੀਂ ਹੋਇਆ ਅੱਜ ਹੋਇਆ। ਇਹ ਗੱਲ ਕਹਿਣ ਸੁਣੋ, ਮੇਰੀ ਬੇਨਤੀ ਸੁਣੋ। ਉਹਨਾਂ ਨੇ ਆਪਣੀ ਤਕਲੀਫ ਦੱਸੀ ਹੈ, ਔਰ ਇਤਰਾਜ਼ ਆ ਦੂਜਿਆਂ ਨੂੰ ਵੀ ਪਾਰਟੀ ਲੈਵਲ ਤੇ ਸਵਾਲ। ਨਹੀਂ ਔਰ ਇੱਕ ਮਿੰਟ ਓਏ, ਇੱਕ ਮਿੰਟ, ਨਹੀਂ ਮਾਤਾ ਜੀ ਨਹੀਂ, ਪਲੀਜ਼ ਸੁਣੋ ਵੀ ਉਹਨਾਂ ਨੇ ਅਸਲੀਅਤ ਦੱਸੀ ਵੀ ਮੈਂ ਇਸ ਪਾਰਟੀ ਨੂੰ ਸੰਬੰਧ ਰੱਖਦੀ ਆ। ਕਿ ਜਿਹੜਾ ਬੰਦਾ ਮੈਨੂੰ ਸੰਬੰਧ ਰੱਖਦਾ ਕਿ ਉਹ ਇਲਾਜ ਕਰਾ ਕੇ ਤਾਂ ਸਹੀ ਦੱਸ ਨਹੀਂ ਸਕਦਾ। ਯਾ ਉਹਨੇ ਅਸਲੀਅਤ ਦੱਸਤੀ। ਜੇ ਉਹ ਹੋਰ ਵੀ ਦੱਸ ਸਕਦੀ ਸੀ ਵੀ ਮੈਂ ਨਹੀਂ ਇਸ ਪਾਰਟੀ ਨਾਲ ਸੰਬੰਧ ਰੱਖਦਾ। ਜੀ ਇਹ ਡਾਕਟਰੀ ਪੇਸ਼ੇ ਦਾ ਕੰਮ ਹੈ ਵੀ ਡਾਕਟਰ ਨੇ ਕਿਹੜੀ ਪ੍ਰੋਬਲਮ ਦੀ ਕਿਹੜੀ ਦਵਾਈ ਦੇਣੀ ਹੈ, ਇਹਦੇ ਬਾਰੇ ਸਾਨੂੰ ਨਹੀਂ ਪਤਾ। ਜੇ ਕੋਈ ਪ੍ਰੋਬਲਮ ਹੈਗੀ ਫਿਰ ਵੀ ਐਮਐਲਏ ਸਾਹਿਬ ਨੂੰ ਲਿਆ ਕੇ ਧਿਆਨ 'ਚ ਇਹ ਵੀ ਹੱਲ ਹੋਏਗਾ। ਮੈਂ ਇੱਕ ਗੱਲ ਦੱਸਣਾ ਚਾਹਨੀ ਹਾਂ, ਬਾਪੂ ਜੀ ਆ ਕੇ ਕਹਿ ਕੇ ਗਏ ਕਿ ਜਦੋਂ ਕਾਉਂਸਲਰ ਦਾ ਸਮਾਂ ਸੀਗਾ ਤੇ ਜਦੋਂ ਸਰ ਆਪਣੇ ਬੱਗਾ ਸਾਹਿਬ ਸੀਗੇ ਕਾਉਂਸਲਰ ਤੇ ਉਹਨਾਂ ਨੇ ਵਿਕਾਸ ਕਰਾਇਆ। ਮੈਂ ਤਾਂ ਫਿਰ ਇਹ ਗੱਲ ਕਵਾਂਗੀ ਨਾ ਕਿ ਕਾਂਗਰਸ ਪਾਰਟੀ ਦੇ ਕਾਰਜਕਾਲ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਵਿਕਾਸ ਕਰਾਉਂਦੀ ਹੈ। ਬੱਗਾ ਜੀ ਇੱਕ ਬ੍ਰਾਂਡ ਨੇ, ਉਹਨਾਂ ਦੇ ਮਨ ਦੇ ਵਿੱਚ ਜਿਹੜੀ ਭਾਵਨਾ ਡਿਵੈਲਪਮੈਂਟ ਦੀ ਹੈ, ਸੁਣ ਲਓ। ਪਾਰਟੀ ਬਾਜੀ ਇੱਕ ਅਲੱਗ ਹੈ, ਪਾਰਟੀ ਬਾਜੀ ਦੀ ਗੱਲ ਨਹੀਂ ਕਰ ਰਿਹਾ। ਬਾਕੀ ਵੀ ਹੈਗੇ ਨੇ ਐਮਐਲਏ, ਸੁਣ ਲਓ, ਠੀਕ ਹੈ ਜੀ। ਜੋ ਬੱਗਾ ਜੀ ਦੇ ਅੰਦਰ ਭਾਵਨਾ ਹੈਗੀ ਕੰਮ ਕਰਨ ਦੀ, ਉਹ ਬਾਕੀਆਂ 'ਚ ਨਹੀਂ ਹੈਗੀ। ਚਲੋ ਠੀਕ ਹੈ, ਕਾਂਗਰਸ ਪਾਰਟੀ 'ਚ ਹੀ ਗਏ ਹੋਏ ਨੇ ਮੱਕੜ ਜੀ ਵੀ। ਮੈਂ ਗੱਲ ਕਵਾਂਗੀ, ਮੈਂ ਦੁਖੀ ਹੋ ਕੇ ਗਿਆ, ਸੁਣ ਲਓ, ਰਕੇਸ਼ ਪਾਂਡੇ ਤੋਂ ਦੁਖੀ ਹੋ ਕੇ ਗਿਆ ਮੈਂ। ਕੈਮਰੇ ਅੱਗੇ ਕਹਿ ਰਿਹਾ ਵੀ ਉਹਨੇ ਨਾ ਤਾਂ ਕਦੀ ਵਰਕਰ ਨੂੰ ਪੁੱਛਿਆ, ਨਾ ਇਲਾਕੇ ਨੂੰ ਪੁੱਛਿਆ, ਨਾ ਕਿਸੇ ਦੁੱਖ ਦੇ ਨਾ ਸੁੱਖ ਦੇ। ਅੱਜ ਤਾਂ ਇਹ ਹਾਲਾਤ ਦੇਖਣੇ ਪਏ ਆ ਸਭ ਨੂੰ। ਇਹ ਹੋ ਸਕਦਾ ਇਹ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਆਮ ਪਾਰਟੀ ਦੇ ਵਿੱਚ, ਕਿਉਂਕਿ ਇਹ ਤਾਂ ਕਾਂਗਰਸ ਤੋਂ ਵਿੱਚ ਹੁਣ ਆਮ ਆਦਮੀ ਪਾਰਟੀ ਚਲੇ ਗਏ ਨਾ, ਔਰ ਇਹਨਾਂ ਦਾ ਸੁਭਾਵਿਕ ਤੌਰ ਤੇ ਬਣਦਾ।
ਹੁਣ ਡਿਬੇਟ ਜਿਹੜੀ ਆ ਉਹ ਕਿਤੇ ਮੁੱਦੇ 'ਚੋਂ ਭਟਕੀ ਵੀ ਆ ਤੇ ਮੁੱਦੇ ਤੇ ਆਈ ਵੀ ਆ। ਮੁੱਦਾ ਡਿਵੈਲਪਮੈਂਟ ਦਾ ਸੀ। ਆਮ ਆਦਮੀ ਪਾਰਟੀ ਵੱਲੋਂ ਡੰਕੇ ਦੇ ਜ਼ੋਰ ਤੇ ਕਿਹਾ ਜਾ ਰਿਹਾ ਜਿਹੜਾ ਕੰਮ ਹੁਣ ਤੱਕ ਨਹੀਂ ਹੋਇਆ ਸੀ ਉਹ ਕੰਮ ਅਸੀਂ ਇਹਨਾਂ ਸਵਾ ਸਾਲ ਦੇ ਅਰਸੇ ਵਿੱਚ ਕਰਾਇਆ। ਕਾਂਗਰਸ ਪਾਰਟੀ ਆਪਣੇ ਵਿਕਾਸ ਦਾ ਜਿਹੜਾ ਕੰਮ ਗਿਣਾ ਰਹੀ ਆ, ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿ ਰਹੇ ਵੀ ਜਿੰਨੇ ਵੀ ਸ਼ਹਿਰ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਉਹ ਸਰਦਾਰ ਬਾਦਲ ਸਾਹਿਬ ਦੀ ਦੇਣ ਹੈ, ਤੇ ਉਧਰ ਬੀਜੇਪੀ ਵੱਲੋਂ ਕਹਿਣਾ ਵੀ ਜਿੰਨੇ ਪ੍ਰੋਜੈਕਟ ਚੱਲਦੇ ਨੇ ਉਹ ਕੇਂਦਰ ਸਰਕਾਰ ਦੀ ਦੇਣ ਹੈ। ਆਪੋ ਆਪਣੀ ਵਿਕਾਸ ਦਾ ਡੰਕਾ ਵਜਾ ਰਹੇ ਨੇ। ਵਿੱਚ ਇਤਰਾਜ਼ ਜ਼ਰੂਰ ਹੋਇਆ ਵਾ, ਇੱਕ ਦੋ ਸਵਾਲਾਂ ਨੂੰ ਸਵਾਲ ਅਸੀਂ ਕੱਟੇ ਵੀ ਨੇ ਤੇ ਦੇਖ ਕੇ ਹੋਰ ਵੀ ਕੱਟਾਂਗੇ। ਪਹਿਲਾਂ ਅਸੀਂ ਬੁਲਾਰਿਆਂ ਨੂੰ ਕਹਿ ਰਹੇ ਹਾਂ ਵੀ ਸਵਾਲ ਅਸੀਂ ਹੋ ਸਕਦਾ ਸਾਰੇ ਹੀ ਕੱਟ ਦਈਏ ਬਾਹਰਲੇ, ਕਿਉਂਕਿ ਇਤਰਾਜ਼ ਜਤਾਇਆ ਗਿਆ। ਸਾਰੇ ਸਵਾਲ ਕੱਟ ਦਾਂਗੇ ਅਸੀਂ। ਪਹਿਲਾਂ ਕਹਿ ਰਹੇ ਹਾਂ ਬੁਲਾਰੇ ਸਾਰੇ ਖੜੇ ਨੇ, ਜਿਹੜੇ ਸਵਾਲ ਇਹਨਾਂ ਦੇ ਆਪਸ ਵਿੱਚ ਹੋਏ ਨੇ ਉਹੀ ਅਸੀਂ ਇਹਦੇ ਵਿੱਚ ਰੱਖਾਂਗੇ। ਬਾਹਰੋਂ ਪਬਲਿਕ ਚੋਂ ਰਹਿ ਗਿਆ ਸਵਾਲ ਅਸੀਂ ਕੱਟਾਂਗੇ, ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਇਤਰਾਜ਼ ਜਤਾਇਆ ਗਿਆ ਵੀ ਇਹ ਬੀਜੇਪੀ ਜਾਂ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਦੇ ਵਰਕਰ ਸਨ। ਤਾਂ ਡਿਬੇਟ ਸੀ, ਤੁਸੀਂ ਸੁਣੋ। ਕੱਲ੍ਹ ਨੂੰ ਨਵੇਂ ਹਲਕੇ 'ਚ ਫਿਰ ਤੁਹਾਨੂੰ ਮਿਲਾਂਗੇ। ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।